ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज वहां ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहने सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 6 जून 2022 23 जेठ नानक शाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲ 5 ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। व्यूअर्स जे तुसी टीवी 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰ ਦੇ ਸਕਦੇ ਹੋ। ਸੋ ਵਿਊਅਰਸ ਉਹ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਕਰੰਟ ਇਸ਼ੂ ਤੇ ਜਿਹੜੇ ਵੀਕਐਂਡ ਦੇ ਹਵਾਲੇ ਨਾਲ ਜਿਹੜੇ ਇਸ਼ੂ ਨੇ ਉਸ ਦੇ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਪਹਿਲਾਂ ਆਪਾਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲਬਾਤ ਕਰ ਲਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਯੂਬਾ ਸਿਟੀ ਤੋਂ ਡਾਕਟਰ ਹਰਬੰਸ ਸਿੰਘ ਢਿਲੋਜੀਆ ਵੱਲੋਂ। ਸੋ ਉਹ ਇੱਕ ਬਹੁਤ ਹੀ ਚੰਗੇ ਇਨਸਾਨ ਚੰਗੇ ਸ਼ਾਇਰ ਹਨ ਔਰ ਟੀਵੀ 84 ਨੂੰ ਬਹੁਤ ਪਿਆਰ ਕਰਦੇ ਹਨ ਔਰ ਟੀਵੀ 84 ਦੇ ਹਮਾਇਤੀ ਵੀ ਹਨ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661919884 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੂਨ 84 ਦੇ ਘੱਲੂਘਾਰੇ ਦੇ ਹਵਾਲੇ ਨਾਲ ਕਿ ਜੂਨ 84 ਘੱਲੂਘਾਰਾ ਦੀ ਜਿਹੜੀ 38ਵੀਂ ਦੁੱਖ ਸਾਲਾਨਾ ਯਾਦ ਖਾਲਿਸਤਾਨ ਦੀ ਲਹਿਰ ਨੂੰ ਅੱਗੇ ਵਧਾਉਣ ਲਈ ਇੱਕ ਵੱਡਾ ਮੀਲ ਪੱਥਰ ਜਿਹੜੀ ਹੈ ਉਹ ਸਾਬਿਤ ਹੋਈ ਹੈ ਔਰ ਥਾਂ ਥਾਂ ਫਰੀडम ਮਾਰਚ ਰੋਡਸ ਵਿਖਾਵੇ ਔਰ ਸ਼ਹੀਦੀ ਸਮਾਗਮ ਦੁਨੀਆ ਭਰ ਵਿੱਚ ਹੋਏ ਨੇ। ਸੋ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨੀ ਨੇ ਸ਼ਿਰਕਤ ਕੀਤੀ ਹੈ। ਸੋ ਗਦਰੀ ਬਾਬਿਆਂ ਵੱਲੋਂ ਜਿਹੜੀ ਸਥਾਪਿਤ ਸਟਾਕਟਨ ਗੁਰੂ ਘਰ ਵਿੱਚ ਪੱਕੇ ਤੌਰ ਤੇ ਖਾਲਿਸਤਾਨ ਦਾ ਝੰਡਾ ਜਿਹੜਾ ਉਹ ਝੁਲਾ ਦਿੱਤਾ ਗਿਆ ਔਰ ਅਕਾਲ ਤਖਤ ਸਾਹਿਬ ਵਿਖੇ ਵੀ ਇਸ ਵਾਰ ਭਾਰੀ ਇਕੱਠ ਹੋਇਆ ਅਤੇ ਮੀਰੀ ਪੀਰੀ ਦਾ ਇਹ ਮੁਕੱਦਸ ਸਥਾਨ ਘੰਟਿਆਂ ਬੱਧੀ ਜਿਹੜਾ ਖਾਲਿਸਤਾਨ ਜ਼ਿੰਦਾਬਾਦ ਦੇ ਨਾਰਿਆਂ ਨਾਲ ਗੂੰਜਦਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਪੁਰਾਣੇ ਸਾਥੀ ਸਹਿਯੋਗੀ ਔਰ ਜਿਸ ਨੂੰ ਮਾਰਗਦਰਸ਼ਕ ਮੈਂ ਕਹਾਂਗਾ ਕਿਉਂਕਿ ਬਚਪਨ ਤੋਂ ਇਹਨਾਂ ਦੇ ਨਾਲ ਇੱਕ ਉਹ ਰਿਸ਼ਤਾ ਹੈ ਕਿ ਜਿਹਦੇ 'ਚ ਇਹਨਾਂ ਨੂੰ ਦੇਖ ਕੇ ਅਸੀਂ ਪ੍ਰੇਰਨਾ ਲਈ ਸਾਡੇ ਪਿਤਾ ਜੀ ਦੇ ਬੜੇ ਚੰਗੇ ਮਿੱਤਰ ਸਨ ਉਹਨਾਂ ਨੂੰ ਚਾਚਾ ਜੀ ਕਹਿ ਕੇ ਐਡਰੈਸ ਕਰਦੇ ਹੁੰਦੇ ਸੀ ਔਰ ਉਹਨਾਂ ਜ਼ਮਾਨਿਆਂ ਦੇ ਵਿੱਚ ਪੰਜਾਬੀ ਜ਼ਬਾਨ ਦੇ ਸਟੇਟਸ ਲਈ ਔਰ ਬਾਕੀ ਪੰਥਕ ਐਕਟੀਵਿਟੀਜ਼ ਲਈ ਕਾਫੀ ਜਦੋਜਹਿਦ ਕਰਨ ਵਾਲੇ ਮੈਡੀਕਲ ਪ੍ਰੋਫੈਸ਼ਨਸ ਹੁੰਦੇ ਆ। ਫਿਰ ਜਦੋਂ ਪ੍ਰੋਫੈਸ਼ਨ ਉਹਨਾਂ ਨੇ ਛੱਡਿਆ ਕਾਫੀ ਵੱਡਾ ਸਮਾਂ ਸਮਾਜ ਸੇਵਾ ਪੰਥ ਸੇਵਾ ਵੱਲ ਉਹਨਾਂ ਨੇ ਲਾਇਆ। ਨਾਈਸ। ਹੁਣ ਕਾਫੀ ਸਾਲਾਂ ਤੋਂ ਆਲਮੋਸਟ 3 ਦਹਾਕਿਆਂ ਤੋਂ ਜ਼ਿਆਦਾ ਤੋਂ ਯੂਬਾ ਸਿਟੀ ਦੇ ਵਿੱਚ ਸੈਟਲ ਨੇ ਔਰ ਬਹੁਤ ਵੱਡੇ ਸਾਹਿਤਕਾਰ ਨੇ। ਉਹਨਾਂ ਦੀਆਂ ਦਰਜਨਾਂ ਪੁਸਤਕਾਂ ਸ਼ਾਇਰੀ ਦੀਆਂ ਛਪੀਆਂ ਨੇ। ਪੰਜਾਬੀ ਸਾਹਿਤ ਸਭਾ ਜਿੱਥੇ ਜਿੱਥੇ ਵੀ ਗਏ ਕਿਸੇ ਜ਼ਮਾਨੇ 'ਚ ਇਹ ਉੱਥੇ ਪੰਜਾਬ 'ਚ ਹੁੰਦਿਆਂ ਵੀ ਬੜੇ ਵੱਡੇ ਵੱਡੇ ਜਿਹੜੇ ਅਦੀਬ ਸੀ ਉਹਨਾਂ ਦੇ ਨਾਲ ਜੁੜੇ ਹੋਏ ਸੀ। ਚੰਗੇ ਫੰਕਸ਼ਨ ਆਰਗੇਨਾਈਜ਼ ਕਰਨੇ ਉਹਨਾਂ ਨੂੰ ਆਨਰ ਕਰਨਾ। ਇਸੇ ਤਰ੍ਹਾਂ ਯੂਬਾ ਸਿਟੀ 'ਚ ਵੀ ਇਹਨਾਂ ਨੇ ਪੰਜਾਬੀ ਸਾਹਿਤ ਸਭਾ ਦੇ ਤੌਰ ਦੇ ਉੱਤੇ ਕਾਫੀ ਉਦਮ ਕੀਤਾ। ਹੁਣ ਬਜ਼ੁਰਗ ਵੀ ਨੇ 80s ਦੇ ਵਿੱਚ ਨੇ ਇਸ ਲਈ 19 ਐਕਟੀਵਿਟੀ ਸਾਹਿਤ ਸਭਾਵਾਂ ਔਰ ਖਾਸ ਤੌਰ ਤੇ ਕੋਵਿਡ ਦੇ ਚੱਲਦੇ ਆ ਤਾਂ ਕਾਫੀ ਕੁਛ ਹੀ ਘਟਿਆ। ਬਿਲਕੁਲ। ਲੇਕਿਨ ਇੱਥੇ ਵੀ ਜਦੋਂ ਆ ਕੇ 90ਵਿਆਂ ਦੇ ਵਿੱਚ ਮੁਲਾਕਾਤ ਹੁੰਦੀ ਹੈ ਉਹਨਾਂ ਦੇ ਨਾਲ 80ਵਿਆਂ ਦੇ ਅਖੀਰ ਦੇ ਵਿੱਚ ਹੀ ਉਵੇਂ ਹੀ ਉਹ ਸਾਰਾ ਪਿਆਰ ਵਾਲਾ ਜਜ਼ਬਾ ਵੀ ਉਸੇ ਤਰ੍ਹਾਂ ਬਰਕਰਾਰ ਸੀ। ਔਰ ਜਦੋਂ ਲਗਭਗ ਅਸੀਂ 10 ਸਾਲ ਪਹਿਲਾਂ ਟੀਵੀ 84 ਦੀ ਸ਼ੁਰੂਆਤ ਕੀਤੀ ਔਰ ਪਿਛਲੇ ਕੁਝ ਸਾਲਾਂ ਤੋਂ ਤਾਂ ਉਹ ਇੰਨੇ ਕਰੀਬ ਦੇ ਨਾਲ ਟੀਵੀ 84 ਨਾਲ ਜੁੜੇ ਹੋਏ ਨੇ। ਸਾਡੇ ਵੱਡੇ ਸਪੋਰਟਰ ਵੀ ਨੇ ਲੇਕਿਨ
ਇਸ ਗੱਲ ਨੂੰ ਵੀ ਉਹ ਯਕੀਨੀ ਬਣਾਉਂਦੇ ਨੇ ਕਿ ਜਿੰਨੇ ਟੀਵੀ 84 ਦੇ ਸਾਡੇ ਸੈਗਮੈਂਟ ਅਪਲੋਡ ਹੁੰਦੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਉਹ ਪਹੁੰਚਾ ਸਕਣ ਜੀ ਔਰ ਉਹਨਾਂ ਦੇ ਨਾਲ ਹਮੇਸ਼ਾ ਹੀ ਇੱਕ ਪਰਿਵਾਰ ਵਾਲਾ ਰਿਸ਼ਤਾ ਵੀ ਹੈ ਤੇ ਉਹ ਜਦੋਂ ਕੋਈ ਵੀ ਟ੍ਰਿਬਿਊਟ ਦਿੰਦੇ ਨੇ ਜਾਂ ਗੱਲ ਕਰਦੇ ਨੇ ਕਿ ਭਾਈ ਟੀਵੀ 84 ਦਾ ਕੀ ਮੁਕਾਮ ਹੈ ਜਾਂ ਅੱਜ ਕਿਸ ਲੈਵਲ ਦੇ ਉੱਤੇ ਇੰਟਰਨੈਸ਼ਨਲ ਰੈਕਗਨੀਸ਼ਨ ਹੈ ਤੇ ਉਹ ਇੰਨੇ ਕੁ ਜਿਹੜੀ ਹੈ ਉਹ ਵਡਿਆਈ ਵਾਲੀ ਗੱਲ ਕਰਦੇ ਨੇ, ਵਡਿਆਈ ਦਿੰਦੇ ਨੇ ਕਿ ਸਿਰ ਜਿਹੜਾ ਉਹ ਝੁਕ ਜਾਂਦਾ ਹੈ ਕਿ ਭਾਈ ਜੇ ਇਸ ਕਿਸਮ ਦੇ ਜਿਨ੍ਹਾਂ ਨੇ ਖੁਦ ਆਪਣੀ ਜ਼ਿੰਦਗੀ ਇਸ ਪਾਸੇ ਲਾਈ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕੋਈ ਸੁਚਾਰੂ ਕੰਮ ਕਰ ਰਹੇ ਹਾਂ ਤੇ ਜ਼ਰੂਰ ਹੀ ਕਰ ਰਹੇ ਹੋਵਾਂਗੇ। ਸੋ ਉਹਨਾਂ ਦੀ ਸਿਹਤਯਾਬੀ ਦੀ ਵੀ ਅਸੀਂ ਅਰਦਾਸ ਕਰਦੇ ਹਾਂ ਔਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। 6 ਜੂਨ ਦਾ ਦਿਨ ਅੱਜ ਅਸੀਂ 3000 ਮੀਲ ਫਲਾਈ ਕਰਕੇ ਵਾਪਸ ਜਿਹੜਾ ਹੈ ਆਪਣੇ ਦਰਸ਼ਕਾਂ ਦੇ ਸਾਹਮਣੇ ਆ ਗਏ। ਲਾਸਟ ਪ੍ਰੋਗਰਾਮ ਅਸੀਂ ਥਰਸਡੇ ਕੀਤਾ ਸੀ ਔਰ ਅਸੀਂ ਉਸ ਪ੍ਰੋਗਰਾਮ 'ਚ ਇਹ ਦੱਸਿਆ ਸੀ ਕਿ 1 ਜੂਨ ਦੀ ਸ਼ੁਰੂਆਤ ਹੋ ਗਈ ਹੈ ਔਰ ਜੂਨ ਦਾ ਘੱਲੂਘਾਰਾ ਜਿਹੜਾ ਜਿਸ ਨੂੰ ਅਸੀਂ 1 ਜੂਨ ਤੋਂ ਸਿਰਫ 8 ਜੂਨ ਤੱਕ ਹੀ ਨਹੀਂ ਕਿਉਂਕਿ ਸਾਰਾ ਜੂਨ ਦਾ ਮਹੀਨਾ ਹੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵੀ ਹੈ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਔਰ ਫਿਰ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੀ ਯਾਦ 29 ਜੂਨ ਦੇ ਨਾਲ ਜੁੜੀ ਹੋਈ ਹੈ ਜਦੋਂ ਇਸ ਧਰਤੀ ਤੋਂ ਅਲਵਿਦਾ ਹੁੰਦੇ ਨੇ। ਲੇਕਿਨ ਇਹ 38 ਵਰੇ ਪਹਿਲਾਂ ਵਾਪਰਿਆ ਘੱਲੂਘਾਰਾ ਜਿਸ ਸਾਜ਼ਿਸ਼ ਦੇ ਤਹਿਤ ਜਿੰਨੀ ਵੱਡੀ ਇੰਟਰਨੈਸ਼ਨਲ ਕੰਸਪੀਰੇਸੀ ਜਿਸ ਦੇ ਵਿੱਚ ਬ੍ਰਿਟਿਸ਼ ਇੰਟੈਲੀਜੈਂਸ ਵੀ ਇਨਵੋਲਵ ਹੈ, KGB ਵੀ ਇਨਵੋਲਵ ਹੈ ਜਿਸ ਦੇ ਵਿੱਚ ਕਿਤੇ ਨਾ ਕਿਤੇ ਮੋਸਾਦ ਦਾ ਰੋਲ ਵੀ ਹੈ ਔਰ ਜ਼ਾਹਰ ਹੈ ਕਿ ਇੰਦਰਾ ਗਾਂਧੀ ਦੀ ਪਲੈਨਿੰਗ ਜਿਹੜੀ ਕਿ ਲਗਭਗ 3-4 ਸਾਲ 80s ਜਦੋਂ ਪਾਵਰ 'ਚ ਆਈ ਔਰ ਉਸ ਦੇ ਲਈ ਕਿਵੇਂ ਸਿਚੁਏਸ਼ਨ ਕੰਟਰਾਈਵ ਕੀਤੀ ਗਈ, ਕਿਵੇਂ ਜਿਹੜਾ ਉਹ ਸਾਰਾ ਉਹਨਾਂ ਨੇ ਸਮੁੱਚੀ ਸਿੱਖ ਕੌਮ ਨੂੰ ਸਬਕ ਸਿਖਾਉਣ ਦੇ ਨਾਂ ਥੱਲੇ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਬਰਪਾ ਕੀਤੀ। ਜਿਵੇਂ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਅਕਤੂਬਰ 1983 ਦੇ ਵਿੱਚ ਮਿਸਟਰ BD ਪਾਂਡੇ ਜਿਹੜਾ ਇੱਕ 1930ਵਿਆਂ ਦੇ ਬੈਚ ਦਾ ICS ਆਫੀਸਰ ਸੀ ਉਸ ਨੂੰ ਇੰਦਰਾ ਗਾਂਧੀ ਨੇ ਪੰਜਾਬ ਦਾ ਗਵਰਨਰ ਲਾਇਆ। ਉਦੋਂ ਵੈਸਟ ਬੰਗਾਲ ਦਾ ਗਵਰਨਰ ਸੀ ਔਰ ਉਹ ਜਿਹੜਾ ਉਸਨੇ ਜੂਨ ਦੇ ਅਖੀਰ 27 ਜੂਨ ਨੂੰ ਰਿਜ਼ਾਈਨ ਕਰ ਦਿੱਤਾ ਸੀ। ਉਸ ਤੋਂ ਬਾਅਦ ਉਸ ਨੇ ਆਪਣੀਆਂ ਯਾਦਾਂ ਲਿਖੀਆਂ ਕਿਉਂਕਿ ਇਹ ਜਿਹੜਾ ਅਕਤੂਬਰ ਤੋਂ ਜੂਨ 84 ਤੱਕ, ਅਕਤੂਬਰ 83 ਤੋਂ ਜੂਨ ਐਂਡ ਤੱਕ ਦਾ ਪੀਰੀਅਡ ਹੈ, ਬੜਾ ਕ੍ਰੂਸ਼ਲ ਪੀਰੀਅਡ ਹੈ। ਇਹਦੇ ਵਿੱਚ ਕੀ ਵਾਪਰਦਾ ਹੈ, ਕਿਵੇਂ ਸਿਚੁਏਸ਼ਨ ਕੰਟਰਾਈਵ ਕੀਤੀ ਜਾਂਦੀ ਹੈ, ਕਿਵੇਂ ਇਹ ਸਾਰਾ ਹੁੰਦਾ ਹੈ, ਇਸ ਬਾਰੇ ਬਹੁਤ ਘੱਟ ਸਾਹਮਣੇ ਹੈ ਕਿਉਂਕਿ ਬੇਸ਼ੱਕ ਇਸ ਵੇਲੇ 200 ਤੋਂ ਜ਼ਿਆਦਾ ਕਿਤਾਬਾਂ ਦਰਬਾਰ ਸਾਹਿਬ ਤੇ ਹਮਲੇ ਨਾਲ ਸੰਬੰਧਿਤ ਲਿਖੀਆਂ ਗਈਆਂ ਨੇ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਐਫੀਡੇਵਿਟ, ਵਿਟਨੈਸਿਸ, ਕਈਆਂ ਦੇ ਆਪਣੇ ਅਕਾਊਂਟ ਨੇ, ਕਈਆਂ ਨੇ ਆਪਣੇ ਆਪਣੇ ਐਂਗਲ ਤੋਂ ਈਵਨ ਉਸ ਇੰਟੈਲੀਜੈਂਸ ਬਿਊਰੋ ਦਾ ਇੱਕ ਸਿੱਧੂ CBI ਦਾ ਜਾਂ ਇੰਟੈਲੀਜੈਂਸ ਬਿਊਰੋ ਦਾ ਉਹਦੀ ਕਿਤਾਬ ਔਰ ਈਵਨ ਮੇਜਰ ਜਨਰਲ ਬਰਾੜ ਜਿਹੜਾ ਮੌਕੇ ਦੇ ਉੱਤੇ ਉਹਨਾਂ ਦਾ ਸਟੂਜ ਸੀ ਉਹਦੀ ਕਿਤਾਬ, ਉਹ ਤਾਂ ਹਕੂਮਤ ਦੀਆਂ ਵਰਜ਼ਨ ਸੀ ਸਨ। ਪਰ ਹੁਣ ਹੋਰ ਵੀ ਬਹੁਤ ਸਾਰੇ ਜਿਹੜੇ ਉਸ ਦੇ ਡਿਫਰੈਂਟ ਆਸਪੈਕਟਸ ਸਾਹਮਣੇ ਆਏ ਨੇ। ਲੇਕਿਨ ਇਸ ਪੀਰੀਅਡ ਦੇ ਵਿੱਚ ਇੰਦਰਾ ਗਾਂਧੀ ਨੇ ਇਹ ਵੀ ਸਾਹਮਣੇ ਆਂਦਾ ਰਿਹਾ ਜਿਸ ਨੂੰ ਉਹ ਹਰਕਿਸ਼ਨ ਸੁਰਜੀਤ ਹੋਏ ਕਮਿਊਨਿਸਟ ਲੀਡਰ ਜਾਂ ਸਵਰਨ ਸਿੰਘ ਜਿਹੜਾ ਮਿਨਿਸਟਰ ਜਿਹਨੂੰ 2 ਵਾਰ ਇੰਦਰਾ ਗਾਂਧੀ ਨੇ ਵਿਚੋਲੇ ਦੇ ਤੌਰ ਤੇ ਇਸਤੇਮਾਲ ਕੀਤਾ ਗੱਲਬਾਤ ਲਈ ਔਰ ਇਵੇਂ ਵੀ ਹੁੰਦਾ ਰਿਹਾ ਔਰ ਲਗਭਗ 18 ਤੋਂ ਜ਼ਿਆਦਾ ਮੀਟਿੰਗਾਂ ਅਕਾਲੀਆਂ ਦੇ ਨਾਲ ਵੀ ਹੋਈਆਂ ਔਰ ਉਹ ਸਮਝੌਤੇ ਬੇਸ਼ੱਕ ਜਿਸ ਦਾ ਐਫਰਟ ਜਿਹੜਾ ਉਹ ਸਵਰਨ ਸਿੰਘ ਨੇ ਕੀਤਾ ਜਾਂ ਇੱਕ ਸਟੇਜ ਦੇ ਉੱਤੇ ਹੋਰ ਵੀ ਵਿਚੋਲੇ ਪਾ ਕੇ ਔਰ ਇੱਧਰ ਇਹ ਹੁੰਦਾ ਸੀ ਕਿ ਅਕਾਲੀ ਲੀਡਰ ਡੀਕਦੇ ਸੀ ਕਿ ਅਨਾਉਂਸਮੈਂਟ ਆਏਗੀ ਤੇ ਉਧਰ ਜਿਹੜਾ ਉਹ ਇੰਦਰਾ ਗਾਂਧੀ ਬੈਕ ਟਰੈਕ ਕਰ ਜਾਂਦੇ। ਸੋ ਉਹ ਇੱਕ ਮੁਕਰਨ ਦੀ ਲਾਈਨ ਜਿਹੜੀ ਸਿਰਫ ਉਲਝਾਣ ਦੀ ਸੀ ਕਿ ਭਾਈ ਇਹਨਾਂ ਨੂੰ ਗੱਲਬਾਤ ਰਾਹੀਂ ਉਲਝਾ ਕੇ ਰੱਖੋ ਔਰ ਅਲਟੀਮੇਟਲੀ ਉਹਦੇ ਦਿਮਾਗ 'ਚ ਕੀ ਚੱਲ ਰਿਹਾ ਸੀ ਜਾਂ ਪਲਾਨ ਕੀ ਕੀਤਾ ਜਾ ਰਿਹਾ ਸੀ ਉਹ ਅਸੀਂ ਹੁਣ ਜ਼ਿਕਰ ਕਰਦੇ ਹਾਂ ਕਿ ਫਰਵਰੀ 1984 ਚ ਮਾਰਗਰੇਟ ਥੈਚਰ ਤੋਂ ਮਦਦ ਮੰਗਦੀ ਹੈ ਔਰ ਇਸ ਗੱਲ ਦੇ ਸਬੂਤ ਈਵਨ ਆਰਮੀ ਜਨਰਲਸ ਦੇ ਰਾਹੀਂ ਵੀ ਉਹ ਲੈਫਟੀਨੈਂਟ ਜਨਰਲ ਸਿਨਹਾ ਹੋਏ ਔਰ ਇਸ ਕਿਸਮ ਦੇ ਲੋਕਾਂ ਤੋਂ ਸਾਹਮਣੇ ਆਇਆ ਕਿ ਕਿਵੇਂ ਚੱਕਰਾਤੇ ਦੇ ਵਿੱਚ ਉੱਤਰਾਖੰਡ ਦੇ ਵਿੱਚ ਦਰਬਾਰ ਸਾਹਿਬ ਦੇ ਮਾਡਲ ਬਣਾ ਕੇ ਕਿਵੇਂ ਐਲੀਟ ਫੋਰਸ, ਕਿਵੇਂ ਇੰਡੋ ਤਿਬਤਨ ਫੋਰਸ
ਦੇ ਕਮਾਂਡੋ ਉਹਨਾਂ ਦੀ ਟ੍ਰੇਨਿੰਗ ਹੋਈ। ਪਰ ਇਹ ਬੜੀ ਦੇਰ ਤੋਂ ਭਾਲ ਸੀ ਕਿ ਇਨਸਾਈਡ ਸਟੋਰੀ ਕੀ ਚੱਲ ਰਿਹਾ ਸੀ, ਇਨਸਾਈਡ ਸੋਰਸ ਜਦੋਂ ਕੋਈ ਦਿੰਦਾ ਹੈ ਤੇ ਉਹਦੀ ਮੱਚ ਮੋਰ ਕ੍ਰੈਡੀਬਿਲਿਟੀ ਹੁੰਦੀ ਹੈ। ਔਰ ਬੀਡੀ ਪਾਂਡੇ ਨੂੰ ਔਰ ਉਹਨਾਂ ਦੀ ਜਿਹੜੀ ਕਿਤਾਬ ਉਹਨਾਂ ਦੇ ਮਰਨ ਤੋਂ ਆਲਮੋਸਟ 15 ਸਾਲ ਬਾਅਦ ਉਹਨਾਂ ਦੀ ਡਾਟਰ ਨੇ ਛਾਪੀ ਹੈ, ਕਿਉਂਕਿ ਉਹਨਾਂ ਦੀ ਆਪਣੀ ਹਦਾਇਤ ਸੀ ਕਿ ਮੇਰੇ ਮਰਨ ਤੋਂ 5 ਸਾਲ ਕੇ 10 ਸਾਲ ਕਿਹਾ ਸੀ, ਪਰ ਉਸ ਤੋਂ ਵੀ ਜ਼ਿਆਦਾ ਵਕਤ ਲੱਗਾ। ਉਹ ਕਿਉਂਕਿ ਕਾਫੀ ਵੱਡੀ ਕਿਤਾਬ ਹੈ ਔਰ ਮੈਂ ਉਹਨੂੰ ਕੁਝ ਚੈਪਟਰ ਵਾਈਜ਼ ਬੜਾ ਐਨਾਲਿਟਿਕਲੀ ਪੜ੍ਹ ਰਿਹਾ ਔਰ ਅੱਜ ਹੀ ਵਾਪਸੀ ਤੇ ਕੈਲੀਫੋਰਨੀਆ ਤੋਂ ਫਲਾਈ ਕਰਦੇ ਆਲਮੋਸਟ 4-5 ਘੰਟੇ ਮੈਂ ਉਸ ਨੂੰ ਦੇ ਉਹ ਚੈਪਟਰਸ ਜਿਹੜੇ ਸ਼ੁਰੂ ਹੁੰਦੇ ਨੇ ਜਦੋਂ ਕਿ ਢਿਲਵਾਂ ਬੱਸ ਕਾਂਡ ਕਰਵਾਇਆ ਜਾਂਦਾ ਹੈ, ਜਿੱਥੇ ਕਿ ਇੱਕ ਬੱਸ ਚੋਂ 7 ਹਿੰਦੂਆਂ ਨੂੰ ਕੱਢ ਕੇ ਮਾਰਿਆ ਜਾਂਦਾ ਹੈ, ਕਿਉਂਕਿ ਇਹ ਪਹਿਲਾ ਇਸ ਕਿਸਮ ਦਾ ਵਾਕਿਆ ਸੀ ਪੰਜਾਬ ਦੇ ਵਿੱਚ। ਬੇਸ਼ੱਕ ਵਾਇਲੈਂਸ ਚੱਲ ਰਹੀ ਸੀ, ਉਹਦੇ ਚ ਨਿਰੰਕਾਰੀ ਵੀ ਅੰਡਰ ਟਾਰਗੇਟ ਸੀ, ਪੁਲਿਸ ਵਾਲੇ ਵੀ ਸੀ, ਬੇਗੁਨਾਹ ਸਿੱਖ ਨੌਜਵਾਨ ਵੀ ਝੂਠੇ ਪੁਲਿਸ ਮੁਕਾਬਲਿਆਂ 'ਚ ਭਾਈ ਕੁਲਵੰਤ ਸਿੰਘ ਨਾਗੋਕੇ ਦੀ ਸ਼ਹਾਦਤ ਦੇ ਨਾਲ ਸ਼ੁਰੂ ਹੁੰਦਾ, ਬਹੁਤ ਸਾਰਾ ਕੁਝ ਚੱਲ ਰਿਹਾ ਸੀ। ਜਾਂ ਈਵਨ ਪੋਲੀਟੀਕਲੀ ਜਿਹੜੀ ਟਾਰਗੇਟਡ ਕਿਲਿੰਗ 'ਚ ਲਾਲਾ ਜਗਤ ਨਾਰਾਇਣ, ਹਿੰਦ ਸਮਾਚਾਰ ਜਾਂ ਪੰਜਾਬ ਕੇਸਰੀ ਦਾ ਮਾਲਕ, ਬਾਅਦ 'ਚ ਉਹਦਾ ਲੜਕਾ ਰਮੇਸ਼, ਇਹ ਸਾਰੇ ਟਾਰਗੇਟ ਤਾਂ ਹੋਏ, ਲੇਕਿਨ ਕੋਈ ਵੀ ਖੁੱਲ੍ਹ ਕੇ ਇਸ ਕਿਸਮ ਦਾ, ਕਿਉਂਕਿ ਹਿੰਦੂ ਸਿੱਖ ਲੜਾਈ ਤਾਂ ਹੈ ਨਹੀਂ ਸੀ, ਨਾ ਉਦੋਂ ਸੀ ਨਾ ਅੱਜ ਹੈ, ਲੇਕਿਨ ਇਹ ਪਹਿਲਾ ਵਾਕਿਆ ਸੀ ਢਿਲਵਾਂ ਬੱਸ ਕਾਂਡ ਵਾਲਾ, ਜਿਸ ਦੇ ਵਿੱਚ ਬੱਸ ਰੋਕ ਕੇ ਸਵਾਰੀਆਂ ਉਤਾਰ ਕੇ ਔਰ ਹਿੰਦੂਆਂ ਔਰ ਸਿੱਖਾਂ ਨੂੰ ਪਾਸੇ ਕਰਕੇ 6 ਜਾਂ 7 ਹਿੰਦੂ ਮੁਸਾਫਰ ਮਾਰੇ ਗਏ ਸੀ, ਜਿਹਨੂੰ ਸੰਤ ਪਿੰਡਾਂ ਵਾਲਿਆਂ ਨੇ ਵੀ ਫੁੱਲੀ ਕੰਡੈਮ ਕੀਤਾ ਸੀ। ਉਹਨਾਂ ਨੇ ਕਿਹਾ ਸੀ ਵੀ ਇਹ ਸਾਡਾ ਕੰਮ ਨਹੀਂ ਹੈ, ਇਹ ਏਜੰਸੀਆਂ ਦਾ ਕੰਮ ਹੈ। ਪਰ ਉਦੋਂ ਤੱਕ ਕਿਉਂ ਜਾਪਦਾ ਹੈ ਕਿ ਵੀ ਤਿਆਰੀ ਇਹਨਾਂ ਦੀ ਮੁਕੰਮਲ ਹੋ ਚੁੱਕੀ ਸੀ ਕਿ ਜੋ ਮਾਹੌਲ ਇਹਨਾਂ ਨੇ ਸਿਰਜਿਆ, ਔਰ ਉਸ ਤੋਂ ਕੁਝ ਦਿਨਾਂ ਦੇ ਵਿੱਚ ਹੀ ਦਰਬਾਰਾ ਸਿੰਘ ਦੀ ਸਰਕਾਰ ਜਿਹੜੀ ਪੰਜਾਬ 'ਚ ਸੀ ਉਹਨੂੰ ਡਿਸਮਿਸ ਕਰ ਦਿੱਤਾ ਗਿਆ। ਔਰ ਹੁਣ ਇਹ ਬੀਡੀ ਪਾਂਡੇ ਦੀ ਕਹਾਣੀ ਸ਼ੁਰੂ ਹੁੰਦੀ ਹੈ ਕਿ ਵੀ ਇਹ ਕਲਕੱਤੇ ਦੇ ਵਿੱਚ ਗਵਰਨਰ ਹੈ, ਇਹਨੂੰ ਜਿਹੜਾ ਉਹ ਪੀਸੀ ਅਲੈਗਜ਼ੈਂਡਰ, ਜਿਹੜਾ ਇੰਦਰਾ ਗਾਂਧੀ ਦਾ ਪੀਏ ਸੀ ਔਰ ਉਹ ਵੀ ਉਸ ਕਿਚਨ ਕੈਬਨਿਟ ਦਾ ਹਿੱਸਾ ਹੈ ਜਿਨ੍ਹਾਂ ਨੇ ਇਹ ਸਿੱਖ ਨਸਲਕੁਸ਼ੀ ਨੂੰ ਪਲਾਨ ਕੀਤਾ, ਐਗਜ਼ੀਕਿਊਟ ਕੀਤਾ। ਉਹਦੇ ਨਾਲ ਜ਼ਾਹਿਰ ਹੈ ਰਾਜੀਵ ਗਾਂਧੀ, ਅਰੁਣ ਨਾਇਰੂ, ਅਰੁਣ ਸਿੰਘ ਕਪੂਰਥਲੇ ਵਾਲਿਆਂ ਦਾ ਡਿਸੈਂਡੈਂਟ ਜਿਹੜੇ ਇਹ ਸਾਰੇ ਉਸ ਦਾ, ਔਰ ਪ੍ਰਣਾਬ ਮੁਖਰਜੀ, ਪੀ ਚਿਦੰਬਰਮ, ਇਹ ਸਾਰੇ ਨਰਸਿਮਹਾ ਰਾਓ, ਇਹ ਸਾਰੇ ਕੀ ਕਿਚਨ ਮੈਂਬਰ ਨੇ ਉਹ ਸਾਰੇ ਦੇ। ਲੇਕਿਨ ਇਹ ਇਸ ਕਿਤਾਬ ਮੁਤਾਬਕ ਬੀਡੀ ਪਾਂਡੇ ਦੇ ਕਿ ਵੀ ਮੈਨੂੰ ਜਿਹੜਾ ਉਹ ਅਕਤੂਬਰ ਮਹੀਨੇ ਦੇ ਵਿੱਚ ਹੀ ਕਾਲ ਆਂਦੀ ਹੈ ਅਲੈਗਜ਼ੈਂਡਰ ਦੀ ਕਿ ਤੂੰ ਦਿੱਲੀ ਆ, ਤੁਹਾਨੂੰ ਮਿਲਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਤੁਹਾਨੂੰ ਪੰਜਾਬ ਦਾ ਗਵਰਨਰ ਲਾਉਣਾ ਚਾਹੁੰਦੇ ਹਾਂ। ਉਹਨੇ ਕਿਹਾ ਜੀ ਮੈਂ ਉੱਥੇ ਪਹੁੰਚ ਗਿਆ ਔਰ ਦੂਸਰਾ ਔਰ ਮੈਨੂੰ ਉਹਨਾਂ ਨੇ ਅਸਾਈਨ ਪੰਜਾਬ ਦਾ ਕੀਤਾ, 4 ਐਡਵਾਈਜ਼ਰ ਦੇ ਕੇ ਭੇਜ ਦਿੱਤਾ। ਸੋ ਇਹ ਉਸ ਦਾ ਮੁਕਾਮ। ਪਰ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਵੀ ਜਿਹੜੇ ਇਨਰ ਅਕਾਊਂਟ ਕਿ ਕਿਵੇਂ ਇਹ ਘੱਲੂਘਾਰਾ ਜਿਹੜਾ ਟੋਟਲ ਵਾਰ ਸੀ ਔਰ ਦੂਸਰਾ ਲੇਖਨ ਇਹ ਪਾਂਡੇ ਦੇ ਕਹਿਣ ਮੁਤਾਬਕ ਕਿ ਉਹਦੇ ਜਾਣ ਵੇਲੇ ਉਹਦੀ ਇੰਦਰਾ ਗਾਂਧੀ ਨਾਲ ਮੁਲਾਕਾਤ ਨਹੀਂ ਕਰਵਾਈ ਗਈ, ਉਹ ਅਲੈਗਜ਼ੈਂਡਰ ਨੇ ਜਿਹੜਾ ਉਹ ਕਰਕੇ ਔਰ ਪਬਲਿਕ ਪ੍ਰੈਸ ਸਟੇਟਮੈਂਟ ਆ ਗਈ ਔਰ ਮੈਂ ਜਾ ਕੇ ਟੇਕ ਓਵਰ ਕਰ ਲਿਆ ਔਰ ਮੈਂ ਜਿਹੜਾ ਉਹਨੂੰ ਕ੍ਰਿਕਟ ਮੈਚ ਅੰਮ੍ਰਿਤਸਰ 'ਚ ਹੋਣਾ ਸੀ ਉਹ ਕੀਤਾ। ਮੈਂ ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ, ਜਲਿਆਂਵਾਲਾ ਬਾਗ, ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਉਹਨੇ ਕਿਹਾ ਕਿ ਇੱਕ ਦਿਨ ਮੈਨੂੰ ਮੈਸੇਜ ਆਇਆ ਅਲੈਗਜ਼ੈਂਡਰ ਦਾ ਕਿ ਇੰਦਰਾ ਗਾਂਧੀ ਤੁਹਾਨੂੰ ਮਿਲਣਾ ਚਾਹੁੰਦੀ ਹੈ ਔਰ ਇਹ ਉਸ ਤੋਂ ਕੁਝ ਹਫ਼ਤੇ ਬਾਅਦ ਜਦੋਂ ਉਹਨੇ ਟੇਕ ਓਵਰ ਕਰ ਲਿਆ ਔਰ ਉਹਨੇ ਕਿਹਾ ਵੀ ਮੈਂ ਜੋ ਆ ਕੇ ਪੰਜਾਬ 'ਚ ਦੇਖਿਆ ਔਰ ਜਿਸ ਕਿਸਮ ਦਾ ਜਿੰਨਾ ਰੌਲਾ ਬਾਹਰ ਪਾਇਆ ਗਿਆ ਸੀ ਜਾਂ ਜਿਵੇਂ ਮੀਡੀਆ ਜਿਸ ਕਿਸਮ ਦੀ ਕਹਾਣੀ ਸਿਰਜ ਰਿਹਾ ਸੀ ਉਵੇਂ ਵਰਗਾ ਤਾਂ ਕੁਝ ਨਹੀਂ ਸੀ। ਉਹਨੇ ਕਿਹਾ ਕਿ ਚੰਡੀਗੜ੍ਹ ਵੀ ਆਮ ਵਾਂਗ ਸੀ, ਸ਼ਹਿਰਾਂ 'ਚ ਵੀ ਲੋਕ ਉਸੇ ਤਰ੍ਹਾਂ ਚੱਲ ਰਿਹਾ ਸੀ, ਪਿੰਡਾਂ 'ਚ ਖੇਤੀਬਾੜੀ ਨਾਲ ਸੰਬੰਧਿਤ ਸਾਰਾ ਔਰ ਈਵਨ ਇੰਡਸਟਰੀਅਲ ਪ੍ਰੋਗਰੈਸ ਵੀ ਹੋ ਰਹੀ ਸੀ। ਦੂਜਾ ਕਹਿੰਦਾ ਵੀ ਮੈਨੂੰ ਵੀ ਆ ਕੇ ਮਹਿਸੂਸ ਹੋਇਆ ਕਿ ਕਲਕੱਤੇ 'ਚ ਰਹਿੰਦੇ ਆ ਗਵਰਨਰ ਦੇ ਤੌਰ ਤੇ ਜੋ ਮੈਂ ਸੁਣਿਆ ਸੀ ਇੱਥੇ ਜਿਹੜੀ ਸਿਚੁਏਸ਼ਨ ਹੈ ਉਸ ਦੇ ਬਿਲਕੁਲ ਉਲਟ ਸੀ। ਪਰ ਉਹਨੇ ਕਿਹਾ ਕਿ ਜੀ ਮੈਂ ਜਦੋਂ ਇੰਦਰਾ ਗਾਂਧੀ ਦੇ ਨਾਲ ਮਿਲਿਆ ਔਰ ਉਹਨੇ ਮੈਨੂੰ ਪੁੱਛਿਆ, ਮੈਂ ਉਹਨੂੰ ਬਰੀਫ ਕੀਤਾ ਤਾਂ ਉਹਨੇ ਕਿਹਾ ਵੀ ਉਹ ਬੜੇ ਗੁੱਸੇ 'ਚ ਸੀ ਔਰ ਉਹਨੇ ਕਿਹਾ ਕਿ ਜੀ ਇਹ ਅੱਤਵਾਦ, ਆਤੰਕਵਾਦ ਹਰ ਹਾਲਤ ਦੇ ਵਿੱਚ ਜਿਹੜਾ ਇਹ ਖਤਮ ਕਰਨਾ ਹੋਏਗਾ। ਉਹਨੇ ਕਿਹਾ ਵੀ ਮੈਂ ਜਿਹੜਾ ਸਾਹ ਰੋਕ ਕੇ ਸੁਣ ਰਿਹਾ ਸੀ। ਫਿਰ ਜਿਹੜੀ ਗੱਲ ਉਸ ਦਾ ਬਿਲਕੁਲ ਡਾਇਲੌਗ ਹੈ ਬੀਡੀ ਪਾਂਡੇ ਦਾ ਹੈ ਕਿ ਇੰਦਰਾ ਗਾਂਧੀ ਨੇ, ਔਰ ਇਹ ਗੱਲ ਅਕਤੂਬਰ ਨਵੰਬਰ ਦੀ ਅਸੀਂ ਕਰ ਰਹੇ ਹਾਂ,
ਕਿ ਇੰਦਰਾ ਗਾਂਧੀ ਨੇ ਕਿਹਾ ਕਿ ਵੀ ਜੇ ਮੈਨੂੰ ਦਰਬਾਰ ਸਾਹਿਬ ਨੂੰ ਇਫ ਆਈ ਮੇ ਹੈਵ ਟੂ ਬੌਂਬ ਦਰਬਾਰ ਸਾਹਿਬ ਆਈ ਵਿਲ ਗੋ ਫॉर ਇਟ। ਤੇ ਉਹਨੇ ਕਿਹਾ ਵੀ ਮੈਂ ਇੱਕਦਮ ਜਿਹੜਾ ਇਸ ਕੀਤਾ ਕਿ ਵੀ ਇਹ ਕਿਸ ਰਾਹ ਦੇ ਉੱਤੇ ਹੈ ਔਰ ਇਹ ਕੀ ਲਾਈਨ। ਸੋ ਇਹ ਮੱਚ ਬਿਫੋਰ ਜਦੋਂ ਹੁਣ ਅਸੀਂ ਟੈਂਕਾਂ ਤੋਪਾਂ ਦੇ ਹਮਲੇ ਦੀ ਗੱਲ ਕਰਦੇ ਹਾਂ, ਇਹ ਵਰਜਨ ਉਸ ਸਰਕਾਰ ਵੱਲੋਂ ਥਾਪਿਆ ਜਿਹੜਾ ਪੰਜਾਬ ਦਾ ਗਵਰਨਰ ਸੀ ਔਰ ਜਿਹੜਾ ਫਿਰ 27 ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋ ਜਾ ਔਰ ਉਹਨੇ ਕਿਹਾ ਕਿ ਵੀ ਮੈਂ ਇਹ ਸਾਰਾ ਸੁਣ ਕੇ ਬਾਹਰ ਆਇਆ ਵੀ ਮੈਨੂੰ ਲੱਗਾ ਵੀ ਮੈਂ ਤਾਂ ਇਹਦੇ ਚ ਨਹੀਂ ਕਹਿੰਦਾ ਵੀ ਮੈਂ ਰਿਜ਼ਾਈਨ ਲਿਖਿਆ ਔਰ ਅਲੈਗਜ਼ੈਂਡਰ ਨੂੰ ਇਹ ਮੈਂ ਦੇ ਦਿੱਤਾ, ਡੇਟ ਉੱਤੇ ਮੈਂ ਨਹੀਂ ਪਾਈ। ਉਹਨੇ ਕਿਹਾ ਕਿ ਮੈਂ ਕਿਹਾ ਵੀ ਮੈਨੂੰ ਲੱਗਦਾ ਵੀ ਜੇ ਉਹ ਮੈਂ ਸੋਚਦਾ ਪੰਜਾਬ ਦੀ ਸਮੱਸਿਆ ਕੋਈ ਨਹੀਂ ਹੈ ਔਰ ਇਧਰ ਗੱਲ ਹੋ ਰਿਹਾ, ਕੱਲ ਨੂੰ ਇਹ ਨਾ ਹੋਏ ਕਿ ਭਾਈ ਸਾਡਾ ਕੋਈ ਟਕਰਾਅ ਹੋਏ ਤੇ ਜਦੋਂ ਤੁਹਾਨੂੰ ਲੱਗੇ ਕਿ ਵੀ ਮੇਰੇ ਨਾਲ ਤੇ ਤੁਸੀਂ ਜਿਹੜਾ ਉਹ ਸੰਤੁਸ਼ਟ ਨਹੀਂ ਹੋ ਤੇ ਡੇਟ ਭਰ ਲੈਣਾ ਤੇ ਮੈਨੂੰ ਦੱਸ ਦੇਣਾ, ਮੈਂ ਮੁਸਤਫੀ ਹੋ ਜਾਵਾਂਗਾ, ਮੈਂ ਛੱਡ ਦਿਆਂਗਾ। ਹੁਣ ਇਸ ਤੋਂ ਉਹਦੀ ਕਹਾਣੀ ਸ਼ੁਰੂ ਹੁੰਦੀ ਹੈ ਕਿ ਭਾਈ ਕਿਵੇਂ ਪੰਜਾਬ ਦੇ ਵਿੱਚ, ਔਰ ਉਹਨੇ ਫਿਰ ਇਹ ਕਿਹਾ ਕਿ ਕਿਵੇਂ ਹਿੰਦੂ ਸ਼ੋਵਨਿਸਟ ਮੀਡੀਆ ਨੇ ਇੱਕ ਵੈਸਟਡ ਇੰਟਰਸਟ ਗਰੁੱਪ ਨੇ ਜਿਹਦੇ ਚ ਉਹਨਾਂ ਨੇ ਸਿੱਖਾਂ ਨੂੰ ਕਿਵੇਂ ਮਾਰਜਨਲਾਈਜ਼ ਕੀਤਾ। ਫਿਰ ਉਹਨੇ ਏਸ਼ੀਆਡ ਦੀ ਗੱਲ ਕੀਤੀ, ਏਸ਼ੀਆਡ 82 ਵੇਲੇ ਕਿਵੇਂ ਜਿਹੜੇ ਜਿਨ੍ਹਾਂ ਸਿੱਖਾਂ ਨੂੰ ਜ਼ਲੀਲ ਕੀਤਾ ਗਿਆ ਪੰਜਾਬ ਚੋਂ, ਜਿਹੜੇ ਹਰਿਆਣੇ ਚੋਂ ਲੰਘ ਕੇ ਦਿੱਲੀ ਜਾਣਾ, ਜਿਨ੍ਹਾਂ ਦੇ ਵਿੱਚ ਗਵਰਨਰ, MP, ਸਾਬਕਾ ਜੱਜ, ਇਹਨੇ ਲੈਫਟੀਨੈਂਟ ਜਨਰਲ, ਦੂਜੇ ਲੋਕ ਸੀ ਜਿਨ੍ਹਾਂ ਨੇ ਸਿੱਖਾਂ ਨੂੰ ਐਲੀਨੇਟ ਕੀਤਾ। ਉਹਨੇ ਕਿਹਾ ਵੀ ਉਦੋਂ ਤੱਕ ਕੋਈ ਇਹ ਉਹ ਬੈਕਗ੍ਰਾਉਂਡ 'ਚ ਦੇ ਰਿਹਾ ਕਿ ਵੀ ਇਹ ਸਭ ਹੋ ਚੁੱਕਾ ਸੀ। ਉਹ 82 ਦੀ ਗੱਲ ਹੈ, ਏਸ਼ੀਆਡ 82, ਇਹ 83 ਅਕਤੂਬਰ ਦੀ ਗੱਲ ਕਰਦਾ। ਪਰ ਉਹਨੇ ਕਿਹਾ ਇਹਦੇ ਬਾਵਜੂਦ ਕੋਈ ਇਹ ਕਮਿਊਨਲ ਇਸ਼ੂ ਨਹੀਂ ਸੀ, ਕੋਈ ਪੋਲਰਾਈਜੇਸ਼ਨ ਨਹੀਂ ਸੀ ਸਿੱਖ ਔਰ ਹਿੰਦੂ ਦੇ ਵਿਚਾਲੇ, ਲੇਕਿਨ ਇਹ ਡੈਲੀਬਰੇਟਲੀ ਕੀਤਾ ਗਿਆ। ਔਰ ਉਹਨੇ ਇਹ ਜੋ ਕੋਟ ਅਨਕੋਟ ਉਸਦਾ ਹੈ ਕਿ ਇੰਦਰਾ ਗਾਂਧੀ ਨੇ ਕਿਹਾ ਕਿ ਈਵਨ ਇਫ ਆਈ ਮੇ ਹੈਵ ਟੂ ਬੌਂਬ ਦਰਬਾਰ ਸਾਹਿਬ ਆਈ ਵਿਲ ਗੋ ਫॉर ਇਟ। ਔਰ ਕਹਿੰਦੇ ਮੈਂ ਕਿਹਾ ਕਿ ਭਾਈ ਇਹ ਗੱਲ ਹੋਰ ਪਾਸੇ ਜਿਹੜੀ ਜਾਏਗੀ ਅਲਟੀਮੇਟਲੀ। ਸੋ ਇਹ ਜਦੋਂ ਅਸੀਂ ਇਹਨਾਂ ਸਾਰੇ ਸੋਰਸਸ ਦੀ ਗੱਲ ਕਰਦੇ ਹਾਂ ਫਿਰ ਸਾਨੂੰ ਸਮਝ ਆ ਜਾਂਦਾ ਹੈ ਕਿ ਇਹ ਕਿਵੇਂ ਇੱਕ ਸਿਚੁਏਸ਼ਨ ਕੰਟਰਾਈਵ ਕੀਤੀ ਗਈ ਔਰ 1 ਜੂਨ ਤੱਕ ਪਹੁੰਚਦੇ ਆ ਕਿਵੇਂ ਪੰਜਾਬ ਦੇ ਵਿੱਚ ਲਗਭਗ 2 ਲੱਖ ਫੌਜ ਦੀ ਆਮਦ, ਕਿਉਂਕਿ ਜਦੋਂ ਅਸੀਂ 2 ਲੱਖ ਫੌਜ ਕਹਿੰਦੇ ਆ ਮੌਕੇ ਦੇ ਉੱਤੇ ਇੱਕ ਡਿਵੀਜ਼ਨ ਹੈ ਕਿ 5 ਡਿਵੀਜ਼ਨਸ ਨੇ ਕਿ 4 ਏ, ਹਰ ਇੱਕ ਦਾ ਜਿਹੜਾ ਆਪਣੀ ਰਿਸਰਚ ਹੋ ਸਕਦੀ ਹੈ। ਪਰ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਜਿਹੜੀ ਟੋਟਲ ਵਾਰ ਸਿੱਖਾਂ ਤੇ ਥੋਪੀ ਗਈ, ਸਮੁੱਚਾ ਪੰਜਾਬ ਦੁਨੀਆ ਨਾਲੋਂ ਕੱਟ ਆਫ ਕੀਤਾ ਗਿਆ। ਪੰਜਾਬ ਦੇ 12,000 ਪਿੰਡ ਔਰ ਜਿਹੜੇ ਪਿੰਡਾਂ ਨੂੰ ਜੋੜਨ ਵਾਲੇ ਫੋਕਲ ਪੁਆਇੰਟ ਸੀ ਉੱਥੇ ਆ ਕੇ ਫੌਜੀ ਛਾਉਣੀਆਂ ਜਿਹੜੀਆਂ ਨੇ ਉਹ ਕਾਇਮ ਹੋ ਜਾਂਦੀਆਂ ਨੇ ਤਾਂ ਕਿ ਇੱਕ ਪਿੰਡ ਵਾਲੇ ਦੂਜੇ ਨਾਲ ਵੀ ਰਾਬਤਾ ਨਹੀਂ ਕਰ ਸਕਦੇ। ਈਵਨ ਜਿਹੜੇ ਚੌਰਾਹੇ ਨੇ ਜਾਂ ਦੂਜੇ ਨੇ ਔਰ ਜਿਹੜੇ ਰਸਤੇ ਅੰਮ੍ਰਿਤਸਰ ਨੂੰ ਆ ਰਹੇ ਨੇ, ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਉਹ ਬਟਾਲਾ ਰੋਡ ਹੋਏ ਪਠਾਨਕੋਟ ਤੋਂ, ਉਹ ਜੰਡਿਆਲਾ ਰੋਡ ਹੋਏ ਜਲੰਧਰ ਅੰਮ੍ਰਿਤਸਰ, ਉਹ ਤਰਨਤਾਰਨ ਦਾ ਰਾਊਟ ਹੋਏ ਜਾਂ ਮਜੀਠਾ ਰੋਡ ਹੋਏ, ਹਰ ਐਕਸੈਸ ਦੇ ਉੱਤੇ ਤਾਂ ਕਲੋਜ਼ਲੀ ਤਾਂ ਅਸੀਂ ਹੁਣ ਦੇਖਿਆ ਕਿ ਜਿਹੜੀ 38th ਐਨੀਵਰਸਰੀ ਦੇ ਮੌਕੇ ਉਹਦੇ ਚ ਆਇਆ ਜੀ ਕਿਵੇਂ 20 ਕੰਪਨੀਆਂ ਭਗਵੰਤ ਮਾਨ ਲੈ ਕੇ ਆਇਆ ਤੇ 20 ਐਂਟਰੀ ਪੁਆਇੰਟ ਅੰਮ੍ਰਿਤਸਰ ਦੇ ਜਿਹੜੇ ਨੇ ਉਹ ਉਹਨਾਂ ਨੇ ਬਲੌਕ ਕੀਤੇ ਨੇ। ਸੋ ਇਹ ਅੰਦਾਜ਼ਾ ਲਾਓ ਕਿ ਇਸੇ ਤਰ੍ਹਾਂ ਇਹ ਤਾਂ ਸਾਹਮਣੇ ਆ ਗਿਆ ਕਿਉਂਕਿ ਖਬਰਾਂ 'ਚ ਆਇਆ ਕਿ ਬਈ 20 ਐਂਟਰੀ ਪੁਆਇੰਟ ਤੋਂ ਉਦੋਂ ਕਿਸ ਲੈਵਲ ਦੇ ਉੱਤੇ ਫੌਜ ਦੀ ਡਿਪਲੋਇਮੈਂਟ ਔਰ ਜਿਹਨੂੰ ਮੋਨੀਟਰ ਕਰਨ ਦੇ ਲਈ 에ਅਰ ਫੋਰਸ ਹੈ ਉਹਨਾਂ ਦੇ ਜਹਾਜ਼ ਫਜ਼ਾ ਦੇ ਵਿੱਚ ਉੱਡ ਰਹੇ ਨੇ ਔਰ ਨਾਲ ਦੀ ਨਾਲ ਕਿਵੇਂ ਉਹਨਾਂ ਦਾ ਸਾਰਾ ਉਹਨਾਂ ਨੇ ਟੇਕ ਓਵਰ ਕਰ ਲਿਆ। ਔਰ ਇਹ BD ਪਾਂਡੇ ਨੇ ਇਹ ਸਾਰਾ ਪਾਰਟ ਨੂੰ ਕਿਹਾ ਵੀ ਕਿਵੇਂ ਈਵਨ ਪੰਜਾਬ ਪੁਲਿਸ, ਕਿਉਂਕਿ ਉਸ ਦੇ ਵਿੱਚ ਸਿੱਖਾਂ ਦੀ ਗਿਣਤੀ ਜ਼ਿਆਦਾ ਸੀ, ਉਹਨੂੰ ਕਿਵੇਂ ਬਿਲਕੁਲ ਡਿਸਟਰਸ ਕੀਤਾ ਗਿਆ, ਕਿਵੇਂ ਉਸ ਨੂੰ ਪਾਸੇ ਕਰਕੇ CRPF ਔਰ ਫੌਜ, ਫਿਰ ਉਹਨੇ CRPF ਔਰ ਦੂਸਰੇ ਦੇ ਵੀ ਬਿਹੇਵ ਦੀ ਗੱਲ ਕੀਤੀ ਹੈ ਕਿ ਉਹ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਹਿੰਦੂ ਆਫੀਸਰ ਸੀ ਉਹਨਾਂ ਦੇ ਨਾਲ ਤਾਂ ਉਹ ਕਮਿਊਨੀਕੇਟ ਕਰਦੇ ਸੀ ਜਾਂ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਉਹ ਪਾਸ ਔਨ ਕਰਦੇ ਸੀ। ਈਵਨ ਸਿਵਲ ਦੇ ਵਿੱਚ ਜਾਂ ਪੁਲਿਸ ਵਿਚਲੇ ਜਿਹੜੇ ਸਿੱਖ ਨੇ ਉਹਨਾਂ ਨਾਲੋਂ ਟੋਟਲ ਕੱਟ ਆਫ ਸੀ। ਸੋ ਇਹ ਸਾਰਾ ਸਿਨੈਰੀਓ ਆਪਣੇ ਆਪ ਦੇ ਵਿੱਚ ਔਰ ਫਿਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ 3 ਜੂਨ ਦਾ ਦਿਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਦਾ ਚੁਣਿਆ ਜਾਣਾ ਔਰ ਇਹ ਕਿਵੇਂ ਡੇ ਬਾਈ ਡੇ 3 ਜੂਨ ਨੂੰ ਕੀ ਹੁੰਦਾ ਹੈ, 4 ਨੂੰ ਕੀ ਹੁੰਦਾ ਹੈ, ਕਿਉਂਕਿ ਅੱਜ ਉਹ ਦਿਨ ਹੈ। ਬੇਸ਼ੱਕ ਆਲਰੇਡੀ ਸ਼੍ਰੀ ਅਕਾਲ ਤਖਤ ਸਾਹਿਬ 'ਚ 6 ਜੂਨ ਜਿਹੜਾ ਕਿ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਸ਼ਹੀਦੀ ਦਿਨ ਐਲਾਨਿਆ ਗਿਆ ਕਿਉਂਕਿ 5 ਜੂਨ ਦੀ ਰਾਤ ਨੂੰ ਮਿਡ ਆਫ ਦਾ ਨਾਈਟ
ਜਿਹੜੇ ਵਿਜੰਤਾ ਟੈਂਕ ਔਰ ਪਰਸਨਲ ਆਰਮਡ ਕੈਰੀਅਰ ਇਹ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਜਿਹੜੇ ਨੇ ਉਹ ਦਾਖਲ ਕੀਤੇ ਗਏ ਔਰ ਫਿਰ ਅਗਲੀ ਸਾਰੀ ਰਾਤ ਜਿਹੜੀ ਜੰਗ ਜਿਹਨੂੰ ਬੈਟਲ ਆਫ ਅੰਮ੍ਰਿਤਸਰ ਮਾਰਕ ਟਲੀ ਔਰ ਸਤੀਸ਼ ਜੈਕਬ ਜਿਹੜੇ BBC ਦੇ ਮਾਰਕ ਟਲੀ ਦਾ ਬਿਊਰੋ ਚੀਫ ਸੀ BBC ਦਾ, ਉਹਨਾਂ ਨੇ ਕਿਹਾ। ਸੋ ਫਿਰ ਇਹ ਇੱਕ ਪਾਸੇ ਟੈਂਕਾਂ ਤੋਪਾਂ ਦੇ ਨਾਲ ਲੈਸ ਭਾਰਤ ਦੀ ਫੌਜ, ਜ਼ਹਿਰੀਲੀ ਗੈਸ, ਔਰ ਦੂਸਰੇ ਪਾਸੇ ਅਕਾਲ ਤਖਤ ਦੇ ਸਾਹਮਣੇ ਆ ਕੇ ਕਿਵੇਂ ਫੌਜ ਦੇ ਨਾਲ ਕੀ ਵਾਪਰਦਾ ਹੈ ਔਰ ਕਿਵੇਂ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸੰਗਤ ਦੇ ਵਿੱਚ ਹਮੇਸ਼ਾ ਆਪਣਾ ਐਡਰੈਸ ਸ਼ੁਰੂ ਕਰਨ ਤੋਂ ਪਹਿਲਾਂ ਕਈ ਵਾਰ ਐਡਰੈਸ ਦੇ ਅਖੀਰ 'ਚ ਇਹ ਧਾਰਨਾ ਗਵਾਉਂਦੇ ਸੀ ਕਿ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਉਹ ਪਰਖ ਦੀ ਘੜੀ ਆ ਪਹੁੰਚੀ ਸੀ। ਜਨਰਲ ਸੁਬੇਗ ਸਿੰਘ ਜਿਹੜੇ ਕਿ ਉਸ ਤੋਂ ਪਹਿਲੀ ਰਾਤ ਸ਼ਹੀਦ ਹੋ ਚੁੱਕੇ ਸਨ, ਉਹਨਾਂ ਦੇ ਉੱਤੇ ਮਸ਼ੀਨ ਗਨ ਦੇ ਫਾਇਰ ਲੱਗੇ ਔਰ ਇਹ ਵੀ ਜਿਹੜਾ ਇਹ BBC ਦੀ ਇੱਕ ਰਿਪੋਰਟ ਰਿਹਾਨ ਫਜ਼ਲ ਉਹਨਾਂ ਦੀ ਮੈਂ ਕੱਲ ਪੜ੍ਹ ਰਿਹਾ ਸੀ ਔਰ ਮੈਂ ਕਿਸੇ ਦਿਨ ਜਨਰਲ ਸੁਬੇਗ ਸਿੰਘ ਉਹਨਾਂ ਦਾ ਟੋਟਲ ਕੈਰੀਅਰ ਕਿਵੇਂ ਉਹਨਾਂ ਨੇ ਕਿਸ ਲੈਵਲ ਤੱਕ ਫੌਜ 'ਚ ਮੁਕਾਮ ਹਾਸਲ ਕੀਤਾ ਤੇ ਕਿਵੇਂ ਉਹਨਾਂ ਨੂੰ ਡਿਸਗ੍ਰੇਸ ਕੀਤਾ ਗਿਆ ਔਰ ਕਿਵੇਂ ਉਹਨਾਂ ਨੇ ਵਿਉਂਤਬੰਦੀ ਕੀਤੀ, ਕੁਛ ਦਰਜਨ ਜਿਹੜੇ ਸਿੰਘਾਂ ਨੂੰ ਕਿਵੇਂ ਉਹਨਾਂ ਨੇ ਤਿਆਰ ਕੀਤਾ ਕਿ ਜਿਸ ਨੇ 72 ਘੰਟੇ ਭਾਰਤੀ ਫੌਜ ਦੇ ਛੱਕੇ ਛੁਡਾਏ। ਸੋ ਇਸ BBC ਦੀ ਰਿਪੋਰਟਿੰਗ 'ਚ ਇਹ ਹੈ ਕਿ ਈਵਨ ਜਦੋਂ ਉਹਨਾਂ ਦੀ ਜਿਹੜੇ ਹੈ ਉਹ ਸ਼ਹੀਦ ਹੁੰਦੇ ਨੇ ਜਨਰਲ ਸੁਬੇਗ ਸਿੰਘ, ਉਹਨਾਂ ਦੇ ਹੱਥ ਦੇ ਵਿੱਚ ਕਾਰਬਾਈਨ ਸੀ ਔਰ ਇੱਕ ਵਾਕੀ ਟਾਕੀ ਸੈੱਟ ਉਹਨਾਂ ਦੇ ਕੋਲ ਪਿਆ ਸੀ ਔਰ ਇਹ ਇਸ ਗੱਲ ਦੀ ਟੈਸਟੀਮਨੀ ਹੈ ਕਿ ਭਾਈ ਜਦੋਂ ਸਖਤ ਜ਼ਖਮੀ ਹਾਲਤ ਦੇ ਵਿੱਚ ਜਦੋਂ ਕਿ ਅਖੀਰਲੇ ਸਾਹਾਂ ਤੇ ਸੀ ਤੇ ਸੰਤ ਭਿੰਡਰਾਂਵਾਲਿਆਂ ਦੇ ਕੋਲ ਉਹਨਾਂ ਨੂੰ ਲਿਆਂਦਾ ਗਿਆ, ਉਹਨਾਂ ਦਾ ਸਿਰ ਉਹਨਾਂ ਦੀ ਗੋਦ 'ਚ ਟਿਕਿਆ ਹੋਇਆ ਸੀ ਔਰ ਉਹਨਾਂ ਦੀ ਅੰਤਮ ਅਰਦਾਸ ਜਿਹੜੀ ਹੈ ਉਹ ਸੰਤ ਭਿੰਡਰਾਂਵਾਲਿਆਂ ਨੇ ਕੀਤੀ ਔਰ ਫਿਰ ਉਹ ਜੰਗ ਜਾਰੀ ਰਹੀ। ਸੋ ਉਹਨਾਂ ਦੀ ਸ਼ਹਾਦਤ ਇੱਕ ਦਿਨ ਪਹਿਲਾਂ ਹੁੰਦੀ ਹੈ ਔਰ ਭਾਈ ਅਮਰੀਕ ਸਿੰਘ ਔਰ ਸੰਤ ਭਿੰਡਰਾਂਵਾਲੇ ਜਦੋਂ ਅੰਦਰ ਟੈਂਕ ਦਾਖਲ ਹੁੰਦੇ ਨੇ, ਇੱਕ ਲੰਬਾ ਵਕਤ ਤਾਂ ਸਾਹਮਣੇ ਜਿਹੜਾ ਅਕਾਲ ਤਖਤ ਔਰ ਦਰਬਾਰ ਸਾਹਿਬ ਦੇ ਵਿਚਾਲੇ ਥਾਂ ਹੈ ਜਿਸ ਨੂੰ ਫਿਰ ਉਹਨਾਂ ਦੇ ਈਵਨ ਆਪਣੇ ਜਿਹੜੇ ਰਾਈਟ ਅਪ ਨੇ ਇਨਕਲੂਡਿੰਗ ਜਨਰਲ ਬਰਾੜ ਜਿਹਨੇ ਸੋ ਕਾਲਡ ਟਰੂ ਸਟੋਰੀ ਆਪਰੇਸ਼ਨ ਬਲੂ ਸਟਾਰ ਲਿਖਿਆ, ਉਹਨੇ ਕਿਹਾ ਵੀ ਇਹ ਇੱਕ ਕਿਲਿੰਗ ਗਰਾਊਂਡ ਬਣ ਗਈ ਸਾਡੀ ਫੌਜੀਆਂ ਦੇ ਲਈ ਕਿਉਂਕਿ ਉਹਨਾਂ ਨੇ ਜਨਰਲ ਸੁਬੇਗ ਸਿੰਘ ਨੇ ਜਿਸ ਅੰਦਾਜ਼ ਦੇ ਵਿੱਚ ਲਾਈਟ ਮਸ਼ੀਨ ਗਨਸ ਔਰ ਦੂਸਰੀਆਂ ਇੰਸਟਾਲ ਕੀਤੀਆਂ ਹੋਈਆਂ ਸੀ ਜ਼ਮੀਨ ਤੋਂ 1 ਇੰਚ ਉੱਪਰ, ਜਿਹੜੀ ਮੋਰਚਾਬੰਦੀ ਤਾਂ ਹੈ ਹੀ ਸੀ ਲੇਕਿਨ ਗੋਲੀਆਂ ਇਵੇਂ ਸਾਵਣ ਭਾਦੋ ਦੇ ਫਰਾਟਿਆਂ ਵਾਂਗ ਮੀਂਹ ਵਾਂਗ ਚਾਰ ਚਫੇਰੇ ਵੱਧ ਰਹੀਆਂ ਸੀ ਕਿ ਕੋਈ ਤਰੀਕਾ ਨਹੀਂ ਸੀ ਕਿ ਫੌਜ ਅੱਗੇ ਵੀ ਵੱਧ ਸਕਦੀ ਔਰ ਉਹਨੇ ਕਿਹਾ ਵੀ ਉਹ ਲਾਸ਼ਾਂ ਦੇ ਢੇਰ ਜਿਹੜੇ ਨੇ ਉੱਥੇ ਨਜ਼ਰ ਆਏ। ਹੁਣ ਉਸ ਸਾਰੇ ਦੇ ਚੱਲਦਿਆਂ ਫਾਈਨਲੀ ਇਧਰ ਟੈਂਕਾਂ 'ਚੋਂ ਵੀ ਗੋਲੇ ਨਿਕਲ ਰਹੇ ਨੇ, ਉਹਨਾਂ ਦੀ ਆਪਣੀ ਤੋਪ ਹੈ, ਦੂਸਰੀਆਂ ਆਰਟਿਲਰੀ ਵੀ ਹੈ ਜਿਹੜੀ ਇਸਤੇਮਾਲ ਹੋ ਰਹੀ ਹੈ ਔਰ ਨਤੀਜੇ ਦੇ ਤੌਰ ਤੇ ਅਕਾਲ ਤਖਤ ਸਾਹਿਬ 'ਚ ਮਘੌਰੇ ਪੈ ਜਾਂਦੇ ਨੇ, ਉਸ ਦਾ ਜਿਹੜਾ ਕੁਝ ਹਿੱਸਾ ਡਿੱਗਣਾ ਸ਼ੁਰੂ ਹੋ ਜਾਂਦਾ ਹੈ ਔਰ ਇਸ ਸਾਰੇ ਦੇ ਚੱਲਦਿਆਂ ਫਿਰ ਸੰਤ ਭਿੰਡਰਾਂਵਾਲੇ ਭਾਈ ਅਮਰੀਕ ਸਿੰਘ ਆਪਣੇ ਸਾਥੀ ਸਿੰਘਾਂ ਦੇ ਨਾਲ ਫਾਈਨਲ ਕਾਲ ਹੈ ਕਿ ਜਿਹਦੇ 'ਚ ਸੰਤ ਉਹਨਾਂ ਨੂੰ ਐਡਰੈਸ ਕਰਦੇ ਨੇ ਕਿ ਭਾਈ ਤੁਸੀਂ ਆਪਣਾ ਫਰਜ਼ ਨਿਭਾਇਆ, ਹੁਣ ਜੋ ਜਾਣਾ ਚਾਹੁੰਦਾ ਜਾਏ ਕਿਉਂਕਿ ਅਕਾਲ ਤਖਤ ਸਾਹਿਬ ਦੇ ਪਿੱਛੋਂ ਵੀ ਔਰ ਦੂਸਰੇ ਵੀ ਨਿਕਲਣ ਦੇ ਰਸਤੇ ਸਨ ਔਰ ਕੁਛ ਨਿਕਲੇ ਵੀ ਜਿਨ੍ਹਾਂ ਨੇ ਅਰਦਾਸ ਕਰਕੇ ਕਿ ਅਸੀਂ ਇਸ ਸਟਰਗਲ ਨੂੰ ਅੱਗੇ ਤੋਰਨਾ ਔਰ ਸੰਤਾਂ ਨੇ ਕਿਹਾ ਕਿ ਆਓ ਭਾਈ ਜਿਨ੍ਹਾਂ ਨੇ ਹੁਣ ਸ਼ਹੀਦੀ ਜਾਮ ਪੀਣੇ ਨੇ ਹੁਣ ਆਓ ਉਹ ਵਕਤ ਆ ਗਿਆ ਔਰ ਜਿਹਦੇ 'ਚ ਭਾਈ ਅਮਰੀਕ ਸਿੰਘ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਔਰ ਜਿਹੜੇ ਉਹਨਾਂ ਦੇ ਕੁਝ ਸਾਥੀ ਉਦੋਂ ਤੱਕ ਸਰਵਾਈਵ ਕਰ ਗਏ ਸੀ ਉਹ ਅਕਾਲ ਤਖਤ ਤੋਂ ਉਹਨਾਂ ਪੌੜੀਆਂ ਰਾਹੀਂ ਥੱਲੇ ਉਤਰ ਕੇ ਜਿੱਥੇ ਅੱਜ ਉਹਨਾਂ ਦੀ ਯਾਦਗਾਰ ਬਣੀ ਹੋਈ ਹੈ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਔਰ ਜੂਨ 84 ਦੇ ਸ਼ਹੀਦ ਸਿੰਘਾਂ ਦੀ ਗੁਰਦੁਆਰਾ ਸਾਹਿਬ ਹੈ ਔਰ ਇਹ ਐਗਜ਼ੈਕਟ ਝੰਡੇ ਬੁੰਗੇ ਜਿੱਥੇ ਮੀਰੀ ਪੀਰੀ ਦੇ 2 ਨਿਸ਼ਾਨ ਸਾਹਿਬ ਲਹਿਰਾਉਂਦੇ ਨੇ ਔਰ ਉਹ ਸ਼ਬਦ ਪੜ੍ਹਦੇ ਔਰ ਫਾਇਰ ਕਰਦੇ ਅੰਦਰੋਂ ਨਿਕਲ ਰਹੇ ਨੇ ਔਰ ਇਹੀ ਕਿ ਭਾਈ ਅਸੀਂ ਹੁਣ हे ਸਤਿਗੁਰੂ ਸਾਡੇ ਇਸ ਸਰੀਰਾਂ ਦੇ ਨਜ਼ਰਾਨੇ ਕਬੂਲ ਕਰੋ ਤੇ ਜਿਹੜੀ ਉਹ ਧਾਰਨਾ ਕਿ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਇਸ ਝੰਡੇ ਬੁੰਗੇ ਦੇ ਮੁਕਾਮ ਦੇ ਉਸ ਸਿਲ ਦੇ ਉੱਤੇ ਜਿੱਥੇ ਉਹਨਾਂ ਦਾ ਪਵਿੱਤਰ ਸਰੀਰ ਫਿਰ ਸ਼ਹਾਦਤ ਪਾਉਂਦਾ ਹੈ। ਕਿੰਨੀਆਂ ਗੋਲੀਆਂ ਲੱਗੀਆਂ ਕੀ ਪੋਸਟਮਾਰਟਮ ਰਿਪੋਰਟਸ ਦੇ ਉੱਤੇ ਇਤਬਾਰ ਤਾਂ ਨਹੀਂ ਕੀਤਾ ਜਾ ਸਕਦਾ
ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਇਸ ਬਾਰੇ ਹੁਣ ਕੋਈ ਦੋਰਾਵਾਂ ਨਹੀਂ ਨੇ ਕਿ ਉਹਨਾਂ ਦੀ ਸ਼ਹਾਦਤ ਉਸ ਮੁਕਾਮ ਦੇ ਉੱਤੇ ਹੋਈ ਔਰ ਇਹ 6 ਜੂਨ ਦੀ ਸਵੇਰ ਨੂੰ ਭਾਈ ਅਮਰੀਕ ਸਿੰਘ ਵੀ ਉੱਥੇ ਹੀ ਸ਼ਹਾਦਤ ਪਾਉਂਦੇ ਨੇ। ਸੋ ਇਹ ਦਿਨ ਆਲਰੇਡੀ ਜਦੋਂ ਇਹ ਸ਼ਹੀਦੀ ਦਿਨ ਘੱਲੂਘਾਰਾ ਹਫ਼ਤਾ ਸਾਡਾ 1 ਜੂਨ ਤੋਂ ਸ਼ੁਰੂ ਹੋ ਜਾਂਦਾ ਹੈ। 3 ਜੂਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ ਜਿਸ ਦਿਨ ਇਹ ਪੂਰਾ ਫੁੱਲ ਸਕੇਲ ਹਮਲਾ ਹੁੰਦਾ ਹੈ ਔਰ ਇਹ ਜਿਹੜਾ ਮੁਕਾਮ ਹੈ ਜਿਹੜਾ ਸ਼ਹਾਦਤ ਦਾ ਸੰਤ ਭਿੰਡਰਾਂਵਾਲੇ ਔਰ ਉਹਨਾਂ ਦੇ ਸਾਥੀਆਂ ਨੂੰ ਮਿਲਦਾ ਹੈ ਇਹ 6 ਜੂਨ ਦਾ ਦਿਨ ਇਸ ਦੇ ਨਾਲ ਜੁੜਿਆ ਹੋਇਆ ਹੈ। ਸੋ ਦੁਨੀਆ ਭਰ ਦੇ ਵਿੱਚ ਇਸ ਵਾਰ ਜਦੋਂ ਇਸ 38ਵੀਂ ਦੁਖਦ ਘੱਲੂਘਾਰਾ ਯਾਦ ਨੂੰ ਮਨਾਇਆ ਗਿਆ ਔਰ ਜਿਵੇਂ ਤੁਸੀਂ ਮੈਸੇਜ ਦੇ ਵਿੱਚ ਕਿਹਾ ਕਿ ਵੀ ਇਹ ਦੁਨੀਆ ਭਰ ਦੇ ਵਿੱਚ ਇਸ ਵਾਰ 38ਵੀਂ ਜਿਹੜੀ ਯਾਦ ਹੈ ਘੱਲੂਘਾਰੇ ਦੀ ਇਹ ਖਾਲਿਸਤਾਨ ਦੀ ਬੁਲੰਦੀ ਇੱਕ ਅਗਲਾ ਮੀਲ ਪੱਥਰ ਇੱਕ ਪੇਸ਼ਕਦਮੀ ਸਾਬਤ ਹੋਈ ਹੈ। ਇੰਨੀ ਐਕਟੀਵਿਟੀ ਇਸ ਵਾਰ ਦੇਖਣ ਚ ਆਈ ਕਿ ਪਿਛਲੇ ਸਾਰੇ ਇਹਨਾਂ ਦਿਨਾਂ ਦੇ ਵਿੱਚ ਹੋਰ ਕੋਈ ਖਬਰ ਸਿੱਖ ਜਗਤ ਸੋਸ਼ਲ ਮੀਡੀਆ ਜਾਂ ਈਵਨ ਮੈਨੂੰ ਹੈਰਾਨੀ ਹੈ ਕਿ ਈਵਨ ਟ੍ਰਿਬਿਊਨ ਵਰਗੇ ਅਖਬਾਰ ਜਿਹੜੇ 2-4 ਕਾਲਮ ਦੇ ਵਿੱਚ ਇੱਕ ਅੱਧੇ ਕਾਲਮ ਦੇ ਵਿੱਚ ਡਿਸਮਿਸ ਕਰ ਦਿੰਦਾ ਇਸ ਐਕਟੀਵਿਟੀ ਨੂੰ ਅੱਜ ਤੱਕ ਵੀ ਚਰਚਾ ਉਸ ਦੀ ਹੋ ਰਹੀ ਹੈ। ਔਰ ਜਿਵੇਂ ਅਸੀਂ ਦੱਸਿਆ ਸੀ ਥਰਸਡੇ ਨੂੰ ਕਿ ਭਾਈ ਅਸੀਂ ਜਿਹੜਾ ਫਲਾਈ ਕਰ ਰਹੇ ਹਾਂ ਕੈਲੀਫੋਰਨੀਆ ਕਿ 4 ਜੂਨ ਦਾ ਫਰੀडम ਮਾਰਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨਾਲ ਸੰਬੰਧਿਤ ਵੀ ਘੱਲੂਘਾਰੇ ਨਾਲ ਵੀ ਸੈਨ ਫਰਾਂਸਿਸਕੋ 'ਚ ਹੋਏਗਾ। ਪਰ ਮੈਂ ਉਸ ਤੋਂ ਪਹਿਲਾਂ ਦੱਸਦੇ ਹਾਂ ਕਿ ਬਹੁਤ ਸਾਰੀ ਐਕਟੀਵਿਟੀ ਮੇਰੇ ਕੋਲ ਗਲੋਬਲ ਰਿਪੋਰਟਿੰਗ ਤਾਂ ਨਹੀਂ ਹੈ ਟਰੈਵਲ 'ਚ ਉੱਥੇ ਵੀ ਬਿਜ਼ੀ ਰਹੇ ਲੇਕਿਨ ਲੰਡਨ ਫਰੈਂਕਫਰਟ ਔਰ ਬਾਕੀ ਸਾਰੇ ਯੂਰਪ 'ਚ ਤਾਂ ਵੱਡੇ ਵੱਡੇ ਪ੍ਰੋਟੈਸਟ ਜਿਵੇਂ ਹੁੰਦੇ ਨੇ ਉਹ ਹੋਏ ਵੀ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਵੀ ਅਮਰੀਕਾ ਦੇ ਹਵਾਲੇ ਨਾਲ ਜਿਵੇਂ ਸਾਨੂੰ ਭਾਈ ਗੁਰਦੇਵ ਸਿੰਘ ਹੋਰਾਂ ਨੇ ਵੀਰ ਮੱਖਣ ਸਿੰਘ ਸਾਡੇ ਸ਼ਿਕਾਗੋ ਤੋਂ ਨੇ ਉਹਨਾਂ ਦਾ ਅਸੀਂ ਅਨਾਉਂਸਮੈਂਟ ਵੀ ਕੀਤੀ ਸੀ ਕਿ 3 ਜੂਨ ਨੂੰ ਕਿਉਂਕਿ ਵਰਕਿੰਗ ਡੇ ਤੇ ਉਹਨਾਂ ਨੇ ਪ੍ਰੈਫਰ ਕੀਤਾ ਫਰਾਈਡੇ ਸ਼ਿਕਾਗੋ ਇੰਡੀਅਨ ਕੌਂਸੂਲੇਟ ਦੇ ਬਾਹਰ ਇੱਕ ਜ਼ੋਰਦਾਰ ਪ੍ਰੋਟੈਸਟ ਹੋਇਆ ਔਰ ਖਾਲਿਸਤਾਨ ਜ਼ਿੰਦਾਬਾਦ ਗੂੰਜਿਆ। 4 ਦੇ ਜਿਹੜਾ ਫਰੀडम ਮਾਰਚ ਹੈ ਇਸ ਦਾ ਵੇਰਵਾ ਮੈਂ ਫਿਰ ਥੋੜੀ ਡਿਟੇਲ ਦੇ ਵਿੱਚ ਗੱਲ ਕਰਾਂਗਾ ਔਰ ਇਸੇ ਤਰ੍ਹਾਂ 5 ਤਰੀਕ ਨੂੰ ਸਾਡੇ ਵੀਰ ਵਾਸ਼ਿੰਗਟਨ ਡੀਸੀ ਤੋਂ ਵੀਰ ਬਲਵਿੰਦਰ ਸਿੰਘ ਚੱਠਾ ਭਾਈ ਨਰਿੰਦਰ ਸਿੰਘ ਸਰ ਉਦਮ ਸਿੰਘ ਗੁਰਦੁਆਰਾ ਸਿੰਘ ਸਭਾ ਔਰ ਬਾਕੀ ਸਾਥੀ ਸਹਿਯੋਗੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜ਼ੋਰਦਾਰ ਪ੍ਰੋਟੈਸਟ ਰਾਜੀ ਚੱਠਾ ਸਾਹਿਬ ਦੱਸ ਰਹੇ ਸੀ ਕਿ ਐਗਜ਼ੀਬਿਸ਼ਨ ਵੀ ਸੀ ਜਿਸ ਨੂੰ ਬਹੁਤ ਸਾਰੇ ਲੋਕਾਂ ਨੇ ਦੇਖਿਆ ਔਰ ਦਰਸ਼ਕ ਜਿਉਂ ਮੈਂ ਗੱਲ ਕਰ ਰਹੇ ਹਾਂ ਪਿਕਚਰਸ ਵੀ ਦੇਖ ਰਹੇ ਨੇ ਔਰ ਇਹ ਆਪਣੇ ਆਪ ਦੇ ਵਿੱਚ ਕਿਉਂਕਿ ਡੀਸੀ ਕੈਪੀਟਲ ਹੈ ਇਸ ਮੁਲਕ ਦੀ ਅਮਰੀਕਾ ਸੁਪਰ ਪਾਵਰ ਹੈ ਔਰ ਜਿਹੜੀ ਐਕਟੀਵਿਟੀ ਉੱਥੇ ਹੁੰਦੀ ਹੈ ਉਸ ਦਾ ਜ਼ਬਰਦਸਤ ਇੰਪੈਕਟ ਹੁੰਦਾ ਹੈ ਔਰ ਸ਼ਾਰਟ ਨੋਟਿਸ ਦੇ ਉੱਤੇ ਅੱਜ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਭਾਈ ਹਿੰਮਤ ਸਿੰਘ ਵਰਲਡ ਸਿੱਖ ਪਾਰਲੀਮੈਂਟ ਗੁਰਦੁਆਰਾ ਸਾਹਿਬਾਨ ਵੱਲੋਂ ਯੂਨਾਈਟਿਡ ਨੇਸ਼ਨਸ ਦੇ ਬਾਹਰ ਵੀ ਇੱਕ ਜ਼ੋਰਦਾਰ ਪ੍ਰੋਟੈਸਟ ਜਿਹੜਾ ਸ਼ਾਰਟ ਨੋਟਿਸ ਤੇ ਸੀ ਰਿਪਰੈਜ਼ੈਂਟੇਟਿਵ ਗੈਦਰਿੰਗ ਸੀ ਸੋ ਉਹ ਵੀ ਦੁਪਹਿਰ 12 ਤੋਂ 2 ਵਜੇ ਤੱਕ ਹੋਇਆ ਔਰ ਮੈਂ ਆਪਣੀ ਟੈਕਨੀਕਲ ਟੀਮ ਦਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਸ਼ਾਰਟ ਨੋਟਿਸ ਤੇ ਅਸੀਂ ਜਦੋਂ ਸੈਨ ਫਰਾਂਸਿਸਕੋ ਤੋਂ ਫਲਾਈ ਕਰਨ ਵਾਲੇ ਸੀ ਉਦੋਂ ਹੀ ਅਸੀਂ ਕਾਲ ਕੀਤਾ ਔਰ ਉਸ ਨੂੰ ਉਹਨਾਂ ਨੇ ਕਵਰ ਵੀ ਕੀਤਾ। ਉਹ ਪ੍ਰੋਗਰਾਮ ਵੀ ਫੁੱਲੀ 40-45 ਮਿੰਟ ਦਾ ਹੋਏਗਾ ਲੇਕਿਨ ਪਿਕਚਰਸ ਦਰਸ਼ਕ ਦੇਖ ਸਕਦੇ ਨੇ ਔਰ ਇਸੇ ਤਰ੍ਹਾਂ ਪਿੱਛੇ ਦੇ ਹਵਾਲੇ ਨਾਲ 5 ਜੂਨ ਨੂੰ ਆਜ਼ਾਦੀ ਮਾਰਚ ਜਿਹੜਾ ਗੁਰਦੁਆਰਾ ਸਾਰਾਗੜੀ ਤੋਂ ਸ਼ੁਰੂ ਹੋ ਕੇ ਅਕਾਲ ਤਖਤ ਸਾਹਿਬ ਤੱਕ ਆਇਆ ਦਲ ਖਾਲਸਾ ਵੱਲੋਂ ਵਾਰਿਸ ਪੰਜਾਬ ਦੇ ਬਾਕੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਰੀਆਂ ਪੰਥਕ ਧਿਰਾਂ ਨੇ ਕੀਤਾ। ਬਹੁਤ ਵੱਡੀ ਗਿਣਤੀ ਸਿੱਖ ਨੌਜਵਾਨ ਸ਼ਾਮਲ ਹੋਏ ਔਰ ਮੈਂ ਆਪਣੀ ਟੀਵੀ 84 ਦੀ ਪੰਜਾਬ ਟੀਮ ਜਿਨ੍ਹਾਂ ਨੇ ਉਸ ਨੂੰ ਲਾਈਵ ਕਵਰ ਕੀਤਾ ਉੱਥੋਂ ਔਰ ਉਹ ਜੋਸ਼ ਦੇਖਦਿਆਂ ਹੀ ਬਣਦਾ ਹੈ ਔਰ ਇਹ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਹੈ ਜਿਹੜੇ ਕਹਿੰਦੇ ਨੇ ਕਿ ਜੀ ਇੱਥੇ ਬੈਠੇ ਲੋਕ ਗੱਲਾਂ ਕਰਦੇ ਨੇ ਖਾਲਿਸਤਾਨ ਦੀਆਂ ਉੱਥੇ ਕੋਈ ਕਹਿ ਕੇ ਦਿਖਾਓ। ਸੋ ਇਹ ਸਾਰੇ ਦੁਨੀਆ ਭਰ ਦੇ ਵਿੱਚ ਤਾਂ ਸੀ 5 ਜੂਨ ਦਾ ਮਾਰਚ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਔਰ ਫਿਰ 6 ਜੂਨ ਨੂੰ ਜਿਸ ਲੈਵਲ ਦਾ ਇਕੱਠ ਇਸ ਵਾਰ ਹੋਇਆ ਹਜ਼ਾਰਾਂ ਦੀ ਗਿਣਤੀ ਔਰ ਘੰਟਿਆਂ ਵਧੀ ਖਾਲਿਸਤਾਨ ਜ਼ਿੰਦਾਬਾਦ ਫਿਜ਼ਾ ਦੇ ਵਿੱਚ ਗੂੰਜਿਆ। ਅੰਮ੍ਰਿਤਸਰ ਬੰਦ ਵੀ ਸੀ ਔਰ ਇਹ 2 ਐਕਟੀਵਿਟੀਜ਼ ਜਿਹੜੀਆਂ ਜ਼ਾਹਰ ਹੈ ਕਿ ਸੈਨ ਫਰਾਂਸਿਸਕੋ ਮਾਰਚ ਫਰੀडम ਮਾਰਚ ਜਿਸ ਨੂੰ ਸਾਡੀ ਟੈਕਨੀਕਲ ਟੀਮ ਨੇ ਉੱਥੇ ਪਹੁੰਚ ਕੇ ਮੌਕੇ ਤੇ ਔਰ ਇੱਥੇ ਵੀ ਸਟੂਡੀਓ 'ਚ ਅਸੀਂ ਲਾਈਵ ਰੂਬਰੂ ਕੀਤਾ ਉਸ ਬਾਰੇ ਮੈਂ ਬਹੁਤਾ ਜ਼ਿਕਰ ਨਹੀਂ ਕਰਾਂਗਾ ਔਰ ਮੈਨੂੰ ਫਖਰ ਹਾਸਲ ਹੈ ਕਿ ਇਸ ਮੌਕੇ ਤੇ ਜਿਹੜੇ ਕੀ ਸਪੀਕਰ
ਰੈਲੀ ਨੂੰ ਐਡਰੈਸ ਕਰਨ ਲਈ ਉਹਨਾਂ ਨੇ ਸੱਦੇ ਸੀ। ਮੈਨੂੰ ਵੀ ਉਸ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ। ਡਾਕਟਰ ਇਕਬਾਲ ਕਰਾਮਤ ਚੀਮਾ UK ਤੋਂ ਔਰ ਪੰਜਾਬ ਤੋਂ ਸਰਦਾਰ ਅਜਮੇਰ ਸਿੰਘ, ਜਿਨ੍ਹਾਂ ਨੇ ਮੌਜੂਦਾ ਸੰਘਰਸ਼ ਦੇ ਉੱਤੇ ਕਿਤਾਬਾਂ ਲਿਖੀਆਂ ਨੇ ਔਰ ਕਾਫੀ ਇੱਕ ਸਿੱਖ ਚਿੰਤਕ ਦੇ ਤੌਰ ਤੇ ਨੇ। ਔਰ ਇਸ ਦੇ ਨਾਲ UK ਤੋਂ ਹੀ ਸਰਦਾਰ ਜਸਵੰਤ ਸਿੰਘ ਖਾਲੜਾ ਸ਼ਹੀਦ, ਉਹਨਾਂ ਦੇ ਭਰਾਤਾ ਅਮਰਜੀਤ ਸਿੰਘ ਖਾਲੜਾ ਵਿਸ਼ੇਸ਼ ਤੌਰ ਤੇ, ਔਰ ਉਹਨਾਂ ਦਾ ਵੀ ਬੋਲਣ ਦਾ ਉਹੀ ਅੰਦਾਜ਼ ਹੈ ਜੋ ਅਸੀਂ ਖਾਲੜਾ ਸਾਹਿਬ ਦਾ ਦੇਖਦੇ ਹਾਂ। ਇਸੇ ਤਰ੍ਹਾਂ ਸ਼ਹੀਦ ਭਾਈ ਅਮਰੀਕ ਸਿੰਘ, ਜਿਨ੍ਹਾਂ ਨੇ ਸੰਤਾਂ ਦੇ ਨਾਲ ਸ਼ਹਾਦਤ ਪਾਈ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਨ। ਉਹਨਾਂ ਦਾ ਬੇਟਾ ਭਾਈ ਤਰਲੋਚਨ ਸਿੰਘ, ਉਹ ਵੀ ਜਿਹੜੇ ਨੇ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਸੀ। ਵੱਡੀ ਗਿਣਤੀ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਔਰ ਜਦੋਂ ਅਸੀਂ ਵੱਡੇ ਸ਼ਹਿਰਾਂ 'ਚ ਕੋਈ ਐਕਟੀਵਿਟੀ ਦੀ ਗੱਲ ਕਰਦੇ ਹਾਂ, ਸੈਨ ਫਰਾਂਸਿਸਕੋ 'ਚ ਲੋਕਲ ਮੀਡੀਆ ਜਾਂ ਲੋਕਲ ਹਰ ਕੋਈ ਆਪੋ ਆਪਣੇ ਕੈਮਰੇ ਕੱਢ ਕੇ ਹਜ਼ਾਰਾਂ ਦੀ ਗਿਣਤੀ 'ਚ ਮਾਰਚ ਕਰ ਰਹੇ, ਸਿੰਘਾਂ ਸਿੰਘਣੀਆਂ ਨੂੰ ਆਪਣੇ ਕੈਮਰਿਆਂ 'ਚ ਬੰਦ ਕਰ ਰਿਹਾ ਸੀ। ਪਰ ਕੁਦਰਤੀ ਉੱਥੇ ਜਿਹੜਾ ਇੱਕ ਬਾਸਕਟਬਾਲ ਦਾ ਪਲੇਅਰ ਬੋਸਟਨ ਸੈਲਫਿਕਸ ਦਾ ਜਿਹੜਾ ਕਿ NBA ਦਾ ਹੈ ਔਰ ਮਿਲੀਅਨਸ ਆਫ ਫਾਲੋਅਰਸ ਨੇ, ਉਹ ਸ਼ਾਇਦ ਕਿਸੇ ਹੋਟਲ 'ਚ ਠਹਿਰਿਆ ਹੋਇਆ ਸੀ ਔਰ ਉਸ ਨੇ ਇੱਕ ਜਿਹੜੀ ਆਪਣੀ ਕਲਿੱਪ ਹੈ ਉਹਨੇ ਵੀ ਉਸ ਨੂੰ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ, ਫੇਸਬੁੱਕ ਤੇ, ਟਵਿੱਟਰ ਤੇ ਪਾਇਆ। ਉਹਦੇ ਅੱਗੋਂ ਮਿਲੀਅਨਸ ਆਫ ਵਿਊਅਰਸ ਸੀ। ਔਰ ਮੈਂ ਅੱਜ ਹੀ ਬੇਟੇ ਨਾਲ ਵੀ ਜਦੋਂ ਉਹਨੂੰ ਪਤਾ ਸੀ ਕਿ ਵੀ ਬਾਸਕਟਬਾਲ ਪਲੇਅਰ ਨੇ, ਸੋ ਜਿਹਨੂੰ ਅਸੀਂ ਸਮਝਦੇ ਹਾਂ ਕਿ ਵੀ ਕਿਸ ਹੱਦ ਤੱਕ ਅਸੀਂ ਗੱਲ ਪਹੁੰਚਾਣੀ ਹੈ। ਸੋ ਇਹ ਆਪਣੇ ਆਪ ਦੇ ਵਿੱਚ ਇਹ ਜਿਹੜੇ ਮੈਸੇਜ ਹੁੰਦਾ ਹੈ ਇਸ ਅੰਦਾਜ਼ ਝੰਡੇ ਖਾਲਿਸਤਾਨ ਦੇ ਨੂੰ ਦਰਸ਼ਕ ਦੇਖ ਸਕਦੇ ਨੇ, ਜਿਨ੍ਹਾਂ ਨੇ ਉਹਨੂੰ ਫੋਲੋ ਕਰਨਾ ਹੈ ਜਾ ਕੇ। ਇਹ ਬੋਸਟਨ ਸੈਲਫਿਕਸ ਦਾ ਹੈ ਔਰ ਇਸ ਦਾ ਪੂਰਾ ਨਾਂ ਜੈਸਨ ਟੈਟਨ ਹੈ। NBA ਦੇ ਲਈ ਇਹ ਖੇਡਦੇ ਨੇ ਇਸ ਟੀਮ ਦੇ, ਬੋਸਟਨ ਟੀਮ ਦੇ ਨਾਲ। ਔਰ ਇਹ ਆਪਣੇ ਆਪ ਦੇ ਵਿੱਚ ਮੈਸੇਜ ਸੀ। ਔਰ ਇੱਕ ਖਾਸ ਪਾਰਟ ਜਿਹੜਾ ਪ੍ਰੋਗਰਾਮ ਅਸੀਂ ਲਾਈਵ ਤਾਂ ਨਹੀਂ ਸੀ ਕੀਤਾ, ਰਿਕਾਰਡਡ ਹੈ, ਲੇਕਿਨ ਉਹ ਸ਼ੇਅਰ ਕਰਾਂਗੇ। ਆਲਰੇਡੀ ਉਸ ਦੇ ਫੋਟੋਗ੍ਰਾਫਸ ਦੁਨੀਆ ਭਰ 'ਚ ਨੇ। ਸਟਾਕਟਨ ਦਾ ਗੁਰਦੁਆਰਾ ਸਾਹਿਬ, ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ, ਜਿਹਦੇ 'ਚ ਪੂਰੇ ਪੰਥ ਪ੍ਰਸਤ ਵੀਰਾਂ ਦੀ ਟੀਮ ਹੈ ਇਸ ਵੇਲੇ, ਉਹਨਾਂ ਨੇ ਸੰਗਤ ਨੂੰ ਪੂਰੇ ਭਰੋਸੇ ਦੇ ਵਿੱਚ ਲੈ ਕੇ ਪੂਰੀ ਖੁੱਲੀ ਮੀਟਿੰਗ ਇਹ ਫੈਸਲਾ ਕੀਤਾ ਹੈ ਕਿ ਜਿੱਥੇ ਅਸੀਂ ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਹਾਂ, ਹਰਮੰਦਰ ਸਾਹਿਬ ਔਰ ਅਕਾਲ ਤਖਤ ਦੇ ਵਿਚਾਲੇ, ਜਿਹੜੇ ਕਿ ਸਾਡੇ ਟੈਂਪੋਰਲ ਔਰ ਸਪਿਰਿਚੁਅਲ ਵਰਲਡ ਦੀ ਟੁਗੈਦਰਨੈਸ ਦੀ ਗੱਲ ਹੈ, ਇਸੇ ਤਰ੍ਹਾਂ ਉਹਨਾਂ ਨੇ ਫੈਸਲਾ ਲਿਆ ਕਿ ਅਸੀਂ ਸਟਾਕਟਨ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਗਦਰੀ ਬਾਬਿਆਂ ਦਾ, ਜਿੱਥੋਂ ਕਦੇ ਗਦਰੀ ਬਾਬਿਆਂ ਨੇ ਜਾ ਕੇ ਗਦਰ ਮਚਾਉਣ ਦਾ ਜਿਹੜਾ ਉਹ ਪ੍ਰਣ ਲੈ ਕੇ, ਜੋ ਉਹਨਾਂ ਦਾ ਉਹ ਜਿਹੜੀ ਆਜ਼ਾਦੀ ਜਾਂ ਜੋ ਵੀ ਅੱਜ ਜਿਹਨੂੰ ਕਿਹਾ ਜਾਂਦਾ ਹੈ, ਉਸ ਦੇ ਉਹ ਫੋਰਫਾਦਰ ਨੇ, ਜਦੋਂ ਬਾਕੀ ਮੁਲਕ ਸੁੱਤਾ ਹੋਇਆ ਸੀ। ਉਹਨਾਂ ਕਿਹਾ ਕਿ ਇਸ ਧਰਤੀ ਤੇ ਅਸੀਂ ਇਹ ਮੈਸੇਜ ਦੇਣਾ ਕਿ ਖਾਲਿਸਤਾਨ ਤੋਂ ਬਿਨਾਂ ਕੋਈ ਸਾਡੇ ਕੋਲ ਹੱਲ ਨਹੀਂ ਬਚਿਆ। ਔਰ ਖਾਲਿਸਤਾਨ ਦਾ ਝੰਡਾ ਉਹਨਾਂ ਨੇ ਜਿਹੜਾ ਉਹ ਝੁਲਾਇਆ ਔਰ ਇਸ ਗੱਲ ਦਾ ਪਰੰਪਰਾ ਦਾ ਧਿਆਨ ਰੱਖਿਆ ਗਿਆ, ਕਿਉਂਕਿ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਗੁਰੂ ਦਾ ਨਿਸ਼ਾਨ ਹੈ, ਸਟੈਂਪ ਹੈ। ਨਿਸ਼ਾਨ ਸਾਹਿਬ ਲਗਭਗ 55 ਤੋਂ 60 ਫੁੱਟ ਉੱਚਾ ਹੈ ਔਰ ਇਹ 35 ਤੋਂ 40 ਫੁੱਟ ਦੇ ਵਿਚਾਲੇ ਔਰ ਥੋੜੇ ਡਿਸਟੈਂਸ ਦੇ ਉੱਤੇ ਰੱਖਿਆ ਗਿਆ। ਲੇਕਿਨ ਉਹ ਪਲ ਪਹਿਲਾਂ ਅੰਦਰ ਵੀ ਅਸੀਂ ਐਡਰੈਸ ਕੀਤਾ, ਬਾਹਰ ਆ ਕੇ ਜਦੋਂ ਇਹ ਸਾਰਾ ਚੱਲ ਰਿਹਾ ਸੀ ਔਰ ਝੰਡਾ ਜੋ ਹੀ ਅਸਮਾਨ ਦੇ ਵਿੱਚ ਫਹਰਾਇਆ, ਮੇਰੀਆਂ ਅੱਖਾਂ 'ਚ ਤਾਂ ਅਥਰੂ ਹੈ ਹੀ ਸਨ, ਪਰ ਜੇ ਤੁਸੀਂ ਚਾਰ ਚਫੇਰੇ ਨਜ਼ਰ ਮਾਰੋ ਕਿ ਖੁਸ਼ੀ ਦੇ ਅਥਰੂ ਸੀ ਕਿ ਉਹ ਸਮਾਂ ਦੂਰ ਨਹੀਂ ਹੈ ਜਦੋਂ ਇਹ ਸਾਡਾ ਖਾਲਿਸਤਾਨ ਦਾ ਝੰਡਾ ਦੁਨੀਆ ਦੇ ਦੂਸਰੇ 194 ਮੁਲਕਾਂ ਦੇ ਝੰਡੇ ਜਿੱਥੇ ਯੂਨਾਈਟਿਡ ਨੇਸ਼ਨਸ ਦੇ ਬਾਹਰ ਝੂਲਦੇ ਨੇ, ਉਹਨਾਂ ਦੇ ਨਾਲ ਇਹ ਝੂਲੇਗਾ। ਔਰ ਇਹ ਸਾਰੇ ਕੈਲੀਫੋਰਨੀਆ ਟ੍ਰਿਪ ਦੇ ਦੌਰਾਨ 3 ਦਿਨ ਬਹੁਤ ਵੱਡੀ ਗਿਣਤੀ 'ਚ ਸਾਡੇ ਵੀਰ ਭੈਣਾਂ ਜਿਹੜੇ TV 84 ਨਾਲ ਜੁੜੇ ਹੋਏ ਨੇ, ਉਹ ਆ ਕੇ ਮਿਲੇ, ਪਿਆਰ ਕਰਦੇ ਨੇ। TV 84 ਦੀ ਜਿਹੜੀ ਹੈ ਉਹ ਪ੍ਰੇਰਨਾ ਨੇ ਔਰ ਅਸੀਂ ਸਭ ਦਾ ਹੀ ਜਿਨ੍ਹਾਂ ਦੀ ਮਹਿਮਾਨ ਨਵਾਜ਼ੀ, ਜਿਨ੍ਹਾਂ ਨੂੰ ਚਾਅ ਚੜ ਜਾਂਦਾ ਹੈ ਔਰ ਜਿਨ੍ਹਾਂ ਨੇ ਮਿੱਥਿਆ ਹੁੰਦਾ ਕਿ ਅਸੀਂ weight ਇਹਨਾਂ ਦਾ 2-3 ਪਾਉਂਡ ਵਧਾ ਕੇ ਭੇਜਣਾ ਹੈ, ਉਹਨਾਂ ਸਾਰਿਆਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ
ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਫੋਰਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਬਰੇਸ਼ੀਆ ਅਤੇ ਨਵਲਾਰਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਇਟਲੀ ਵਿਖੇ ਤੀਜਾ ਸੈਂਟਰ ਕਾਜ਼ਲ ਮੋਰਾਨੋ ਕਰਮੋਨਾ। ਕਾਜ਼ਲ ਮੋਰਾਨੋ ਵਿਖੇ ਵੋਟਾਂ 29 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਸਵੇਰੇ 9 ਵਜੇ ਪੈਣੀਆਂ ਸ਼ੁਰੂ ਹੋਣਗੀਆਂ। ਹੋਰ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 38ਵੇਂ ਘੱਲੂਘਾਰਾ ਦਿਵਸ ਮੌਕੇ ਬਾਦਲਾਂ ਵੱਲੋਂ ਸਥਾਪਿਤ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੁਨੇਹੇ ਵਿੱਚ ਇਹ ਕਿਹਾ ਕਿ ਲੋਕ ਲੁਕ ਛਿਪ ਕੇ ਹਥਿਆਰ ਸਿਖਾਉਂਦੇ ਹਨ, ਅਸੀਂ ਖੁੱਲ੍ਹੇਆਮ ਸਿਖਾਵਾਂਗੇ। ਸੋ ਉਹਨਾਂ ਵੱਲੋਂ ਬਾਰ-ਬਾਰ ਆਧੁਨਿਕ ਹਥਿਆਰਾਂ ਦਾ ਜ਼ਿਕਰ ਕਰਨਾ ਕੀ ਮਤਲਬ ਰੱਖਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜੂਨ 84 ਦੇ ਘੱਲੂਘਾਰੇ ਦੀਆਂ ਦੁਖਦ ਯਾਦਾਂ ਜਿੱਥੇ ਸਮੁੱਚੇ ਪੰਥ ਅੰਦਰ ਦੁਨੀਆ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਉਹਨਾਂ ਦੀ ਯਾਦ ਦਹਾਨੀ ਕੌਮ ਕਰ ਰਹੀ ਹੈ, ਉੱਥੇ ਲਹਿੰਦੇ ਪੰਜਾਬ ਤੋਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਵੀਰ ਭੈਣਾਂ ਦੇ ਲਗਾਤਾਰਤਾ ਨਾਲ ਸਾਨੂੰ ਸੁਨੇਹੇ ਆਉਂਦੇ ਨੇ, ਉਹਨਾਂ ਦੇ ਕਾਮੈਂਟਸ ਨੇ ਔਰ ਉੱਥੇ ਵੀ ਉਸ ਕਿਸਮ ਦਾ। ਔਰ ਮੈਨੂੰ ਇਹ ਕਪਲੇਟ ਜਿਹੜਾ ਕੁਝ ਸਮਾਂ ਪਹਿਲਾਂ ਕਾਫੀ ਮੀਡੀਆ ਦੇ ਵਿੱਚ ਚਰਚਾ ਦੇ ਵਿੱਚ ਸੀ ਕਿ ਅੰਮੀ ਲਾਹੌਰ ਦੇ ਪਰਿੰਦਿਆਂ ਇਹ ਸੋਗ ਕਿਉਂ ਪਾਏ ਨੇ, ਧੀਏ ਫੌਜੀ ਦਿੱਲੀ ਦੇ ਅੰਬਰਸਰ ਚੜ ਆਏ ਨੇ। ਇਹ ਉਹ ਪੀਣ ਦਾ ਵਿਖਾਵਾ ਸੀ ਕਿ ਅੰਮੀ ਲਾਹੌਰ ਦੇ ਪਰਿੰਦਿਆਂ ਇਹ ਸੋਗ ਕਿਉਂ ਪਾਏ ਨੇ, ਧੀਏ ਫੌਜੀ ਦਿੱਲੀ ਦੇ ਅੰਬਰਸਰ ਚੜ ਆਏ ਨੇ। ਕਿ ਅੰਬਰਸਰ ਤੇ ਲਾਹੌਰ ਦੀ ਪੇਨ, ਦਰਦ, ਖੁਸ਼ੀਆਂ, ਗਮੀਆਂ ਸਭ ਸਾਂਝੀਆਂ ਨੇ। ਔਰ ਅਸੀਂ ਅਫਜ਼ਲ ਅਹਿਸਨ ਰੰਧਾਵਾ ਜਿਨ੍ਹਾਂ ਨੇ ਉਸ ਸਾਰੇ ਪੀਰੀਅਡ ਦੇ ਵਿੱਚ ਉਹ ਹੋਪ ਦਿੱਤੀ ਕਿ ਓੜਕ ਮੁੱਕੇਗੀ ਇਹ ਰਾਤ। ਔਰ ਜਦੋਂ ਅਸੀਂ ਸੰਤ ਪਿੰਡਾਂ ਵਾਲਿਆਂ ਦੇ ਅੱਜ ਸ਼ਹੀਦੀ ਦਿਨ ਦੀ ਗੱਲ ਕਰ ਰਹੇ ਹਾਂ 6 ਜੂਨ ਦੀ, ਤੇ ਜਿਹੜਾ ਕਪਲੇਟ ਉਹਨਾਂ ਦੀ ਉਸ ਨਜ਼ਮ 'ਚ ਅਸੀਂ ਸਾਂਝਾ ਕੀਤਾ ਸੀ ਜਿਹਦੇ 'ਚ ਉਹਨਾਂ ਨੇ ਵੰਗਾਰ ਕੇ ਇਹ ਗੱਲ ਕਹੀ ਕਿ ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ, ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰੱਤੀ ਨਾ ਮੈਲ। ਸੋ ਇਹ ਜਦੋਂ ਅਸੀਂ ਨਿਰਮਲ ਦੀ ਗੱਲ ਕਰਦੇ ਹਾਂ ਤੇ ਮੌਤ ਨੂੰ ਵਿਆਹੁਣਾ, ਲਾੜੀ ਮੌਤ ਨੂੰ, ਤੇ ਇਹ 6 ਜੂਨ ਦਾ ਦਿਨ ਸੰਤਾਂ ਦੀ ਸ਼ਹਾਦਤ, ਇਹ ਬੇਸ਼ੱਕ ਉਹਨਾਂ ਦੀ ਸ਼ਖਸੀਅਤ ਦਾ, ਉਹਨਾਂ ਵਰਗੇ ਇੱਕ ਅਨਮੋਲ ਹੀਰੇ ਦਾ ਤੁਰ ਜਾਣਾ ਇੱਕ ਵੱਡਾ ਖਲਾ ਵੀ ਛੱਡ ਗਿਆ, ਲੇਕਿਨ ਉਹ ਇੰਨੇ ਵੱਡੇ ਨਾਇਕ ਬਣ ਕੇ ਉੱਭਰੇ ਨੇ। ਆ ਜਿੰਨੇ ਹੁਣ ਮਾਰਚ ਦੁਨੀਆ ਭਰ 'ਚ ਹੋਏ, ਈਵਨ ਸੈਨ ਫਰਾਂਸਿਸਕੋ 'ਚ ਇੱਕ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਦੇ ਨਾਲ ਵੱਡੀ ਉਹਨਾਂ ਦੀ ਸੰਤਾਂ ਦੀ ਤਸਵੀਰ, ਹੱਥ 'ਚ ਤੀਰ, ਉਹਨਾਂ ਦੇ ਚਿਹਰੇ ਤੇ ਵੀਰ ਰਸ। ਔਰ ਕੋਈ ਵੀ ਆਮ ਇਨਸਾਨ ਜਦੋਂ ਉਸ ਤਕਣੀ ਦੇ ਨਾਲ ਵੀ ਦੇਖੇਗਾ ਜਿਹੜਾ ਇੱਕ ਅਣਜਾਣ ਇਨਸਾਨ ਦੀ ਹੈ,
ਉਸ ਨੂੰ ਲੱਗੇਗਾ ਵੀ ਹੀਅਰ ਇਜ਼ ਸਮਥਿੰਗ, ਇਹ ਆਮ ਇਨਸਾਨ ਨਹੀਂ। ਬਿਲਕੁਲ। ਔਰ ਇਹੀ ਨਾਇਕ ਹੁੰਦੇ ਨੇ ਜਿਹੜੇ ਤੁਹਾਨੂੰ ਕੌਮਾਂ ਨੂੰ, ਸੁੱਤੀਆਂ ਕੌਮਾਂ ਨੂੰ ਜਗਾ ਜਾਂਦੇ ਨੇ, ਖੜਾ ਕਰ ਜਾਂਦੇ ਨੇ। ਹੁਣ ਜਿੱਥੇ ਸੰਤ ਪਿੰਡਰਾਂ ਵਾਲਿਆਂ ਨੇ ਵੰਗਾਰਿਆ, ਉਹਨਾਂ ਦੀ ਵੰਗਾਰ ਹਰ ਇੱਕ ਨੂੰ ਇਹ ਰਿਅਲਾਈਜੇਸ਼ਨ ਕਰਵਾਉਂਦੀ ਸੀ, ਜਦੋਂ ਉਹਨਾਂ ਦੀ ਇਹ ਵੰਗਾਰ ਸੀ ਕਿ ਇਹ ਸਾਡੀਆਂ ਮੰਗਾਂ ਨਹੀਂ, ਹੱਕ ਨੇ। ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲਏ ਜਾਂਦੇ ਨੇ। ਫਿਰ ਜਦੋਂ ਪੀਸ ਦੀ ਗੱਲ ਮੁੱਕ ਜਾਂਦੀ ਹੈ, ਅਮਨ ਦੇ ਨਾਲ ਕੁਝ ਹਾਸਲ ਨਹੀਂ ਹੁੰਦਾ, ਤੇ ਸਾਡੇ ਪੰਜਾਬ ਦੇ ਤਾਂ ਆਮ ਅਖਾਣਾਂ 'ਚ ਵੀ ਇਹ ਹੈ ਕਿ ਭਾਈ ਇਹ ਘਿਓ ਸਿੱਧੀ ਉਂਗਲ ਨਾਲ ਨਹੀਂ ਨਿਕਲਣਾ, ਟੇਢੀ ਕਰਨੀ ਪੈਣੀ ਹੈ। ਬਿਲਕੁਲ। ਹੁਣ ਟੇਢੀ ਕਰਨ ਦੀ ਉਂਗਲ ਦਾ ਮਤਲਬ ਜ਼ਾਹਰ ਹੈ ਕਿ ਵੀ ਹੁਣ ਜੇ ਤੁਸੀਂ ਟ੍ਰਿਗਰ ਦੇ ਉੱਤੇ ਵੀ ਹੱਥ ਰੱਖਣਾ ਹੈ ਤੇ ਉਂਗਲ ਤਾਂ ਫਿਰ ਟੇਢੀ ਹੁੰਦੀ ਹੈ, ਸਿੱਧੀ ਤਾਂ ਨਹੀਂ ਹੁੰਦੀ। ਸਿੱਧਾ ਤਾਂ ਤੁਸੀਂ ਸੱਚ ਸਪਸ਼ਟ ਇੱਕ ਅਪਰੋਚ ਰੱਖ ਕੇ ਸਿੱਖਾਂ ਨੇ 37 ਵਰੇ ਕੋਸ਼ਿਸ਼ ਕੀਤੀ ਤੇ ਨਤੀਜਾ ਜੋ ਸਾਹਮਣੇ ਹੈ ਘੱਲੂਘਾਰੇ ਦੇ ਰੂਪ ਦੇ ਵਿੱਚ ਨਿਕਲਿਆ। ਔਰ ਇਸ ਲਈ ਵੀ ਜਿਹੜਾ ਕੌਮ ਦਾ ਨੂੰ ਫਾਈਨਲੀ ਆਪਣੀ ਆਜ਼ਾਦੀ ਲਈ, ਆਪਣੀ ਹੋਂਦ ਲਈ, ਸਿੱਖ ਹੋਣ ਦਾ ਆਪਣੇ ਆਪ ਨੂੰ ਫਖਰ ਰੱਖਣ ਲਈ ਜਿਹੜੀ ਪਹੁੰਚ ਤੱਕ ਪਹੁੰਚਣਾ ਸੀ, ਉਸ ਦੇ ਲਈ ਵੀ ਸੰਤ ਪਿੰਡਰਾਂ ਵਾਲਿਆਂ ਨੇ ਉਸ ਦੌਰ ਦੇ ਵਿੱਚ ਜ਼ਮੀਨ ਤਿਆਰ ਕੀਤੀ, ਜਦੋਂ ਉਹਨਾਂ ਦੀ ਇਹ ਵੰਗਾਰ ਸੀ ਕਿ ਭਾਈ ਫਿਰ ਸਾਡੇ ਕੋਲ ਕੋਈ ਹੋਰ ਰਸਤਾ ਨਹੀਂ ਬਚੇਗਾ। ਅਸੀਂ ਅਮਨ ਦੇ ਤਰੀਕੇ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਸਾਡੇ ਹੱਕ ਜਿਹੜੇ ਬਣਦੇ ਹੱਕ ਨੇ ਉਹ ਸਾਨੂੰ ਦਿਓ। ਹੁਣ ਜਦੋਂ ਇਹ ਗੱਲ ਅੱਗੇ ਤੁਰਦੀ ਹੈ, ਅਸੀਂ ਦੇਖਦੇ ਹਾਂ ਕਿ ਫਰਵਰੀ 1984 ਤੱਕ ਪਹੁੰਚਦੇ ਹਾਂ, ਜਦੋਂ ਕਿ ਯੂਕੇ ਤੋਂ ਮਦਦ ਇੰਦਰਾ ਗਾਂਧੀ ਮੰਗ ਲੈਂਦੀ ਹੈ, ਫੌਜ ਤਿਆਰੀ ਕਰ ਰਹੀ ਹੈ ਹਮਲੇ ਦੀ। ਉਹਨਾਂ ਹਾਲਾਤਾਂ ਦੇ ਵਿੱਚ ਸੰਤ ਪਿੰਡਰਾਂ ਵਾਲੇ ਫਾਈਨਲੀ ਇਹ ਫੈਸਲਾ ਕਰਦੇ ਨੇ ਕਿ ਭਾਈ ਹੁਣ ਦਰਬਾਰ ਸਾਹਿਬ ਕੰਪਲੈਕਸ ਜਿਸ ਵਿੱਚ ਉਹਨਾਂ ਨੇ ਨਿਵਾਸ ਕੀਤਾ ਹੋਇਆ ਸੀ, ਕਿ ਇਸ ਨੂੰ ਅਸੀਂ ਫੋਰਟੀਫਾਈ ਕਰਨਾ ਹੈ, ਇਸ ਦੀ ਜਿਹੜੀ ਹੈ ਉਹ ਪੂਰੀ ਤਿਆਰੀ ਕਰਨੀ ਹੈ, ਮੋਰਚਾਬੰਦੀ ਕਰਨੀ ਹੈ, ਤਾਂ ਕਿ ਅਸੀਂ ਆਪਣੇ ਆਪ ਨੂੰ ਆਪਣੇ ਗੁਰੂ ਦੇ ਇਸ ਮੀਰੀ ਪੀਰੀ ਦੇ ਤਖਤ ਨੂੰ ਡਿਫੈਂਡ ਕਰ ਸਕੀਏ। ਸੋ ਜ਼ਾਹਿਰ ਹੈ ਕਿ ਜਿਹੜਾ ਉਹ ਤਾਂ ਮੋਰਚਾਬੰਦੀ ਤਾਂ ਹਥਿਆਰਾਂ ਨਾਲ ਜੁੜੀ ਹੋਈ ਹੈ, ਤੁਸੀਂ ਉਹ ਸਾਰੇ ਨੂੰ ਦੇਖਦੇ ਹੋ। ਔਰ ਉਹ ਜਨਰਲ ਸੁਬੇਗ ਸਿੰਘ ਦੀ ਕਮਾਂਡ ਥੱਲੇ, ਔਰ ਫਿਰ ਕਿਵੇਂ ਇਹ ਜਿਹੜੀ ਹੈ ਜੰਗ ਮਚਾਈ ਜਾਂਦੀ ਹੈ ਦੁਸ਼ਮਣ ਵੱਲੋਂ, ਔਰ ਸਿੰਘਾਂ ਵੱਲੋਂ ਕਿਵੇਂ ਮੂੰਹ ਤੋੜਵਾ ਜਵਾਬ ਦਿੱਤਾ ਜਾਂਦਾ। ਸੋ ਇਹ 20ਵੀਂ ਸਦੀ ਦੇ ਇਸ ਹਿੱਸੇ ਤੱਕ ਪਹੁੰਚਦੇ ਆ। ਬੇਸ਼ੱਕ 18ਵੀਂ ਸਦੀ 'ਚ ਵੀ ਇਸ ਗੱਲ ਦਾ ਤਾਂ ਕਿਸੇ ਹੋਰ ਨੂੰ ਭੁਲੇਖਾ ਹੋਏਗਾ, ਸਾਡੇ ਤਾਂ ਗਾਤਰੇ ਕਿਰਪਾਨ ਹੈ ਜਿਹੜੀ ਪੱਕੇ ਤੌਰ ਦੇ ਉੱਤੇ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ। ਸੰਤ ਪਿੰਡਰਾਂ ਵਾਲੇ ਇੰਟਰਪ੍ਰੀਟ ਕਰਦੇ ਸੀ ਕਿ ਕਿਰਪਾਨ ਲਫ਼ਜ਼ ਕਿਰਪਾ ਤੇ ਆਨ ਦੋ ਲਫ਼ਜ਼ਾਂ ਦਾ ਸੁਮੇਲ ਹੈ। ਕਿਰਪਾ ਬਖਸ਼ਿਸ਼ ਨੂੰ ਕਹਿੰਦੇ ਨੇ, ਰੱਬ ਦੀ ਗ੍ਰੇਸ ਨੂੰ ਕਹਿੰਦੇ ਨੇ, ਉਸ ਦੀ ਨਜ਼ਰ ਨੂੰ ਕਹਿੰਦੇ ਨੇ, ਉਸ ਦੇ ਕਰਮ ਨੂੰ ਕਹਿੰਦੇ ਨੇ। ਤੇ ਆਨ ਇਹ ਅਣਖ ਹੈ, ਗੈਰਤ ਹੈ, ਸੈਲਫ ਰਿਸਪੈਕਟ ਹੈ, ਹਿਊਮਨ ਰਾਈਟਸ ਨੇ, ਡਿਗਨਿਟੀ ਹੈ। ਕਿ ਜੇ ਤੁਹਾਡੇ ਇਸ ਡਿਗਨਿਟੀ, ਤੁਹਾਡੇ ਇਨਸਾਨੀ ਹਕੂਕਾਂ, ਤੁਹਾਡੀ ਗੈਰਤ ਦੇ ਉੱਤੇ ਕੋਈ ਹਮਲਾ ਕਰੇਗਾ, ਔਰ ਇਹ ਗੱਲ ਫਿਰ ਗੁਰੂ ਨਾਨਕ ਸਾਹਿਬ ਨੇ ਸਮਝਾਈ ਸੀ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੀਤਾ ਕਿਛ ਖਾਏ, ਕਿ ਜਿਹੜੇ ਇੰਡੀਵਿਜੂਅਲ ਜਾਂ ਕੌਮਾਂ ਪਤ ਲੋਹਾ ਕੇ ਜਿਉਂਦੀਆਂ ਨੇ ਉਹ ਹਲਾਲ ਖੋਰ ਨਹੀਂ, ਹਰਾਮ ਖੋਰ ਨੇ। ਹੁਣ ਇਧਰ ਹਲਾਲ ਖੋਰੀ ਸਿਖਾਈ, ਨਾਲ ਦੀ ਨਾਲ ਗਾਤਰੇ ਕਿਰਪਾਨ ਪਾ ਕੇ ਦੱਸਿਆ ਕਿ ਹਲਾਲ ਖੋਰ ਹੋਣ ਦਾ ਮਤਲਬ ਸਿਰਫ ਅੰਦਰ ਵੜ ਕੇ ਰੱਬ ਅੱਗੇ ਅਰਦਾਸ ਕਰੀ ਜਾਣ ਦਾ ਨਹੀਂ ਹੈ। ਇਹ ਰੱਬ ਨੇ, ਰੱਬ ਦੀ ਬਖਸ਼ਿਸ਼ ਨਾਲ ਤੁਹਾਨੂੰ ਇਹ ਕਿਰਪਾਨ ਮਿਲੀ ਹੈ, ਇਸ ਲਈ ਅਸੀਂ ਕਿਰਪਾਨ ਨੂੰ ਸ੍ਰੀ ਸਾਹਿਬ ਕਹਿੰਦੇ ਹਾਂ ਕਿ ਇਸ ਚੋਂ ਹੀ। ਔਰ ਇਹੀ ਸ੍ਰੀ ਸਾਹਿਬ ਦੀ ਗੱਲ ਕਰਦੇ ਆ ਜਦੋਂ ਈਵਨ ਖਾਲਿਸਤਾਨ ਦਾ ਝੰਡਾ ਸਟਾਕਟਨ ਦੇ ਉਸ ਇਤਿਹਾਸਕ ਗੁਰਧਾਮ ਦੇ ਉੱਤੇ ਝੁਲਾਇਆ ਗਿਆ, ਔਰ ਉਸ ਤੋਂ ਬਾਅਦ ਜਿਹੜੇ ਐਡਰੈਸਿਸ ਸੀ, ਮੈਂ ਆਪਣਾ ਐਡਰੈਸ ਹੀ ਇਸ ਦੇ ਨਾਲ ਜੋ 10ਵੇਂ ਪਾਤਸ਼ਾਹ ਦਾ ਅਸੀਂ ਪੜ੍ਹਦੇ ਹਾਂ ਉਹਨਾਂ ਦੀ ਲਿਖਤ, ਉਸ ਨਾਲ ਕੀਤਾ ਕਿ ਖੱਗ ਖੰਡ ਬਿਹੰਡੰ ਖਲਦਲ ਖੰਡੰ ਅਤਰਣ ਮੰਡੰ ਵਰ ਪੰਡੰ ਪੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਪਾਣ ਪ੍ਰਭੰ ਸੁਖ ਸੰਤਾ ਕਰਣੰ ਕਿਲਬਿਖ ਹਰਣੰ ਦੁਰਮਤ ਦਰਣੰ ਅਸ ਸਰਣੰ ਜੈ ਜੈ ਜਗ ਕਾਰਣੰ ਸ੍ਰਿਸ਼ਟ ਉਬਾਰਣੰ ਮਮ ਪ੍ਰਤਪਾਰੰ ਜੈ ਤੇਗੰ ਜੈ ਤੇਗੰ ਜੈ ਤੇਗੰ। ਜੈ ਵਿਕਟਰੀ ਨੂੰ ਕਹਿੰਦੇ ਨੇ, ਤੇਗ ਤਲਵਾਰ ਨੂੰ ਕਹਿੰਦੇ ਨੇ ਕਿ ਇਹ ਤਲਵਾਰ ਹੈ ਜਿਹੜੀ ਦੁਸ਼ਮਣਾਂ ਦੇ ਟੁਕੜੇ ਕਰਦੀ ਹੈ। ਖੰਡ ਬਿਹੰਡੰ
ਖਲਦਲ ਖੰਡਨ ਦੁਸ਼ਮਣਾਂ ਦੇ ਦਲਾਂ ਨੂੰ ਬਖੇਰ ਦਿੰਦੀ ਹੈ। ਅੱਛਾ। ਅਤ ਰਣ ਮੰਡਨ ਵਰ ਪੰਡਨ ਕਿ ਇਹ ਹੀ ਬਖਸ਼ਿਸ਼ ਹੈ ਰੱਬ ਦੀ ਕਿ ਜਦੋਂ ਰਣ ਮਚਿਆ ਹੋਇਆ ਹੈ, ਇਹੀ ਹੈ ਕਿ ਪੁੰਜ ਦੰਡ ਅਖੰਡਨ, ਇਹਦੇ ਚੋਂ ਹੀ ਤੇਜ ਨਿਕਲਦਾ, ਇਹਦੇ ਚੋਂ ਹੀ ਜੋਤ ਨਿਕਲਦਾ ਹੈ, ਇਸ ਚੋਂ ਹੀ ਭਾਨ ਔਰ ਪ੍ਰਭਾ ਹੈ ਨਿਕਲ। ਇਹ ਇਸ ਲਈ ਹੈ ਸੁਖ ਸੰਤਾ ਕਰਨ ਕਿ ਉਹ ਸਿਸਟਮ ਤਿਆਰ ਕਰਨਾ ਜਿੱਥੇ ਚੰਗੇ ਲੋਕ, ਸੰਤ ਲੋਕ, ਭਲੇ ਲੋਕ, ਨੋਬਲ ਲੋਕ, ਜਿਹਨੂੰ ਕਬੀਰ ਸਾਹਿਬ ਨੇ ਯਾਦ ਦਹਾਨੀ ਕਰਵਾਈ ਸੀ ਕਿ ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ, ਕਿ ਇਹ ਜਿਹੜੀ ਧਰਤੀ ਹੈ, ਜ਼ਮੀਨ ਹੈ, ਪਲੈਨਟ ਹੈ, ਇਹ ਰੱਬ ਨੇ ਭਲੇ ਲੋਕਾਂ ਦੇ ਲਈ ਬਣਾਇਆ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਧਰਮੀ ਲੋਕਾਂ ਲਈ। ਤਸਕਰ ਚੋਰ ਨੂੰ ਕਹਿੰਦੇ ਨੇ। ਜੇ ਇੱਥੇ ਆ ਕੇ ਚੋਰ ਬੈਠਣਗੇ ਤਾਂ ਫਿਰ ਚੋਰਾਂ ਨੂੰ ਕਿਵੇਂ ਹਟਾਇਆ ਜਾਏਗਾ? ਮਾੜਾ ਫੜ ਕੇ ਤਾਂ ਨਹੀਂ ਹਟਾਇਆ ਜਾਏਗਾ। ਸੋ ਸੁਖ ਸੰਤਾ ਕਰਨ ਕਿ ਇਹ ਤਲਵਾਰ ਜਿਹਦੀ ਵਿਕਟਰੀ ਹੈ, ਇਹਦੀ ਬਦੌਲਤ ਹੀ ਸੰਤਾਂ ਨੂੰ, ਚੰਗੇ ਲੋਕਾਂ ਨੂੰ ਸੁੱਖ ਮਿਲ ਸਕਦਾ ਹੈ। ਔਰ ਇਹੀ 10ਵੇਂ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ ਜਦੋਂ ਅਸੀਂ ਇਸ ਪਾਠ ਨੂੰ ਦੇਖਦੇ ਹਾਂ ਕਿ ਭਾਈ ਦੁਨੀਆ ਦੇ ਵਿੱਚ ਚੰਗਾ ਸਿਸਟਮ ਕਾਇਮ ਹੋਏ ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਸਵਈਆਂ ਦੇ ਵਿੱਚ ਇਸ ਬਾਰੇ ਦਾਨਵ ਦੇਵ ਫਰਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬੋ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਛਤਰ ਸਭੈ ਅਵਲੋਕ ਚਪੈਂਗੇ। ਕਿ ਉਹ ਸਿਸਟਮ ਸਾਧ ਸਮੂਹ ਭਲੇ ਲੋਕ ਜਿੱਥੇ ਖੁਸ਼ ਹੋਣ। ਜਦੋਂ ਅਸੀਂ ਪਰਸੂਟ ਆਫ ਹੈਪੀਨੈਸ ਦੀ ਗੱਲ ਕਰਦੇ ਹਾਂ, ਇਹੀ ਸਿਸਟਮ ਹੈ। ਤੇ ਸਿਸਟਮ ਕਾਹਦੇ ਨਾਲ ਪੋਸੀਬਲ ਹੁੰਦਾ ਹੈ? ਜਾਰਜ ਵਾਸ਼ਿੰਗਟਨ ਨੇ ਕੋਈ ਰੋਜ਼ਰੀ ਤਾਂ ਨਹੀਂ ਸੀ ਫੜੀ, ਮਾਲਾ ਤਾਂ ਨਹੀਂ ਸੀ ਫੜੀ, ਨਾ ਹੀ ਜਿੰਨੇ ਹੁਣ ਲੜੇ ਰੈਵੋਲੂਸ਼ਨਰੀ ਵਾਰ, ਜਾਨੀ ਨੁਕਸਾਨ ਵੀ ਹੁੰਦਾ ਹੈ ਜਦੋਂ ਤੁਸੀਂ ਵੰਗਾਰਦੇ ਹੋ। ਪਰ ਜੇ ਅੱਜ ਇਹ ਇੱਕ ਦੁਨੀਆ ਦਾ ਮੁਲਕ ਜਿਹੜਾ ਬਾਕੀਆਂ ਦੇ ਲਈ ਰਿਫਿਊਜ ਬਣਿਆ ਹੋਇਆ ਕਿ ਕੋਈ ਆ ਕੇ ਇੱਥੇ ਆਪਣੀ ਫਰੀडम ਆਫ ਐਕਸਪ੍ਰੈਸ਼ਨ, ਆਪਣੀ ਫਰੀडम ਆਫ ਪੋਲੀਟੀਕਲ ਆਈਡੀਓਲੋਜੀ ਕਰ ਸਕਦਾ ਹੈ, ਤੇ ਇਹ ਤੇਗ ਦੀ ਬਦੌਲਤ ਹੈ, ਇਹ ਸ਼ਸਤਰਾਂ ਦੀ ਬਦੌਲਤ ਹੈ। ਔਰ ਇਹੀ ਸੁਖ ਸੰਤਾ ਕਰਨੰ ਕਿਲਬਿਕ ਹਰਣੰ ਦੁਰਮਤ ਦਰਣੰ ਅਸ ਸਰਣੰ। ਅਸ ਵੀ ਤਲਵਾਰ ਨੂੰ ਕਹਿੰਦੇ ਨੇ। ਅਸ ਕਿਰਪਾਨ ਖੰਡੋ ਖੜਗ ਤੁਬਕ ਤੋਪ तबर और तीर सैफ सरोई सहबी यह हमारे पीर। कि भाई गुरु साहब ने कहा भी ये ने हथियार जिन्हां दे नाल तुसीं अपनी आज़ादी जितदे हो, जिन्हां दे नाल वो सिस्टम क्रिएट करदे हो जिथे कि भले लोग जिहड़े ने वो प्रफुल्लित होण। सो साध समूह प्रसन्न फिरै, भले लोग जी सकन। और यही है सुख संता करणं किलबिक हरणं दुरमत दरणं अस सरणं जय जय जग कारणं सृष्ट उबारणं मम प्रतिपारणं जयत। गुरु कलगीधर कहते जे मैं मेरी प्रतिपालन है, जे कोई मेरी डिफेंस है तो मैं जय तेगं, इस तलवार दी विक्ट्री है। हुण मैं इन्नी लंबी चौड़ी डिटेल इसलिए दित्ती क्योंकि ये जिहड़े अज साडीआं संस्थावां दे उत्ते लिया के बिठाए गए लोग ने, ये लिमिटेड जे तरीके नाल कौम दे उस इतिहासक विरसे नूं, कौम के सेंटीमेंट नूं उन्ना क प्ले करते हैं जिन्ने क नाल उन्हां दे आकावां दी रीहैबिलिटेशन हो जाए। और फिर उस तरह ही ये कौम के जज्बात नाल खेड के इन्हां ने अपना जिहड़ा उल्लू सीधा करना है। इस तो बिना तुहानूं ये लगे कि जी क्योंकि साडे ये मैसेज भी साडे नौजवान बच्चे बच्चियां लई है, बहुत वार सानूं कईयां दे शब्द जाल चों ये लगन लग जांदा जी अच्छा हुणे बदल गए ने, हुणे करनगे। और मैं गल करन जा रहा हैं कि जेड़ा इस घल्लूकारा दिवस के मौके ते जथेदार अकाल तखत एक्टिंग जेड़े बादल साहब ने एक्टिंग लई लियांदे ने, ज्ञानी हरप्रीत सिंह होरां ने कौम दे नां दित्ता। और उहनूं जे तुसीं जेड़ा उत्थों दा सो कॉल्ड नैशनल मीडिया है उस दे हवाले नाल देखोगे तो एक सैक्शन ये प्रभाव जाएगा जी ये तो संत पिंडरां वालियां दी सोच दे उत्ते अमल करने वाली एक नवी रूह आ गई है। पर जे तुसी उसका कॉन्टैक्सट और आला दुआला जो वापरिया देखोगे फिर तुहानूं लगेगा कि भी ये सिरे दा अपॉर्चुनिज्म है। सिर्फ ते सिर्फ क्योंकि इस वेले सिख जवानी खालिस्तान दी आज़ादी दी दिशा वल जा रही है, पंजाब दे विच इन्हां ने पूरा कंट्रोल करने की कोशिश की। किवें दा माहौल सिद्धू मूसेवाला दे मर्डर नाल क्रिएट कीता, 20 नाके ला के 20 कंपनियां लिया के खौफ पैदा करन दी।
ਹਜ਼ਾਰਾਂ ਸਿੱਖ ਆਜ਼ਾਦੀ ਮਾਰਚ ਲਈ ਵੀ ਨਿਕਲੇ ਨੇ 5 ਜੂਨ ਨੂੰ, ਤੇ ਹਜ਼ਾਰਾਂ ਦੀ ਗਿਣਤੀ 'ਚ ਅਕਾਲ ਤਖਤ ਤੇ ਵੀ ਆਏ। ਇਹੀ ਬਾਦਲ ਕੇ ਜਿਹੜੇ ਕੱਲ ਤੱਕ ਕਾਬਜ਼ ਸੀ, ਪਿਛਲੇ ਸਾਲਾਂ 'ਚ ਤਾਂ ਆਪਣੇ ਟਾਸਕ ਫੋਰਸ ਦੇ ਗੁੰਡੇ ਸੱਦ ਕੇ ਨੌਜਵਾਨਾਂ ਨੂੰ ਕਠਵਾਉਂਦੇ ਰਹੇ ਕਿ ਵੀ ਤੁਸੀਂ ਇੱਥੇ ਕਿਵੇਂ ਖਾਲਿਸਤਾਨ ਦੀ ਗੱਲ। ਅੱਜ ਉਹਨਾਂ ਨੂੰ ਬੜਾ ਹੇਜ ਜਾਗ ਗਿਆ ਹੁਣ, ਕਿਉਂਕਿ ਉਹਨਾਂ ਨੂੰ ਨਜ਼ਰ ਆਉਂਦਾ ਵੀ ਉਹਨਾਂ ਨੇ ਇਹਦੇ ਰਾਹੀਂ ਰੀਹੈਬਿਲਿਟੇਟ ਹੋਣਾ ਬਾਦਲ ਐਂਡ ਕੰਪਨੀ ਨੇ, ਤੇ ਇਹ ਇੱਕ ਫਰੰਟ ਰੱਖੇ ਹੋਏ ਨੇ। ਹੁਣ ਜੇ ਤੁਸੀਂ ਨੈਸ਼ਨਲ ਮੀਡੀਆ ਦੀ ਖਬਰ ਦੇਖੋਗੇ, ਅਕਾਲ ਤਖਤ ਚੀਫ ਪੁਸ਼ਿਜ਼ ਫॉर ਟ੍ਰੇਨਿੰਗ in traditional and modern weapons on Operation Blue Star Anniversary ਕਿ ਜੀ ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਕਿ ਰਵਾਇਤੀ ਔਰ ਆਧੁਨਿਕ ਹਥਿਆਰਾਂ ਦੇ ਨਾਲ ਲੈਸ ਹੋ ਜਾਣ ਸਿੱਖ ਨੌਜਵਾਨ। ਫਿਰ ਇਹ ਜਿਹੜੀ ਹੈ ਦਾ ਹਿੰਦੂ ਦੀ ਹੈਡਲਾਈਨ ਹੈ। ਔਰ ਜੇ ਤੁਸੀਂ ਦੂਸਰੀ ਦੀ ਦੇਖਦੇ ਹੋ ਟ੍ਰਿਬਿਊਨ ਦੀ, ਸਿੱਖ ਸ਼ੁੱਡ ਲਰਨ ਯੂਜ਼ ਆਫ ਮਾਡਰਨ ਵੈਪਨਸ ਸੇਜ਼ ਅਕਾਲ ਤਖਤ ਜਥੇਦਾਰ ਔਨ ਆਪਰੇਸ਼ਨ ਬਲੂ ਸਟਾਰ ਐਨੀਵਰਸਰੀ ਕਿ ਸਿੱਖ ਜਿਹੜੇ ਨੇ ਆਧੁਨਿਕ ਹਥਿਆਰਾਂ ਨਾਲ ਲੈਸ ਹੋਣ। ਔਰ ਪੰਜਾਬੀ BBC ਦੀ ਰਿਪੋਰਟਿੰਗ 1984 ਆਪਰੇਸ਼ਨ ਬਲੂ ਸਟਾਰ, ਲੋਕ ਲੁਕ ਛਿਪ ਕੇ ਹਥਿਆਰ ਸਿਖਾਉਂਦੇ ਹਨ, ਅਸੀਂ ਖੁੱਲ੍ਹੇਆਮ ਸਿਖਲਾਈ ਦੇਵਾਂਗੇ ਜਥੇਦਾਰ। ਹੁਣ ਇਹ ਸਾਰੇ 'ਚ ਜਥੇਦਾਰ ਇਹ ਕਹਿ ਰਹੇ ਨੇ ਜੀ ਕਿ ਭਾਈ ਇਹ ਅਸੀਂ ਜਿਹੜਾ ਉਹ ਵਕਤ ਆ ਗਿਆ ਹੈ ਜਿੱਥੇ ਅਸੀਂ ਇਸ ਗੱਲ ਨੂੰ ਯਕੀਨੀ ਬਣਾਈਏ ਕਿ ਅਸੀਂ ਸਮਾਜਿਕ, ਧਾਰਮਿਕ, ਰਾਜਨੀਤਿਕ ਤੌਰ ਤੇ ਜਿਹੜੀ ਸਾਨੂੰ ਕਮਜ਼ੋਰ ਕਰਨ ਦੀ ਨੀਤੀ ਇਹ ਜਵਾਹਰ ਲਾਲ ਨਹਿਰੂ ਨੇ ਤਿਆਰ ਕੀਤੀ ਸੀ। 1947 'ਚ ਨੀਤੀਆਂ ਬਣ ਗਈਆਂ ਸੀ ਔਰ ਇਹ 47 ਦੀਆਂ ਨੀਤੀਆਂ ਦਾ ਹੀ ਜਿਹੜਾ ਸਿੱਟਾ ਹੈ 1984 'ਚ ਅਕਾਲ ਤਖਤ ਤੇ ਧਾਰਮਿਕ ਸਥਾਨਾਂ ਦੇ ਉੱਤੇ ਹਮਲੇ ਦੇ ਰੂਪ ਵਿੱਚ ਨਿਕਲਦਾ। ਔਰ ਉਹਨਾਂ ਨੇ ਇਸ ਦੇ ਉੱਤੇ ਕਿਹਾ ਕਿ ਭਾਈ ਅਸੀਂ ਜਿਹੜਾ ਆਧੁਨਿਕ ਸ਼ਸਤਰ ਅਭਿਆਸ, ਜਥੇਦਾਰ ਨੇ ਕਿਹਾ ਜਿਵੇਂ ਗੁਰੂ ਸਾਹਿਬ ਨੇ ਖਡੂਰ ਸਾਹਿਬ ਵਿੱਚ ਮੱਲ ਅਖਾੜੇ ਕਾਇਮ ਕੀਤੇ ਸਨ, ਉਵੇਂ ਸਿੱਖ ਸੰਸਥਾਵਾਂ ਹੁਣ ਗਤਕਾ ਅਖਾੜੇ ਤੇ ਅਕੈਡਮੀਆਂ ਕਾਇਮ ਕਰਨ ਅਤੇ ਮਾਡਰਨ ਹਥਿਆਰ ਅਭਿਆਸ ਕੇਂਦਰ ਜਿਨ੍ਹਾਂ ਨੂੰ ਸ਼ੂਟਿੰਗ ਰੇਂਜਾਂ ਕਹਿੰਦੇ ਹਨ ਉਹ ਵੀ ਕਾਇਮ ਕੀਤੀਆਂ ਜਾਣ ਤਾਂ ਕੋਈ ਹਰਜ ਨਹੀਂ। ਜਿਹੜੇ ਦੂਜੇ ਲੋਕ ਹਨ ਉਹ ਲੁਕ ਛਿਪ ਕੇ ਆਪਣੇ ਲੋਕਾਂ ਨੂੰ ਹਥਿਆਰਾਂ ਦੀ ਸਿਖਲਾਈ ਦੇ ਰਹੇ ਹਨ, ਅਸੀਂ ਲੁਕ ਛਿਪ ਕੇ ਨਹੀਂ ਖੁੱਲ੍ਹੇਆਮ ਦੇਵਾਂਗੇ। ਜੇ ਸੱਚਮੁੱਚ ਇਸ ਸਟੇਟਮੈਂਟ ਦਾ ਕੋਈ ਮਤਲਬ ਹੈ ਤੇ ਫਿਰ ਕੌਣ ਸਥਾਪਿਤ ਕਰੇਗਾ ਸ਼ੂਟਿੰਗ ਰੇਂਜ ਦੇ ਲਈ ਔਰ ਟ੍ਰੇਨਿੰਗ ਦੇ ਲਈ? ਉੱਥੇ ਹੀ ਆਦੇਸ਼ ਆਪ ਜਾ ਕੇ ਜਥੇਦਾਰ ਪਹਿਲਾ ਕੈਡਿਟ ਬਣੇ ਕਿ ਜੀ ਮੈਂ ਆਇਆ ਕਿ ਮੈਂ ਮਾਡਰਨ ਹਥਿਆਰ ਚਲਾਣੇ ਨੇ ਔਰ ਸ਼੍ਰੋਮਣੀ ਕਮੇਟੀ ਫੰਡ ਕਰੇ ਔਰ ਪੰਜਾਬ ਭਰ ਦੇ 12-13 ਹਜ਼ਾਰ ਪਿੰਡਾਂ ਦੇ ਵਿੱਚ ਹਰ 10-10 ਪਿੰਡਾਂ ਦੇ ਉੱਤੇ ਫਿਰ ਤਾਂ ਹੋਏਗੀ ਗੱਲ ਕਿ ਭਾਈ ਤੁਸੀਂ ਕਿਸੇ ਲੜਾਈ ਲਈ ਤੇ ਇਹ ਤਾਂ ਤੁਸੀਂ ਉੱਥੋਂ ਡਿਸਗ੍ਰੇਸ ਹੋਏ ਹੋ, ਤੁਸੀਂ ਆਪਣਾ ਮੁੱਲ ਪਵਾ ਰਹੇ ਹੋ। ਤੁਸੀਂ ਬੀਜੇਪੀ ਦੇ ਹਾਕਮਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਭਾਈ ਦੇਖੋ ਅਜੇ ਵੀ ਜੇ ਸਾਨੂੰ ਵਾਪਸ ਨਾ ਰੀਹੈਬਿਲਿਟੇਟ ਕੀਤਾ ਤੇ ਫਿਰ ਕੀ ਹੋ ਜਾਏਗਾ, ਇੱਧਰ ਹੋ ਜਾਏਗਾ। ਇਸ ਤੋਂ ਬਿਯੋਂਡ ਇਹ ਮੂੰਹ ਚੋਂ ਸੁੱਟੀਆਂ ਥੁੱਕਾਂ ਨੇ, ਇਸ ਤੋਂ ਬਿਯੋਂਡ ਕੁਝ ਨਹੀਂ ਹੈ। ਕਿਉਂਕਿ ਨਾਲ ਦੀ ਨਾਲ ਤੁਸੀਂ ਡਰਟੀ ਗੇਮ ਸੰਗਰੂਰ ਪਾਰਲੀਮਾਨੀ ਹਲਕੇ ਤੇ ਦੇਖਦੇ ਹੋ ਵੀ ਇੱਕ ਪਾਸੇ ਉਹੀ ਸੁਖਵੀਰ ਬਾਦਲ, ਸਿਮਰਨਜੀਤ ਸਿੰਘ ਮਾਨ, ਦਿੱਲੀ ਅਕਾਲੀ ਦਲ, ਨਿਹੰਗ ਧਿਰਾਂ, ਬਾਕੀ ਧਿਰਾਂ ਕਿ ਜੀ ਆਓ ਪੰਥ ਇਕੱਠਾ ਹੋ ਜਾਏ। ਫਿਰ ਹੋ ਵੀ ਗਿਆ ਕਿ ਜੀ ਅਸੀਂ ਹੁਣ ਪੰਥ ਹੀ ਤਾਂ ਬਚਦਾ ਇਕੱਠੇ ਹੋਈਏ। ਹੁਣ ਸੰਗਰੂਰ ਦੀ ਇਲੈਕਸ਼ਨ ਭਗਵੰਤ ਮਾਨ ਕਿਉਂਕਿ ਚੀਫ ਮਿਨਿਸਟਰ ਬਣ ਗਿਆ, ਸੀਟ ਖਾਲੀ ਹੋਈ। ਇਧਰੋਂ ਕਿਉਂਕਿ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ 2 ਵਾਰ ਸੰਗਰੂਰ ਨੂੰ ਰਿਪਰੈਜ਼ੈਂਟ ਕੀਤਾ, ਹਰ ਵਾਰ ਉੱਥੋਂ ਖਲੋਂਦੇ ਨੇ। ਸੋ ਜੇ ਤੁਸੀਂ ਪੰਥਕ ਏਜੰਡੇ ਵਾਲੀ ਤੁਰਨਾ, ਉਹਨਾਂ ਨਾਲ ਭਾਵੇਂ ਮਤਭੇਦ ਵੀ ਹੋਣ, ਉਹਨਾਂ ਨੂੰ ਤੁਸੀਂ ਐਂਡੋਰਸ ਕਰੋ। ਉਹ ਲੜਦੇ ਨੇ, ਇਲੈਕਸ਼ਨ ਸਿਸਟਮ ਯਕੀਨ ਰੱਖਦੇ ਨੇ। ਅਸੀਂ ਸਾਡੀ ਇੱਕ ਵੱਖਰੀ ਲਾਈਨ ਹੈ, ਬੇਸ਼ੱਕ ਅਸੀਂ ਡਿਫਰੈਂਟਲੀ ਸੋਚਦੇ ਹੋਈਏ, ਪਰ ਜਿਵੇਂ ਹੁਣ ਚਲਾਕੀ ਦੇ ਨਾਲ ਅਕਾਲੀਆਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜੇ ਕੀਮਤੀ ਸਿੰਘ ਨੇ, ਉਹਨਾਂ ਦੀ ਰਿਹਾਈ ਉਹਨਾਂ ਦੀ ਭੈਣ ਬੀਬੀ ਕਮਲਦੀਪ ਕੌਰ ਨੂੰ ਟਿਕਟ ਦੇ ਦਿੱਤੀ। ਹੁਣ ਕੀ ਹੈ ਹੋਏਗਾ ਕਿ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਨੂੰ ਦੇ ਦਿੱਤੀ ਹੈ, ਕਾਂਗਰਸ ਨੇ ਪਤਾ ਨਹੀਂ ਕੋਈ ਗੋਲਡੀ ਕੇ ਕੌਣ ਲੈ ਆਉਂਦਾ ਹੈ, ਤੇ ਇਹ ਸਾਰਾ ਜਨਸੰਘ ਨੇ ਕੇਵਲ ਢਿੱਲੋਂ ਨਾਂ ਦਾ ਜਿਹੜਾ ਕੱਲ ਤੱਕ ਕਾਂਗਰਸੀ 24 ਘੰਟੇ ਪਹਿਲਾਂ ਉਹ ਧਨੀ ਆਦਮੀ ਹੈ ਪੈਸਾ ਵੰਡਣ ਲਈ, ਉਹ ਲੈ ਆਉਂਦਾ। ਹੁਣ ਇਸ ਸਾਰੇ ਚੋਂ ਜੇ ਮੈਂ ਤਾਂ ਗੱਲ ਨੀਅਤ ਦੀ ਕਰ ਰਿਹਾ, ਨਾ ਸਾਡਾ ਉਹਨਾਂ ਦੇ ਇਲੈਕਸ਼ਨ ਸਿਸਟਮ 'ਚ ਵਿਸ਼ਵਾਸ ਹੈ, ਪਰ ਜੇ ਸੱਚਮੁੱਚ ਇਹਨਾਂ ਦੀ ਨੀਅਤ ਪੰਥ ਨੂੰ ਇਕੱਠਾ ਕਰਨ ਦੀ ਹੁੰਦੀ ਜਾਂ ਪੰਥਕ ਏਜੰਡੇ ਨੂੰ ਅੱਗੇ ਤੋਰਨ ਦੀ ਹੁੰਦੀ, ਇਹ ਤਾਂ ਸ਼ਰਾਰਤ ਕਰ ਰਹੇ ਨੇ ਕਿ ਭਾਈ ਇਹਨਾਂ ਨੇ ਇਹ ਗੇਮ ਅੱਜ ਵੀ ਉਹਨਾਂ ਦੀ ਖੇਡ ਰਹੇ ਨੇ। ਔਰ ਮੈਨੂੰ ਇਹ ਲੱਗਦਾ ਹੈ ਕਿ ਭਾਈ ਇਸ ਨੂੰ ਲੈ ਕੇ ਵੀ ਜੀ ਦੇਖੋ ਜਥੇਦਾਰ ਨੇ ਤਾਂ ਹੁਣ ਦੇ ਦਿੱਤਾ, ਜਿਵੇਂ ਮੈਂ ਕਿਹਾ ਕਿ ਵੀ ਗੱਲੀ ਅਸੀਂ ਚੰਗੀਆਂ, ਅਚਾਰੀ ਬੁਰੀਆਂ, ਮਨੋ ਕਸੁੱਧਾਂ ਕਾਲੀਆਂ,
ਬਾਹਰ ਚਿੱਟੜੀਆਂ ਕਿ ਇਹ ਅੰਦਰ ਕੁਛ ਹੈ ਬਾਹਰ ਕੁਛ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਦੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਸੱਦਾ ਦੇਣ ਜਾਂ ਨਾ ਦੇਣ ਦੇ ਨਾਲ ਕੁਛ ਨਹੀਂ ਜੁੜਿਆ ਹੋਇਆ। ਸਿੱਖਾਂ ਨੂੰ ਗੁਰੂ ਨੇ ਹੀ ਇਹ ਗੱਲ ਦ੍ਰਿੜ ਕਰਵਾਈ ਹੋਈ ਹੈ ਕਿ ਸ਼ਸਤਰਨ ਕੇ अधीन है राज, अच्छा को किसी को राज न दे हैं जो ले हैं निज बल से ले हैं। ये गल बिल्कुल क्लियर है जी। डॉक्टर साहब थोड़ा बहुत धन्यवाद। सो थे ब्रेक व्यूअर्स तो साने इसी तरह बने रहना। मिलते हैं छोटे जे ब्रेक तो बाद। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि जून 84 ਦੇ ਘੱਲੂਘਾਰੇ ਨੇ ਜਿੱਥੇ ਸਮੁੱਚੀ ਸਿੱਖ ਕੌਮ ਨੂੰ ਝੰਜੋੜਿਆ, ਉੱਥੇ ਇਨਸਾਨੀ ਦਰਦ ਰੱਖਣ ਵਾਲੇ ਕਲਾਕਾਰਾਂ ਸ਼ਾਇਰਾਂ ਨੇ ਵੀ ਆਪਣੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਸੋ ਕੁਝ ਕਲਾਸਿਕ ਨਜ਼ਮਾਂ ਤੋਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜਾ ਵੀ ਜਿੱਥੇ ਵੀ ਸਿੱਖ ਦੁਨੀਆ ਭਰ 'ਚ ਬੈਠਾ ਸੀ ਜਦੋਂ ਘੱਲੂਘਾਰਾ ਵਾਪਰ ਰਿਹਾ ਸੀ ਔਰ ਉਸ ਵਾਪਰਨ ਤੋਂ ਬਾਅਦ ਇਹਨਾਂ 38 ਵਰ੍ਹਿਆਂ 'ਚ ਜਿਸ ਨੇ ਵੀ ਉਸ ਬਾਰੇ ਕੁਝ ਪੜ੍ਹਿਆ, ਕੁਝ ਸੁਣਿਆ, ਕੁਝ ਜਾਣਿਆ, ਉਸ ਨੇ ਆਪਣੇ ਆਪਣੇ ਸ਼ੋਬੇ ਦੇ ਅੰਦਰ, ਆਪਣੇ ਆਪਣੇ ਫੀਲਡ ਦੇ ਅੰਦਰ ਆਪਣੇ ਆਪਣੇ ਤਰੀਕੇ ਨਾਲ ਕੌਮੀ ਗੈਰਤ, ਕੌਮੀ ਅਣਖ ਦਾ ਜਿਹੜਾ ਹੈ ਉਸ 'ਚ ਉਹਨਾਂ ਨੇ ਆਪਣਾ ਰੋਲ ਅਦਾ ਕੀਤਾ। ਪਰ ਜਿਵੇਂ ਅਸੀਂ ਅਫਜ਼ਲ ਅਹਿਸਨ ਰੰਧਾਵਾ ਦੀ ਨਜ਼ਮ ਜਾਣ ਤੋਂ ਪਹਿਲਾਂ ਥਰਸਡੇ ਦੇ ਪ੍ਰੋਗਰਾਮ 'ਚ ਸਾਂਝੀ ਕੀਤੀ ਸੀ, ਹੋਰ ਵੀ ਇਸ ਪੀਰੀਅਡ ਦੇ ਵਿੱਚ ਕੁਝ ਸਮੇਂ ਬਾਅਦ ਜਿਨ੍ਹਾਂ ਨੇ ਨਜ਼ਮਾਂ ਲਿਖੀਆਂ, ਜਿਨ੍ਹਾਂ ਨੂੰ ਅੱਜ ਅਸੀਂ ਕਲਾਸਿਕ ਪੋਮਸ ਦਾ ਦਰਜਾ ਦਿੰਦੇ ਹਾਂ ਉਸ ਪੀਰੀਅਡ ਦੀਆਂ, ਉਹਨਾਂ ਦੇ ਵਿੱਚ ਹਰਭਜਨ ਸਿੰਘ, ਉਹਨਾਂ ਦੀ ਇੱਕ ਨਜ਼ਮ ਫੌਜਾਂ ਕੌਣ ਦੇਸ਼ ਵਿੱਚੋਂ ਆਈਆਂ। ਜ਼ਾਹਰ ਹੈ ਵੀ ਆਪਣਿਆਂ ਦੇ ਉੱਤੇ ਤਾਂ ਤੁਸੀਂ ਆਪਣੇ ਮੁਲਕ ਦੇ ਸ਼ਹਿਰੀਆਂ ਤੇ ਤਾਂ ਇਵੇਂ ਨਹੀਂ ਕਰਦੇ ਜੋ ਕੀਤਾ ਗਿਆ। ਫੌਜਾਂ ਕੌਣ ਦੇਸ਼ ਤੋਂ ਆਈਆਂ, ਕਿਹੜੇ ਦੇਸ਼ ਤੋਂ ਕਹਿਰ ਲਿਆਈਆਂ, ਕਿੱਥੋਂ ਜ਼ਹਿਰ ਲਿਆਈਆਂ, ਕਿਸ ਫਨੀਅਰ ਦੀ ਫੂਕ ਕੇ ਜਿਸ ਨੇ ਪੱਕੀਆਂ ਕੰਧਾਂ ਢਾਈਆਂ, ਸੱਚ ਸਰੋਵਰ ਡੱਸਿਆ ਅੱਗਾਂ ਪੱਥਰਾਂ ਵਿੱਚ ਲਾਈਆਂ, ਹਰ ਕੇ ਮੰਦਰ ਵਿਉ ਦੀਆਂ ਨਦੀਆਂ ਬੁੱਕਾਂ ਭਰ ਭਰ ਵਰਤਾਈਆਂ। ਵਿਉ ਵੀ ਜ਼ਹਿਰ ਨੂੰ ਕਹਿੰਦੇ ਨੇ। ਫੌਜਾਂ ਕੌਣ ਦੇਸ਼ ਤੋਂ ਆਈਆਂ। ਸਿਮਰਨ ਬਾਝੋਂ ਜਾਪ ਰਿਹਾ ਸੀ ਐਲੇ ਜਨਮ ਗਵਾਇਆ, ਕਰ ਮਤਾ ਹੈ ਆਖਰ ਉਮਰੇ ਇਸ ਕਾਫਰ ਰੱਬ ਨੂੰ ਧਿਆਇਆ। ਦਿੱਲੀ ਨੇ ਜਦ ਅੰਮ੍ਰਿਤਸਰ ਤੇ ਜੰਮ ਕਰ ਮੁਗਲ ਚੜਾਇਆ, ਹੈਵਰ ਗੈਵਰ ਤੋਂ ਵੀ ਤਗੜਾ ਜਦ ਲੋਹੇ ਯਾਨ ਦੌੜਾਇਆ। ਹੈਵਰ ਗੈਵਰ ਘੋੜੇ ਤੇ ਹਾਥੀ, ਕਿ ਅੱਗੇ ਤਾਂ ਲੜਾਈ ਉਹ ਸੀ, ਇੱਥੇ ਤਾਂ ਲੋਹ ਯਾਨ ਟੈਂਕ। ਹੈਵਰ ਗੈਵਰ ਤੋਂ ਵੀ ਤਕੜਾ ਜਦ ਲੋਹੇ ਯਾਨ ਦੌੜਾਇਆ, ਮੈਂ ਰੱਬ ਨੂੰ ਬਹੁਤ ਧਿਆਇਆ। ਫੌਜਾਂ ਨੇ ਜਦ ਸੋਨ ਕਲਸ਼ ਤੇ ਤੁਪਕ ਤਾਨ ਚਲਾਇਆ, ਤੋਪ ਖਖੜੀ ਖਖੜੀ ਹੋ ਕੇ ਡਿੱਗਾ ਜਦ ਮੇਰੇ ਸਿਰ ਦਾ ਸਾਇਆ, ਮੈਂ ਰੱਬ ਨੂੰ ਬਹੁਤ ਧਿਆਇਆ। ਸੱਚ ਤਖਤ ਜਿਹਨੇ ਢਾਇਆ ਸੀ ਉਸੇ ਜਦੋਂ ਬਣਾਇਆ। ਇਹ ਜਦੋਂ ਇੰਦਰਾ ਗਾਂਧੀ ਨੇ ਕਿਹਾ ਜੀ ਬੂਟਾ ਸਿੰਘ ਸੱਦਿਆ, ਨਿਹੰਗ ਸੰਤਾ ਸੱਦਿਆ,
ਬਣਾ ਕੇ ਜੀ ਅਸੀਂ ਸਿੱਖਾਂ ਨੂੰ ਇੰਨੇ ਕਰੋੜ ਲਾ ਕੇ ਵਾਪਸ ਬਣਾ ਕੇ ਦੇ ਰਹੇ ਹਾਂ। ਅੱਛਾ ਸੱਚ ਤਖਤ ਜਿਨੇ ਢਾਇਆ ਸੀ ਉਸੇ ਜਦੋਂ ਬਣਾਇਆ ਤਾਂ ਅਪਰਾਧੀ ਦੂਣਾ ਨਿਭਦਾ ਮੈਨੂੰ ਨਜ਼ਰੀ ਆਇਆ ਮੈਂ ਰੱਬ ਨੂੰ ਬਹੁਤ ਧਿਆਇਆ ਸਤਿਗੁਰ ਇਹ ਕੀ ਕਲਾ ਵਿਖਾਈ ਤੂੰ ਕੀ ਪਾਣਾ ਵਰਤਾਇਆ ਮੈਂ ਪਾਪੀ ਦੀ ਸੋਧ ਲਈ ਤੂੰ ਆਪਣਾ ਘਰ ਟਿਠਾਇਆ ਮੈਂ ਰੱਬ ਨੂੰ ਬਹੁਤ ਧਿਆਇਆ। ਕਿਉਂਕਿ ਹਰਭਜਨ ਸਿੰਘ ਇਹਨਾਂ ਦਾ ਵੀ ਸਫ਼ਰ ਬੇਸ਼ੱਕ ਸਿੱਖੀ ਮਾਹੌਲ 'ਚ ਪ੍ਰਤਪਾਲਣਾ ਸੀ ਪਰ ਇੱਕ ਸਟੇਜ ਤੇ ਬਹੁਤ ਸਾਰੇ ਖੱਬੇ ਪੱਖੀ ਵਿਚਾਰਧਾਰਾ ਜਾਂ ਰੱਬ ਤੋਂ ਵਿਥ ਵਾਲੇ ਦੁਨੀਆ ਚਲੇ ਗਏ ਔਰ ਇਸ ਘੱਲੂਕਾਰੇ ਨੇ ਬਹੁਤ ਸਾਰਿਆਂ ਨੂੰ ਵਾਪਸ ਮੋੜ ਲਿਆਂਦਾ। ਸ਼ਾਮ ਪਈ ਤਾਂ ਸਤਿਗੁਰ ਬੈਠੇ ਇੱਕੋ ਦੀਵਾ ਬਾਲ ਕੇ ਪਰਕਰਮਾਂ ਚੋਂ ਜ਼ਖਮ ਬੁਲਾ ਲੇ ਸੁੱਤੇ ਹੋਏ ਉਠਾਲ ਕੇ। ਇਹ ਵੂੰਡਸ ਜ਼ਖਮ ਜਿਹੜੇ ਰਿਸਦੇ ਨੇ ਆਲਵੇਜ਼ ਅੱਜ ਵੀ 38 ਵਰਿਆਂ ਬਾਅਦ ਉਹੀ ਜਿਹੜੇ ਨੇ ਵੀਪਿੰਗ ਵੂੰਡਸ ਨੇ ਉਹ ਜ਼ਖਮ ਨੇ। ਪਰਕਰਮਾਂ ਚੋਂ ਜ਼ਖਮ ਬੁਲਾ ਲੇ ਸੁੱਤੇ ਹੋਏ ਉਠਾਲ ਕੇ ਜ਼ਹਿਰੀ ਰਾਤ ਗਜ਼ਬ ਦੀ ਕਾਲੀ ਕਿਤੇ ਕਿਤੇ ਕੋਈ ਤਾਰਾ ਸੀ ਭਿੰਨੜੇ ਬੋਲ ਗੁਰੂ ਜੀ ਬੋਲੇ ਚਾਨਣ ਵਿੱਚ ਨੁਹਾਲ ਕੇ ਅੱਜ ਦੀ ਰਾਤ ਕਿਸੇ ਨਹੀਂ ਸੌਣਾ ਹਾਲੇ ਦੂਰ ਸ਼ਹੀਦੀ ਹੈ ਅਜੇ ਤਾਂ ਸੂਰਜ ਰੋਸ਼ਨ ਕਰਨਾ ਆਪਣੇ ਹੱਥੀਂ ਬਾਲ ਕੇ ਨਾ ਕੋ ਵੈਰੀ ਨਾਹੇ ਬਗਾਨਾ ਸਤਿਗੁਰ ਦਾ ਸਭ ਸਦਕਾ ਹੈ ਪਰ ਵੇਖੋ ਜਾਬਰ ਲੈ ਨਾ ਜਾਏ ਪਰ ਪ੍ਰਤੀਤ ਉਧਾਲ ਕੇ। ਹੁਣ ਇਹ ਮੈਸੇਜ ਵੀ ਹੈ ਕਿ ਭਾਈ ਕਿਵੇਂ ਇਹ ਹੋਇਆ ਬੇਸ਼ੱਕ ਅਸੀਂ ਭਾਣੇ 'ਚ ਰਹਿਣਾ ਪਰ ਇਹ ਅਸੀਂ ਅਲਾਉ ਨਹੀਂ ਕਰਨਾ ਕਿ ਪਰ ਪ੍ਰਤੀ ਸਾਡੇ ਫੇਥ ਨਾਲ ਕੋਈ ਜਿਹੜਾ ਹੈ ਉਹ ਇਸ ਕਿਸਮ ਦਾ ਮਜ਼ਾਕ ਕਰਕੇ ਸਾਡੇ ਫੇਥ ਨੂੰ ਡਿਸਟਰੋਏ ਕਰਕੇ ਕੋਈ ਚਲਾ ਜਾਏ। ਔਰ ਇਸੇ ਤਰ੍ਹਾਂ ਹਰਿੰਦਰ ਸਿੰਘ ਮਹਿਬੂਬ ਜਿਨ੍ਹਾਂ ਦੀਆਂ ਨਜ਼ਮਾਂ ਨੇ ਉਹ ਥਾਂ ਬਣਾਈ ਹੈ ਕਿ ਜਦੋਂ ਅਸੀਂ ਚਨਾ ਦੀ ਰਾਤ ਵੈਸੇ ਵੀ ਇਹਨਾਂ ਦਾ ਸਫ਼ਰ ਵੀ ਲੈਫਟਿਸਟ ਵਰਲਡ ਤੋਂ ਰੂਹਾਨੀਅਤ ਦੇ ਉੱਚੇ ਸੁੱਚੇ ਉਹਨਾਂ ਦਰਵਾਜ਼ਿਆਂ ਤੱਕ ਪਹੁੰਚੇ। ਪ੍ਰੋਫੈਸਰ ਪੂਰਨ ਸਿੰਘ ਤੋਂ ਬਾਅਦ 20ਵੀਂ ਸਦੀ 'ਚ ਮੈਂ ਹਰਿੰਦਰ ਸਿੰਘ ਮਹਿਬੂਬ ਨੂੰ ਉਹਨਾਂ ਉਡਾਰੀਆਂ ਦੇ ਲਈ ਜਿਹੜਾ ਉਹ ਹਮੇਸ਼ਾ ਹੀ ਆਪਣੇ ਆਪ ਨੂੰ ਵੀ ਮੈਂ ਮੋਟੀਵੇਸ਼ਨ ਲੈਂਦਾ। ਖੂਨੀ ਸਾਕਿਆਂ ਪਿੱਛੋਂ ਇਹ ਹਰਿੰਦਰ ਸਿੰਘ ਮਹਿਬੂਬ ਦੀ ਨਜ਼ਮ ਹੈ। ਖੂਨ ਲਿਬੜੀ ਪਰਕਰਮਾਂ ਤੇ ਕਹਿਰ ਰਾਤ ਦਾ ਛਾਇਆ ਤਖਤ ਅਕਾਲ ਦੇ ਖੰਡਰ ਉੱਤੇ ਕੋਈ ਬਾਜ਼ ਕੁਰਲਾਇਆ ਜੋ ਤਾਰੇ ਸਮਿਆਂ ਤੋਂ ਅੱਗੇ ਵਿੱਚ ਅਰਦਾਸ ਖਲੋਏ ਭੇਦ ਭਰੀ ਕਲਗੀ ਤੇ ਪੈਂਦਾ ਨਜ਼ਰ ਮੇਰੀ ਦਾ ਸਾਇਆ ਮੇਰਾ ਜ਼ਖਮ ਅਜਨਬੀ ਕੱਲਾ ਬਿਨ ਚਾਨਣ ਬਿਨ ਆਸਾਂ ਰੋ ਤਾਰੇ ਅਰਦਾਸ ਕਰੇਂਦੇ ਝਿਮ ਝਿਮ ਪਾਰ ਅਗਾਸਾਂ ਫੜ ਕੇ ਬਾਹ ਸਮੇਂ ਦੀ ਰਾਜੇ ਜਿਚਰਕ ਪਾਪ ਕਰੇਂਦੇ ਖਾਬ ਬੇਅੰਤ ਕਹਿਰ ਦੀਆਂ ਅਣੀਆਂ ਚੁੰਮ ਕਰੇ ਅਰਦਾਸਾਂ। ਹੁਣ ਇੱਕ ਪਾਸੇ ਕਹਿਰ ਟਾਣ ਵਾਲੇ ਨੇ ਉਧਰ ਕਲਗੀ ਵਾਲੇ ਦੇ ਕਲਗੀ ਦੀ ਚਮਕ ਬੇਅੰਤ ਸਿੰਘ ਦੇ ਚਿਹਰੇ ਤੇ ਪੈ ਰਹੀ ਹੈ ਉਹਦੇ ਅੰਦਰ ਉਹ ਨੂਰ ਲਿਸ਼ਕ ਰਿਹਾ। ਬੇਪੀਰ ਕੌਮਾਂ ਨੂੰ ਆਖੇ ਵਗਦੀ ਵਗਦੀ ਰਾਵੀ ਬਾਂਝ ਪਲੀਤ ਨਜ਼ਰ ਦੇ ਹੁੰਦਿਆਂ ਧਰਤ ਰਹੇਗੀ ਸਾਵੀ ਬੁੱਤ ਹਜ਼ੂਮ ਭਸਮ ਹੋ ਜਾਸਨ ਨਾਲੇ ਹੱਥ ਫਰੇਬੀ ਦੂਰ ਬੇਅੰਤ ਮੌਤ ਦੇ ਰਾਹ ਤੇ ਥੰਮ ਖੜਾ ਕੋਈ ਭਾਵੀ ਕਿਸ ਦੇ ਵੈਣ ਸੁਣਾ ਮੈਂ ਦੂਰੋਂ ਕੌਣ ਮੇਰੇ ਵੱਲ ਆਵੇ ਪਥਰੀਲੇ ਨੇਰਾਂ ਨੂੰ ਲੰਘਦਾ ਘੋੜ ਮੇਰਾ ਘਬਰਾਵੇ ਜਦ ਮੈਂ ਅਣਦਿਸ ਛੋ ਕਿਸੇ ਵੱਲ ਰਹਿਮ ਦਾ ਹੱਥ ਉਠਾਵਾਂ ਲੱਗ ਫਰੇਬੀ ਜੀਬ ਕਿਸੇ ਨੂੰ ਹੱਥ ਮੇਰਾ ਸੜ ਜਾਵੇ ਇਸ ਪਾਸੇ ਮਾਹੀ ਦਾ ਆਉਣਾ ਫੇਰ ਮਿਲਣ ਦੀ ਵਾਰੀ ਸਦੀਆਂ ਪਿੱਛੋਂ ਰੁਲ ਨਾ ਜਾਵੇ ਫਰਿਆਦਾਂ ਦੀ ਖਾਰੀ ਦਿੱਲੀ ਦੇ ਦਰਵਾਜ਼ੇ ਉੱਤੇ ਸੁਣਨ ਲਈ ਕੋਈ ਹੁੰਗਾਰ ਆਵੇ ਬਾਜ਼ ਫੇਰ ਉੱਡ ਜਾਵੇ ਵਕਤ ਦੀ ਚੁੱਕ ਕਟਾਰੀ ਪੈਣ ਲਿਬਾਸ ਸਮੇਂ ਦੇ ਪੌਣੇ ਅੱਧੀ ਰਾਤ ਨੂੰ ਵਗੇ ਕਬਰਾਂ ਥਲਾਂ ਵਿੱਚ ਸ਼ਮਸ਼ਾਨਾਂ ਲੁਕ ਲੁਕ ਮਾਹੀ ਸੱਦੇ ਇੱਕ ਦਿਨ ਦਿੱਲੀ ਦੇ ਦਰਵਾਜ਼ੇ ਢਾ ਦੇ ਸਣ ਫਰਿਆਦ ਕਿਸ ਅਸਮਾਨ ਤੋਂ ਡਰਦੀ ਪੌਣੇ ਰੋ ਧਰਤੀ ਗੱਲ ਲੱਗੇ ਬੇਮੁਹਾਰ ਜਜ਼ਬੇ ਦੀਆਂ ਕਿਧਰੋਂ ਡਿੱਗ ਰਹੀਆਂ ਆਬਸ਼ਾਰਾਂ ਕਿਹੜੀ ਕੁੰਟ ਚੋਂ ਸਮਝ ਨਾ ਪੈਂਦੀ
ਹੁਕਮ ਦੇਣ ਸਰਕਾਰਾਂ ਮੇਰੇ ਲਿਬਾਸ ਤੇ ਬਿਨ ਦੱਸਿਆ ਹੀ ਕਿਤੋਂ ਪੈਂਦੀਆਂ ਚਮਕਾਂ ਜਿਹੜੇ ਰੱਬ ਦੀ ਬੁੱਕਲ ਦੇ ਵਿੱਚ ਧਰਤੀ ਦੀਆਂ ਪੁਕਾਰਾਂ ਹੁਣ ਕਿਉਂ ਸਿਦਕ ਮੇਰਾ ਅਜ਼ਮਾਵੇਂ ਨੀਲੇ ਦੇ ਅਸਵਾਰਾ। ਹੁਣ ਗੁਰੂ ਕਲਗੀਧਰ ਪਾਤਸ਼ਾਹ ਨੂੰ ਅਰਜੋਈ ਰੂਪ ਦੇ ਵਿੱਚ ਜੀ ਹੁਣ ਕਿਉਂ ਸਿਦਕ ਮੇਰਾ ਅਜ਼ਮਾਵੇਂ ਨੀਲੇ ਦੇ ਅਸਵਾਰਾ ਮੈਂ ਅਰਦਾਸ ਕਰਾਂ ਕਿਸ ਥਾਂ ਤੇ ਬਲੇ ਪਿਆ ਜਗ ਸਾਰਾ ਵਾਟ ਮੇਰੀ ਸਦੀਆਂ ਦੀ ਹੋਈ ਤਖਤ ਅਕਾਲ ਤੇ ਖੰਡਰ ਝੁਲਸੇ ਟੁੱਟੇ ਚਰਖ ਸਿਰੇ ਤੇ ਚਾੜ ਨਵਾਂ ਕੋਈ ਤਾਰਾ ਲੰਮੀ ਰਾਤ ਬਲਦੀਆਂ ਪਈਆਂ ਤਾਰਿਆਂ ਤੀਕ ਜ਼ਮੀਰਾਂ ਰਾਹ ਵਿੱਚ ਰੋਹ ਬਲੀ ਦੇ ਪਰਬਤ ਕਿਵੇਂ ਰੋਕਣ ਤਕਦੀਰਾਂ ਸੱਚ ਦੀਆਂ ਸਫਾਂ ਦੇ ਉੱਤੇ ਗੁਰੂ ਵਲੀ ਆ ਬੈਠੇ ਧਰਤੀ ਦੱਸ ਸਕੇ ਨਾ ਕਿੱਥੇ ਰੋਣ ਮੁਸਾਫਰ ਹੀਰਾਂ ਰੋਈਆਂ ਦੇ ਵਿੱਚ ਲਸ਼ਕਰ ਮੋਏ ਹਵਾ ਪਈ ਕੁਰਲਾਵੇ ਧੂੜ ਕੋਂਪਲਾਂ ਤੇ ਕੰਨਾਂ ਤੱਕ ਛੁਪੇ ਫਰੇਬ ਲਿਆਵੇ ਨੀਂਦਾਂ ਸਣੇ ਮਾਸੂਮ ਖਪਾਏ ਕੋਟ ਸਾਜ਼ਿਸ਼ਾਂ ਹੋਈਆਂ ਦਗੇਬਾਜ਼ ਸਮਿਆਂ ਦੇ ਸਾਹਮਣੇ ਬੋਲ ਸ਼ਹੀਦ ਪੁਗਾਵੇ ਰਲ ਵਿੱਚ ਦੂਰ ਦੀਆਂ ਪਰਵਾਜ਼ਾਂ ਅਥਰੂ ਘੁੰਮਣ ਖਾਰੇ ਅਣ ਸੋਚੇ ਨੁਕਤੇ ਜੋ ਰੂਹ ਫਿਰ ਝੁਕ ਝੁਕ ਵੇਖਣ ਤਾਰੇ ਭੋਲੇ ਭਾ ਮੈਂ ਬ੍ਰਿਛ ਲਗਾਵਾਂ ਦੇਣ ਅਸੀਸ ਪੈਗੰਬਰ ਕਿਸੇ ਸ਼ਹੀਦ ਦੀਆਂ ਅਰਦਾਸਾਂ 14 ਤਬਕ ਖਿਲਾਰੇ ਬੀਆਬਾਨ ਵਿੱਚ ਬਾਜ਼ ਗੁਆਚੇ ਘੋਰ ਇਕੱਲਾਂ ਛਾਈਆਂ ਕਿਉਂ ਤੂੰ ਸਿਦਕ ਮੇਰਾ ਅਜਮਾਵੇਂ ਉਮਰਾਂ ਅਜੇ ਨਾ ਆਈਆਂ ਦੀਵਾ ਬਾਲ ਸਕਾਂ ਨਾ ਰਾਤੀ ਉਜੜੇ ਤ੍ਰਿੰਜਣ ਰੁਲਦੇ ਘੋੜ ਤੇਰੇ ਦੀ ਟਾਪ ਸੁਣੀਂਦੀ ਤਾਰਿਆਂ ਸ਼ਰਤਾਂ ਲਾਈਆਂ ਨਾ ਸ਼ੁਕਰੇ ਬੁੱਤ ਪੂਜ ਨਗਰ ਵਿੱਚ ਹਾਕ ਸੁਣੀ ਇੱਕ ਮੈਨੂੰ ਖਾਕ ਵਿਸ਼ੈਲੀ ਖੋਰ ਦੇਵੇਗੀ ਬੀਆਬਾਨ ਵਿੱਚ ਤੈਨੂੰ ਨਾਗਾਂ ਵਾਂਗ ਸਾਜ਼ਿਸ਼ਾਂ ਘੁੰਮਣ ਹੋਏ ਹੈਰਾਨ ਮੈਂ ਸੋਚਾਂ ਜੇ ਨਾ ਤੇਰੇ ਮੁਰੀਦ ਬਾਜ਼ ਦੀ ਨਜ਼ਰ ਦੇਖਦੀ ਕਹਿਨੂੰ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ ਬਦ ਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਕਰਕੇ ਮੂੰਹ ਜ਼ੋਰ ਸਮਾਂ ਨ ਕੌਮੇ ਨਿਗਲ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ। ਹੁਣ ਮੈਂ ਇੱਕ ਨਜ਼ਮ ਜਿਹੜੀ ਉਹਨਾਂ ਨੇ ਨੀਂਦਾਂ ਦਾ ਕਤਲ ਤੇ ਸ਼ਹੀਦਾਂ ਦਾ ਗਜ਼ਬ ਕਿਉਂਕਿ ਬਹੁਤ ਸਾਰੀ ਮਿਸਟਿਕ ਪੋਇਟਰੀ ਹੈ ਸ਼ਾਇਦ ਬਹੁਤਿਆਂ ਨੂੰ ਸਮਝ ਵੀ ਨਾ ਆ ਰਹੀ ਹੋਏ ਪਰ ਇਸ ਦੀ ਰਵਾਨਗੀ ਚੋਂ ਤੁਸੀਂ ਅਕਾਲ ਪੁਰਖ ਦੇ ਅੱਗੇ ਅਰਦਾਸ ਗੁਰੂ ਕਲਗੀਧਰ ਪਾਤਸ਼ਾਹ ਦੇ ਉੱਤੇ ਫੇਥ ਤੇ ਫਿਰ ਉਹਨਾਂ ਸ਼ਹੀਦਾਂ ਦਾ ਡੁੱਲਿਆ ਖੂਨ ਜਿਹੜਾ ਗਜ਼ਬ ਲਿਆਂਦਾ ਹੈ ਉਹ ਉਹਨਾਂ ਨੇ ਨਜ਼ਮ ਕਹੀ ਨੀਂਦਾਂ ਦਾ ਕਤਲ ਤੇ ਸ਼ਹੀਦਾਂ ਦਾ ਗਜ਼ਬ ਜੋ 3 ਜੂਨ ਤੋਂ ਲੈ ਕੇ ਇਹਨਾਂ ਦਿਨਾਂ 'ਚ ਵਰਤਾਇਆ ਇਹ ਨੀਂਦਾਂ ਦਾ ਕਤਲ ਸੀ। ਕੌਮ ਸ਼ਹੀਦ ਗੁਰੂ ਦੇ ਬੂਹੇ ਕਰ ਸੁੱਤੀ ਅਰਦਾਸਾਂ ਕੌਮ ਸ਼ਹੀਦ ਗੁਰੂ ਦੇ ਬੂਹੇ ਕਰ ਸੁੱਤੀ ਅਰਦਾਸਾਂ ਡੈਣ ਸਰਾਲ ਚੋਰ ਜਿਉਂ ਸਰਕੀ ਲੈ ਕੇ ਘੋਰ ਪਿਆਸਾ। ਹੁਣ ਜਿਹੜੀ ਸੱਪਣੀ ਹੈ ਜਾਂ ਸਰਾਲ ਜਿਹਨੂੰ ਕਹਿੰਦੇ ਨੇ ਉਹ ਘੇਰਾ ਪਾ ਕੇ ਕਿਹਾ ਜਾਂਦਾ ਹੈ ਫੋਕਲੋਰ 'ਚ ਕਿ ਉਹ ਖੂਨ ਚੂਦੇ ਡੈਣ ਸਰਾਲ ਇੰਦਰਾ ਗਾਂਧੀ ਉਹਨੇ ਕਿਵੇਂ ਮਾਹੀ ਦੇ ਦਰ ਤੇ ਜਿਹੜੀਆਂ ਸੰਗਤਾਂ ਆਈਆਂ ਨੇ ਉਹਨਾਂ ਦੇ ਨਾਲ ਕੀ ਕੀਤਾ। ਕੌਮ ਸ਼ਹੀਦ ਗੁਰੂ ਦੇ ਬੂਹੇ ਕਰ ਸੁੱਤੀ ਅਰਦਾਸਾਂ ਡੈਣ ਸਰਾਲ ਚੋਰ ਜਿਉਂ ਸਰਕੀ ਲੈ ਕੇ ਘੋਰ ਪਿਆਸਾਂ ਹੱਥ ਬੇਅੰਤ ਸਮੇਂ ਦੇ ਡਾਢੇ ਕੌਣ ਕੁਪੱਤੀਆਂ ਡੈਣਾ ਲਹੂ ਸ਼ਹੀਦ ਦਾ ਲਟ ਲਟ ਬਲਿਆ ਕਾਲ ਦੇ ਕੁੱਲ ਆਗਾਸਾਂ ਮੇਰੇ ਸ਼ਹੀਦ ਮਾਹੀ ਦੇ ਦਿਨ ਤੂੰ ਸੁਣੀ ਕੁਪੱਤੀਏ ਨਾਰੇ ਮੇਰੇ ਸ਼ਹੀਦ ਮਾਹੀ ਦੇ ਦਿਨ ਤੂੰ ਸੁਣੀ ਕੁਪੱਤੀਏ ਨਾਰੇ ਕੌਮ ਮੇਰੀ ਦੇ ਬਚੜੇ ਭੋਲੇ ਡੂੰਗੀ ਨੀਂਦ ਚ ਮਾਰੇ ਜੋ ਜਰਨੈਲ ਮਾਹੀ ਦੇ ਦਰ ਤੇ ਪਹਿਰੇਦਾਰ ਪੁਰਾਣਾ ਸੰਤ ਜਰਨੈਲ ਸਿੰਘ ਜੋ ਜਰਨੈਲ ਮਾਹੀ ਦੇ ਦਰ ਤੇ ਪਹਿਰੇਦਾਰ ਪੁਰਾਣਾ ਮਹਾਬਲੀ ਸਮੇਂ ਤੇ ਬੈਠਾ ਉਹ ਅਸਵਾਰ ਨਾ ਹਾਰੇ ਨੀਂਦ ਚ ਨੀਂਦ ਜੇ ਬਚੜੇ ਖਾਵੇਂ ਸੁਣ ਬੇਕਰਕ ਚੜੇਲੇ ਸਮਾਂ ਪੁਰ ਸਲਾਤ ਜਿਉਂ ਹੇਠਾਂ
ਦਗੇਬਾਜ਼ ਨੇ ਮੇਲੇ ਸੁੱਟ ਦੇਵੇਗਾ ਕੀਟ ਜੋ ਤੈਨੂੰ ਕਹਿਰ ਬੇਅੰਤ ਦਾ ਝੁੱਲੇ ਤੋੜ ਤੇਰੇ ਰਾਜ ਦੇ ਬੂਹੇ ਨਰਕ ਨੇਰ ਵਿੱਚ ਠੇਲੇ ਕਿ ਤੇਰਾ ਅੰਤ ਵੀ ਹੋਏਗਾ ਔਰ ਨਰਕ ਦੇ ਵਿੱਚ ਤੈਨੂੰ ਜਿਹੜਾ ਦੋਜ਼ਖ ਦੇ ਵਿੱਚ ਢੇਲਿਆ ਜਾਏਗਾ। ਕਟਕ ਅਕਿਰਤ ਕਣਾਂ ਦੇ ਧਮਕੇ ਹਰ ਮੰਦਰ ਦੇ ਬੂਹੇ, ਇਹ ਅਕਿਰਤ ਕਣ ਲੋਕ, ਅੱਛਾ ਕਟਕ ਅਕਿਰਤ ਕਣਾਂ ਦੇ ਧਮਕੇ ਹਰ ਮੰਦਰ ਦੇ ਬੂਹੇ ਮੀਆਂ ਮੀਰ ਦਾ ਖੂਨ ਵੀਟ ਕੇ ਕਰੇ ਸਰੋਵਰ ਸੂਹੇ। ਕਿਉਂਕਿ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਮੀਆਂ ਮੀਰ ਤੋਂ ਗੁਰੂ ਅਰਜਨ ਸਾਹਿਬ ਨੇ ਰਖਵਾਇਆ ਸੀ, ਸਾਈਂ ਮੀਆਂ ਮੀਰ, ਤੇ ਉਹ ਕਹਿੰਦੇ ਨੇ ਹਰਿੰਦਰ ਸਿੰਘ ਮਹਿਬੂਬ ਕਿ ਮੀਆਂ ਮੀਰ ਦਾ ਖੂਨ ਜਿਹੜਾ ਉਹ ਵੀਟਿਆ। ਕਟਕ ਅਕਿਰਤ ਕਣਾਂ ਦੇ ਧਮਕੇ ਹਰ ਮੰਦਰ ਦੇ ਬੂਹੇ ਮੀਆਂ ਮੀਰ ਦਾ ਖੂਨ ਵੀਟ ਕੇ ਕਰੇ ਸਰੋਵਰ ਸੂਹੇ ਦੂਰ ਸਮੇਂ ਦੇ ਗਰਭ ਚ ਸੁੱਤੇ ਬੀਜ ਮਾਸੂਮ ਵਣਾਂ ਦੇ ਲੂਣ ਹਰਾਮ ਦੀ ਨਜ਼ਰ ਪੈਂਦਿਆਂ ਗਏ ਪਲਾਂ ਵਿੱਚ ਲੂਹੇ ਕਾਇਲ ਹੋਏ ਹਰਮੰਦਰ ਕੋਲੇ ਕਿਹੜਾ ਬੇਅੰਤ ਨੂੰ ਪਈਆਂ ਤੱਤੀ ਤਵੀ ਦੇ ਵਾਂਗ ਦੁਪਹਿਰਾਂ ਨਾਲ ਨਾਲ ਬਲ ਰਹੀਆਂ ਮੀਆਂ ਮੀਰ ਦੇ ਸੁਪਨੇ ਦੇ ਵਿੱਚ ਵਗੇ ਵਗੇ ਪਈ ਰਾਵੀ ਵਹਿਣ ਚ ਹੱਥ ਉੱਠੇ ਸਭ ਲਹਿਰਾਂ ਉਲਰ ਬੇਅੰਤ ਤੇ ਪਈਆਂ। ਸੋ ਇਹ ਜਿਹੜਾ ਮਿਸਟਿਸਿਜ਼ਮ ਹੈ ਉਸ ਦੀ ਕਹਾਣੀ ਹੈ ਔਰ ਮੈਂ ਫਿਰ ਸ਼ੇਅਰ ਕਰਾਂਗਾ ਕਿਸੇ ਵੇਲੇ ਉਹਨਾਂ ਦੀ ਬੜੀ ਖੂਬਸੂਰਤ ਇਸ ਦੇ ਉੱਤੇ ਲਿਖਤਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹ ਨਜ਼ਮਾਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੀਆਂ ਨੇ ਔਰ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ ਅਤੇ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼ੁਕਰ ਹੈ ਕਿ ਅਖੀਰ ਕੁਝ ਇਸਲਾਮਿਕ ਮੁਲਕਾਂ ਦੀ ਜਿਹੜੀ ਡੂੰਘੀ ਨੀਂਦ ਚੋਂ ਜਾਗ ਖੁੱਲੀ ਹੈ ਔਰ ਭਾਰਤ ਵਿੱਚ ਜਿਸ ਕਦਰ ਇਸਲਾਮ ਵਿਰੋਧੀ ਮਾਹੌਲ ਹਿੰਦੂਤਵੀਆਂ ਨੇ ਸਿਰਜਿਆ ਹੋਇਆ ਹੈ ਉਸ ਦੇ ਉੱਤੇ ਹੁਣ ਇਸਲਾਮਿਕ ਮੁਲਕਾਂ ਨੇ ਥੋੜਾ ਜਿਹਾ ਸਟੈਂਡ ਲਿਆ ਹੈ। ਸੋ ਕੀ ਭਾਰਤ ਵਿੱਚ ਇਸ ਨਾਲ ਹਿੰਦੂਤਵੀਆਂ ਦੇ ਰਵੱਈਏ ਵਿੱਚ ਕੋਈ ਤਬਦੀਲੀ ਆਏਗੀ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਤੋਂ ਹਿੰਦੂਤਵੀ ਤਾਕਤ ਵਿੱਚ ਆਏ ਨੇ 2014 ਤੋਂ ਮੋਦੀ ਪ੍ਰਾਈਮ ਮਿਨਿਸਟਰ ਬਣਿਆ, ਦੂਸਰੀ ਵਾਰ 2019 ਚ ਫਿਰ ਬਣਿਆ, ਕਿਵੇਂ ਖੁੱਲ੍ਹੇਆਮ ਉਹਨਾਂ ਨੇ ਜਿੱਥੇ ਘੱਟ ਗਿਣਤੀਆਂ ਦੇ ਖਿਲਾਫ ਆਪਣੀਆਂ ਨੀਤੀਆਂ ਲਾਗੂ ਕੀਤੀਆਂ, ਮੁਸਲਮਾਨਾਂ ਦੇ ਖਿਲਾਫ ਤਾਂ ਕਿਸ ਹੱਦ ਤੱਕ ਨਫ਼ਰਤ ਜ਼ਹਿਰ ਫੈਲਾਈ, ਕਿਵੇਂ ਉਹਨਾਂ ਨੇ ਘਰ ਵਾਪਸੀ ਦੇ ਨਾਂ ਥੱਲੇ ਮੁਸਲਮਾਨਾਂ ਦੀ ਫੋਰਸਡ ਕਨਵਰਸ਼ਨ ਔਰ ਗਾਂ ਮਾਤਾ ਦੇ ਨਾਂ ਥੱਲੇ ਉਹਨਾਂ ਦੀ ਜਿਹੜੀ ਮਾੜੀ ਮੋਟੀ ਰੁਜ਼ਗਾਰ ਗਰੀਬ ਮੁਸਲਮਾਨਾਂ ਦਾ, ਉਹਨਾਂ ਦੀਆਂ ਮਾਸ ਦੀਆਂ ਜਾਂ ਦੂਸਰੀਆਂ ਦੁਕਾਨਾਂ, ਉਹਨਾਂ ਦੇ ਉੱਤੇ ਵੀ ਜਿਹੜਾ ਉਹਨਾਂ ਨੇ ਧਾਵੇ ਔਰ ਫਿਰ ਇਹ ਕਹਿ ਕੇ ਕਿ ਜੀ ਇਹ ਤਾਂ ਲਵ ਜਿਹਾਦ ਕਰਦੇ ਨੇ, ਕਿਵੇਂ ਮੁਸਲਮਾਨ ਬੱਚੀਆਂ ਬੱਚੇ ਉਹਨਾਂ ਦੇ ਉੱਤੇ ਅਟੈਕ, ਮਸੀਤਾਂ ਦੇ ਉੱਤੇ ਕਿਵੇਂ ਲਗਾਤਾਰਤਾ ਦੇ ਨਾਲ ਗਿਆਨ ਵਾਪੀ ਬਾਬਰੀ ਮਸੀਤ ਨਾਲ ਕੀ ਕੀਤਾ, ਹੁਣ ਗਿਆਨ ਵਾਪੀ ਬਨਾਰਸ ਨਾਲ, ਕਰਨਾਟਕਾ ਦੇ ਵਿੱਚ ਟੀਪੂ ਸੁਲਤਾਨ ਦੀ ਬਣਾਈ ਮਸੀਤ ਦੇ ਉੱਤੇ ਹੁਣ ਜਾ ਕੇ ਫਿਰ ਉਹਨਾਂ ਨੇ ਆਪਣਾ ਜਿਹੜਾ ਹੱਕ ਜਤਾਇਆ ਤਾਜ ਮਹਿਲ ਔਰ ਦੂਸਰਾ। ਔਰ ਇਸ ਸਭ ਦੇ ਚਲਦਿਆਂ ਗੱਲ ਇਸ ਹੱਦ ਤੱਕ ਚਲੀ ਗਈ ਕਿ ਵੀ ਬੀਜੇਪੀ ਦੀ ਸਪੋਕਸਵੂਮਨ ਜਿਹੜੀ ਹੈ ਉਹ ਇੱਕ ਟੀਵੀ ਸ਼ੋਅ ਦੇ ਵਿੱਚ ਬੈਠ ਕੇ ਨਬੀ ਮੁਹੰਮਦ ਸਾਹਿਬ ਦੇ ਖਿਲਾਫ ਜਿਸ ਕਿਸਮ ਦੀ ਉਹਨੇ ਜਿਹੜੀ ਹੈ ਭੱਦੀ ਸ਼ਬਦਾਵਲੀ ਇਸਤੇਮਾਲ ਕੀਤੀ, ਜਿਹੜੀ ਅਸੀਂ ਬਿਲਕੁਲ ਨਹੀਂ ਕਰਾਂਗੇ। ਹੁਣ ਇਸ ਸਭ ਦਾ ਔਰ ਇਸ ਸਾਰੇ ਪੀਰੀਅਡ 'ਚ ਬਾਕੀ ਕਸ਼ਮੀਰ ਬਾਰੇ ਕਿਵੇਂ 5 ਅਗਸਤ 2019 ਨੂੰ
ਜੰਮੂ ਕਸ਼ਮੀਰ ਦਾ ਸਟੇਟਸ ਆਰਟੀਕਲ 370 35A ਖਤਮ ਕੀਤਾ ਹੈ, ਕਿਵੇਂ ਉਹਨੂੰ ਯੂਨੀਅਨ ਟੈਰੀਟਰੀ ਬਣਾ ਕੇ ਔਰ ਕਿਵੇਂ ਕਸ਼ਮੀਰ ਦੇ ਵਿੱਚ ਲਗਾਤਾਰ ਫੌਜੀ ਜ਼ੁਲਮ ਚੱਲ ਰਹੇ ਨੇ। ਔਰ ਸਾਡਾ ਹਮੇਸ਼ਾ ਹੀ ਇਹ ਕਹਿਣਾ ਸੀ ਕਿ ਵੀ ਜ਼ੁਲਮ ਸਿੱਖ ਕੌਮ ਨਾਲ ਪਿਛਲੇ 38 ਸਾਲਾਂ ਤੋਂ ਬਹੁਤ ਜ਼ਿਆਦਾ ਹੋਏ ਨੇ, ਹੋ ਰਹੇ ਨੇ ਲਗਾਤਾਰਤਾ ਨਾਲ। ਪਰ ਅਸੀਂ ਤਾਂ ਬਹੁਤ ਵਾਰ ਅਸੀਂ ਤਾਂ ਲੜਦੇ ਹਾਂ, ਲੜਾਂਗੇ ਵੀ, ਅਖੀਰ ਤੱਕ ਲੜਾਂਗੇ, ਪਰ ਸਾਨੂੰ ਇਹ ਹੁੰਦਾ ਸੀ ਕਿ ਵੀ ਰਿਗਰੈਟ ਕਿ ਵੀ ਕਾਸ਼ ਕੋਈ ਸਾਡੇ ਲਈ ਆਵਾਜ਼ ਚੁੱਕਣ ਵਾਲਾ ਮੁਲਕ ਹੁੰਦਾ, ਕੋਈ ਹੋਰ ਸਿੱਖ ਮੁਲਕ ਹੁੰਦਾ। ਲੇਕਿਨ ਜਦੋਂ ਅਸੀਂ ਜੋ ਭਾਰਤ ਦੇ 20 ਕਰੋੜ ਮੁਸਲਮਾਨਾਂ ਦੇ ਨਾਲ ਹੋ ਰਿਹਾ ਹੈ, ਉਸ ਦੇ ਚਲਦਿਆਂ ਦੇਖਦੇ ਸੀ ਕਿ 57 ਮੁਲਕ ਇਸਲਾਮ 'ਚ ਯਕੀਨ ਰੱਖਣ ਵਾਲੇ ਨੇ, ਦੁਨੀਆ ਦੀ 60-70% એનર્ਜੀ ਦੇ ਉੱਤੇ ਬੈਠੇ ਹੋਏ ਨੇ, ਔਰ ਇਸਲਾਮ ਇੱਕ ਜਿਹੜਾ ਉਹ ਅਹਿਸਾਸ ਦਿੰਦਾ ਹੈ ਜਿੱਥੇ ਤੁਸੀਂ ਮੁਸਲਮਾਨ ਦੇ ਲਈ ਬਰਾਦਰ ਵਾਲਾ ਪਾਰਟ ਹੈ। ਸੋ ਸਾਨੂੰ ਇਹ ਲੱਗਦਾ ਸੀ ਵੀ ਇਹ ਐਸੇ ਬੇਗੈਰਤ ਨੇ, OIC ਹੋਏ ਸਾਰੇ ਹੋਣ, ਕਿ ਇਧਰ ਮੋਦੀ ਜਾਂ ਹਿੰਦੂਤਵੀਆਂ ਦੀ ਨੀਤੀ ਕੀ ਹੈ ਔਰ ਉਧਰ ਸਾਊਦੀ ਅਰੇਬੀਆ ਔਰ UAE ਜਿਹੜੇ ਨੇ ਉਹ ਸੱਦ ਕੇ ਹਾਈਐਸਟ ਸਿਵਿਲੀਅਨ ਅਵਾਰਡ ਦੇ ਰਹੇ ਸੀ ਮੋਦੀ ਨੂੰ। ਔਰ ਜਦੋਂ ਤੁਸੀਂ ਫਿਗਰ ਦੇਖਦੇ ਹੋ ਕਿ $87 ਬਿਲੀਅਨ ਦੀ ਟ੍ਰੇਡ ਇਹ ਜਿਹੜੇ ਮੁਲਕ ਨੇ, ਕੁਵੈਤ, ਕਤਰ, ਸਾਊਦੀ ਅਰੇਬੀਆ, ਬਹਿਰੀਨ, ਓਮਾਨ, ਇਹ 2020 ਦੇ ਵਿੱਚ ਇਹਨਾਂ ਦੀ ਇੰਡੀਆ ਦੇ ਨਾਲ $87 ਬਿਲੀਅਨ ਦੀ ਟ੍ਰੇਡ ਹੈ। ਇਸ ਲੈਵਲ ਦਾ ਭਾਰਤ ਦੇ ਨਾਲ ਜਿਹੜਾ ਉਹ ਭਾਰਤ ਡਿਪੈਂਡੈਂਟ ਹੈ। 87 ਬਿਲੀਅਨ ਕੋਈ ਛੋਟਾ ਅਮਾਉਂਟ ਨਹੀਂ ਹੁੰਦਾ। ਫਿਰ 21 ਲੱਖ ਭਾਰਤੀ ਜਿਹੜੇ ਨੇ ਇਹਨਾਂ ਮੁਲਕਾਂ ਦੇ ਵਿੱਚ ਕੰਮ ਕਰਦੇ ਨੇ, ਜਿਨ੍ਹਾਂ ਦੀ ਬੈਕ ਹੋਮ ਤਵਿਆਂ ਤੇ ਰੋਟੀ ਇਸ ਲਈ ਪੱਕਦੀ ਹੈ ਕਿ ਉੱਥੋਂ ਪੈਸੇ ਕਮਾ ਕੇ ਭੇਜਦੇ ਨੇ। ਔਰ ਫਿਰ ਆਲਮੋਸਟ ਭਾਰਤ ਦੇ ਕੋਲ ਆਪਣਾ ਤੇਲ ਤਾਂ ਹੈ ਨਹੀਂ, 10-15% ਹੈ, 60-70% ਦੇ ਕਰੀਬ ਉਹਨਾਂ ਦੀ ਜਿਹੜੀ ਆਇਲ ਸਪਲਾਈ ਹੈ ਉਹ ਸਾਊਦੀ ਅਰੇਬੀਆ ਔਰ ਕੁਵੈਤ, ਕੁਛ ਈਰਾਨ, ਇਹਨਾਂ ਮੁਲਕਾਂ ਤੋਂ ਹੁੰਦੀ ਹੈ। ਤੇ ਹਮੇਸ਼ਾ ਅਸੀਂ ਆਪਣੇ ਪ੍ਰੋਗਰਾਮ 'ਚ ਕਹਿੰਦੇ ਰਹੇ ਕਿ ਜੇ ਇੱਕ ਹਫ਼ਤੇ ਲਈ ਵੀ ਇਹ ਮੁਲਕ ਕਹਿਣ ਕਿ ਜੀ ਅਸੀਂ ਤੁਹਾਡਾ ਤੇਲ ਬੰਦ ਕਰ ਰਹੇ ਹਾਂ, ਇਹਨਾਂ ਦੀ ਅਕਲ ਟਿਕਾਣੇ ਆ ਜਾਏਗੀ ਔਰ ਇਹਨਾਂ ਨੂੰ ਸਮਝ ਆ ਜਾਏਗੀ ਕਿ ਕਿਸ ਭਾਅ ਵਿਕਦੀ ਹੈ। ਲੇਕਿਨ ਉਹਦਾ ਆਨਰ ਕਰਨ ਵਾਲਿਆਂ 'ਚ ਸੀ ਸਾਊਦੀ ਅਰੇਬੀਆ ਔਰ ਜਿਹੜੇ UAE ਕਿ ਮੋਦੀ ਬਹੁਤ ਵੱਡਾ ਹਾਈਐਸਟ ਸਿਵਿਲੀਅਨ ਅਵਾਰਡ ਦੇ ਰਹੇ ਨੇ। ਪਰ ਕੁਝ ਐਸੇ ਨੁਕਤੇ ਆ ਜਾਂਦੇ ਨੇ ਜਿੱਥੇ ਸ਼ਾਇਦ ਰੱਬ ਨੇ ਕੋਈ ਸਬਕ ਦੇਣਾ ਹੁੰਦਾ ਹੈ, ਜਾਂ ਆਮ ਲੋਕਾਂ ਦਾ ਇੰਨਾ ਜ਼ੋਰ ਪੈ ਜਾਂਦਾ ਕਿ ਆਮ ਲੋਕ ਹੀ ਕਹਿੰਦੇ ਨੇ ਜੀ ਇਨਫ ਇਜ਼ ਇਨਫ। ਹੁਣ ਇਹ ਜਿਹੜਾ ਪਾਰਟ ਨੂਪਰ ਸ਼ਰਮਾ ਨੇ, ਜਿਹੜੀ BJP ਦੀ ਆਫੀਸ਼ੀਅਲ ਸਪੋਕਸਵੂਮਨ, ਨਬੀ ਬਾਰੇ ਆਪਣੇ TV ਸ਼ੋਅ 'ਚ ਕਿਹਾ, ਔਰ ਫਿਰ ਜਿਹੜਾ ਇੱਕ ਉਹਨਾਂ ਦਾ ਹੋਰ ਜਿੰਦਲ ਨਾਂ ਦਾ ਜਿਹੜਾ ਨਵੀਨ ਜਿੰਦਲ, ਉਹ ਉਹਨਾਂ ਦਾ ਮੀਡੀਆ ਹੈਡ ਦਿੱਲੀ ਯੂਨਿਟ ਦਾ, ਉਹਨੇ ਅੱਗੋਂ ਬਕਵਾਸ ਕੀਤਾ। ਸੋ ਉਸ ਦਾ ਅਖੀਰ ਬੜੇ ਲੰਮੇ ਵਕਤ ਬਾਅਦ ਅਖੀਰ ਇਹਨਾਂ ਦੀ ਗੈਰਤ ਜਾਗੀ। ਇਸਲਾਮਿਕ ਵਰਲਡ ਦੇ ਵਿੱਚ ਇਸ ਦਾ ਬੜਾ ਤਿੱਖਾ ਰਿਐਕਸ਼ਨ ਹੋਇਆ। ਔਰ ਇਹ ਜਦੋਂ ਤੁਸੀਂ ਪਿਛਲੇ 2-3 ਦਿਨ ਦੀਆਂ ਹੀ ਅਸੀਂ ਜੇ ਦੇਖੀਏ ਹਾਲਾਂ, ਅਸੀਂ ਟਰੈਵਲ ਕਰ ਰਹੇ ਸੀ, ਗਲੋਬਲ ਆਊਟਰੇਜ ਕੰਟੀਨਿਊਜ਼ ਓਵਰ BJP ਲੀਡਰਸ ਕਮਿਊਨਲ ਰਿਮਾਰਕਸ, the party on Sunday suspended Nupur Sharma and expelled Naveen Kumar for communal comments. ਹੁਣ ਐਸਾ ਕੀ ਹੈ ਕਿ ਵੀ ਉਹਨਾਂ ਨੂੰ ਆਪਣੀ ਸਪੋਕਸ ਵੂਮਨ ਨੂੰ ਸਸਪੈਂਡ ਕਰਨਾ ਪਿਆ, ਜਾਂ ਨਵੀਨ ਕੁਮਾਰ ਨੂੰ ਜਿਹੜਾ, ਹਾਲਾਂ ਇਹ ਐਵੇਂ ਗੋਂਗਲੀਆਂ ਤੋਂ ਮਿੱਟੀ ਲਾਉਣ ਵਾਲਾ ਕੰਮ ਹੈ, ਪਰ ਇਹ ਮੈਸੇਜ ਜ਼ਰੂਰ ਗਿਆ। ਔਰ ਇਹ ਮੈਸੇਜ ਗਿਆ ਕਿਉਂਕਿ ਇਹਨਾਂ ਦੇਸ਼ਾਂ ਦੇ ਆਮ ਲੋਕਾਂ 'ਚ ਹੋਇਆ, ਉਹਨਾਂ ਦੀਆਂ ਜਿਹੜੀਆਂ ਸੁਪਰ ਮਾਰਕੀਟ ਸੀ ਉਹਨਾਂ ਨੇ ਕਿਹਾ ਇੰਡੀਅਨ ਪ੍ਰੋਡਕਟ ਬਾਹਰ ਕੱਢੋ, ਸੁੱਟੋ ਇਹਨਾਂ ਨੂੰ, ਕਿ ਵੀ ਇਹ ਤੁਸੀਂ ਜੇ ਨਬੀ ਦੀ ਤੋਹੀਨ ਕਰੋਗੇ, ਇਸ ਲੈਵਲ ਦਾ ਤੁਸੀਂ ਬਲੈਸਫੇਮਸ ਐਕਟ ਕਰ ਰਹੇ ਹੋ ਤੇ ਇਹ ਨਾ ਕਾਬਲੇ ਬਰਦਾਸ਼ਤ ਹੈ। ਔਰ ਇਸ ਦੇ ਉੱਤੇ ਈਵਨ ਕਤਰ, ਜਿਹਦੇ ਨਾਲ ਭਾਰਤ ਦੇ ਚੰਗੇ ਸਬੰਧ ਰਹੇ ਨੇ ਔਰ ਹੈ ਨੇ, ਉਹਨਾਂ ਨੇ ਕਿਹਾ ਵੀ ਭਾਰਤ ਪਬਲਿਕ ਅਪੋਲੋਜੀ ਮੰਗੇ। ਉਹਨਾਂ ਨੇ ਕਿਹਾ allowing such Islamophobic remarks to continue without punishment constitutes a grave danger to the protection of human rights and may lead to further prejudice and marginalization, which will create a cycle of violence and hate, Qatar Ministry of Foreign Affairs said. ਉਹਨੇ ਕਿਹਾ ਜੀ ਆ ਤਾਂ ਤੁਸੀਂ ਚੇਨ ਰਿਐਕਸ਼ਨ ਨਫ਼ਰਤ ਦਾ ਕਰ ਰਹੇ ਹੋ, ਇਸ ਦੇ ਲਈ ਜਿਹੜਾ ਜਦੋਂ ਤੱਕ ਹੁਣ ਤੁਸੀਂ ਇਸ ਦੀ ਮਾਫੀ ਨਹੀਂ ਮੰਗਦੇ, ਇਸ ਤਪਾੜ। ਔਰ ਇਸ ਦੇ ਉੱਤੇ ਇੰਡੀਆ ਦਾ ਐਂਬੈਸਡਰ ਜਿਹੜਾ ਕਤਰ ਦੇ ਵਿੱਚ ਦੀਪਕ ਮਿੱਤਲ, ਉਹ ਕਹਿੰਦਾ ਜੀ ਇਹ ਫ੍ਰਿੰਜ ਐਲੀਮੈਂਟ, ਫ੍ਰਿੰਜ ਹੁੰਦਾ ਐਵੇਂ ਥੋੜੇ ਜਿਹੇ ਜਿਹੜੇ ਨੁਕਰੇ ਲੱਗੇ ਨੇ ਉਹਨਾਂ ਦਾ, ਅਸੀਂ ਤਾਂ ਜਿਹੜਾ ਇਸ ਸਾਰੇ ਦੇ ਉੱਤੇ ਹੈ। ਔਰ ਇਸ ਦੇ ਹੁਣ ਜੇ ਤੁਹਾਡੀ ਸਪੋਕਸਵੂਮਨ ਫ੍ਰਿੰਜ ਐਲੀਮੈਂਟ ਹੈ
ਤੇ ਤੁਸੀਂ ਇਹ ਦੱਸ ਦਿਓ ਕਿ ਮੇਨ ਸਟ੍ਰੀਮ ਤੁਹਾਡਾ ਕੀ ਹੈ। ਜੀ ਫਿਰ 57 member Organization of Islamic Conference OIC and Pakistan have also criticized India, but Delhi criticized both as it usually does, saying their comments were unwarranted and narrow-minded. ਉਹ ਨੈਰੋ ਮਾਈਂਡਡ ਨੇ, ਜੇ ਉਹ ਕਹਿੰਦੇ ਨੇ ਕਿ ਵੀ ਬੰਦ ਕਰੋ ਇਹ ਬਕਵਾਸ ਜੋ ਤੁਸੀਂ ਸ਼ੁਰੂ ਕੀਤਾ ਹੋਇਆ। ਹੁਣ ਇਸ ਸਾਰੇ ਦੇ ਚੱਲਦੇ ਆ ਇਹ ਜਿਹੜੇ ਫੈਕਟਸ ਮੈਂ ਦਿੱਤੇ ਨੇ ਕਿ ਭਾਈ $87 ਬਿਲੀਅਨ ਦੀ ਟ੍ਰੇਡ ਹੈ, 21 ਲੱਖ 2.1 ਮਿਲੀਅਨ ਇੰਡੀਅਨ ਉੱਥੇ ਰਹਿੰਦੇ ਨੇ, ਸਾਰਾ ਇਹਨਾਂ ਦੀ એનર્ਜੀ ਉੱਥੇ ਹੈ। ਔਰ ਇਹ ਜਿਹੜਾ ਆਪ ਉਹਨਾਂ ਦੇ ਜਿਹੜੇ ਐਕਸਪਰਟ ਨੇ ਉਹ ਕਹਿ ਰਹੇ ਨੇ ਕਿ ਭਾਈ ਇਹ ਤਾਂ ਸਾਰਾ ਕੰਮ ਹੀ ਪੁੱਠਾ ਹੋ ਜਾਏਗਾ ਕਿ ਭਾਈ ਜਿਹੜਾ ਅਸੀਂ ਰਿਲੇਸ਼ਨ ਬਿਲਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਖਤਮ ਹੋਏਗਾ, ਗਰੋਇੰਗ ਪੋਲਰਾਈਜੇਸ਼ਨ ਹੋਏਗੀ। ਹੁਣ ਦੇਖਣਾ ਇਹ ਹੈ ਕਿ ਵੀ ਇਹ ਸਾਡੇ ਜਥੇਦਾਰਾਂ ਵਾਂਗ ਸਿਰਫ ਗੋਂਗਲੂਆਂ ਤੋਂ ਮਿੱਟੀ ਲਾਉਣ ਵਾਲੀ ਗੱਲ ਹੈ ਜਾਂ ਇਸ ਦੇ ਉੱਤੇ ਕੋਈ ਪੁਖਤਾ ਸਟੈਂਡ ਲੈ ਕੇ ਇਹ ਅੱਗੇ ਤੁਰਨਗੇ। ਅਲਟੀਮੇਟਲੀ ਜਿਹੜਾ ਹੈ ਉਹ ਐਕਸ਼ਨਸ ਡਿਸਾਈਡ ਕਰਦੇ ਹੁੰਦੇ ਨੇ। ਮੂੰਹ ਚੋਂ ਨਿਕਲੀ ਗੱਲ ਤਾਂ ਜਿਹਨੂੰ ਗੁਰੂ ਸਾਹਿਬ ਨੇ ਵੀ ਕਿਹਾ ਕਿ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਿਹਾ ਵਾਓ, ਮੂੰਹ ਚੋਂ ਤਾਂ ਹਵਾ ਹੀ ਨਿਕਲਦੀ। ਹੁਣ ਇਹ ਦੇਖਣਾ ਵੀ ਹਵਾ ਗੱਡੀ ਹੈ ਕਿ ਵਾਕਈ ਕੁਝ ਕਰਨਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤਨੇ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਰਾਜ ਸਭਾ ਵਿੱਚ ਡੀਐਮਕੇ ਪਾਰਟੀ ਦੇ ਤਾਮਿਲਨਾਡੂ ਸਟੇਟ ਤੋਂ ਮੈਂਬਰ ਪਾਰਲੀਮੈਂਟ ਨੇ ਕਿਹਾ ਹੈ ਕਿ ਜਿਵੇਂ ਹਿੰਦੂ ਤਮੀਆਂ ਵੱਲੋਂ ਹਿੰਦੀ ਜ਼ੁਬਾਨ ਜ਼ਬਰਦਸਤੀ ਥੋਪੀ ਜਾ ਰਹੀ ਹੈ, ਜੇ ਅਸੀਂ ਇਸ ਦਾ ਵਿਰੋਧ ਨਾ ਕੀਤਾ ਤਾਂ ਤਾਮਿਲ ਲੋਕ ਸ਼ੂਦਰ ਬਣ ਜਾਣਗੇ, ਸੋ ਭਾਵ ਹਿੰਦੂ ਤਮੀਆਂ ਦੇ ਗੁਲਾਮ ਹੋਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਮਾਂ ਬੋਲੀ ਕਿੰਨੀ ਜ਼ਰੂਰੀ ਹੁੰਦੀ ਹੈ ਔਰ ਜਿਹੜੇ ਕਲਚਰ, ਜਿਹੜੀਆਂ ਤਹਿਜ਼ੀਬਾਂ ਦੂਸਰਿਆਂ ਦੇ ਉੱਤੇ ਡੋਮੀਨੇਟ ਕਰਦੀਆਂ, ਉਹ ਕਿਵੇਂ ਆਪਣਾ ਕਲਚਰ, ਆਪਣੀ ਤਹਿਜ਼ੀਬ ਥੋਪਣ ਲਈ ਆਪਣੀ ਬੋਲੀ, ਆਪਣੀ ਸਕ੍ਰਿਪਟ ਦੂਸਰਿਆਂ ਦੇ ਉੱਤੇ ਲਾਗੂ ਕਰਦੀਆਂ ਨੇ। ਇਸ ਗੱਲ ਦੀ ਸਮਝ ਸਿਆਣੇ ਲੋਕਾਂ ਨੂੰ, ਸਿਆਣੀਆਂ ਕੌਮਾਂ ਨੂੰ, ਸਿਆਣੀਆਂ ਤਹਿਜ਼ੀਬਾਂ ਨੂੰ ਹੁੰਦੀ ਹੈ। ਸਾਡੇ ਵਰਗੇ ਜਿਹੜੇ ਉੱਥੇ ਵਿਕੇ ਹੋਏ ਲੋਕ, ਜਿਨ੍ਹਾਂ ਨੇ ਬੇਸ਼ੱਕ ਸਾਡੇ ਬਜ਼ੁਰਗਾਂ ਨੇ, ਪੂਰੀ ਜਨਰੇਸ਼ਨ ਨੇ ਪੰਜਾਬੀ ਸੂਬਾ ਬਣਾਉਣ ਦੇ ਲਈ ਜਿਹੜਾ ਉਹ ਕੁਰਬਾਨੀਆਂ ਕੀਤੀਆਂ, ਸ਼ਹੀਦੀਆਂ ਪਾਈਆਂ, ਜੇਲ੍ਹਾਂ 'ਚ ਗਏ, ਪਰ ਅੱਜ ਪੰਜਾਬੀ ਜ਼ਬਾਨ ਦਾ ਕੀ ਹਾਲ ਹੈ ਮੇਨਲੈਂਡ ਪੰਜਾਬ ਦੇ ਅੰਦਰ ਵੀ, ਔਰ ਕਿਵੇਂ ਤੇਜ਼ੀ ਨਾਲ ਹਿੰਦੂਤਵੀ ਉਸ ਹਿੰਦੀ ਨੂੰ ਜਿਹੜੀ ਨਾ ਤਾਂ ਕਨਸਟੀਟਿਊਸ਼ਨ ਦੇ ਵਿੱਚ ਨੈਸ਼ਨਲ ਲੈਂਗੁਏਜ ਹੈ, ਕਨਸਟੀਟਿਊਸ਼ਨ 'ਚ ਇੰਡੀਆ ਦੇ 22 ਜ਼ਬਾਨਾਂ ਰੈਕਗਨਾਈਜ਼ ਕੀਤੀਆਂ ਹੋਈਆਂ ਔਰ ਉਹਨਾਂ 22 ਜ਼ਬਾਨਾਂ ਦੇ ਵਿੱਚ ਪੰਜਾਬੀ ਜ਼ਬਾਨ ਵੀ ਹੈ ਇੱਕ ਬਰਾਬਰ, ਉਹਨਾਂ ਦੇ ਕਰੰਸੀ ਦੇ ਉੱਤੇ ਵੀ ਪੰਜਾਬੀ 'ਚ ਲਿਖਿਆ ਹੁੰਦਾ ਹੈ। ਤਾਮਿਲ ਜਿਹੜੀ ਕਿ ਡ੍ਰੈਵਿਡਨ ਸਿਵਲਾਈਜੇਸ਼ਨ ਦੇ ਨਾਲ ਜੁੜੀ ਹੋਈ ਜ਼ਬਾਨ ਹੈ, ਉਹਨੂੰ ਉਵੇਂ ਹੀ ਕਲਾਸਿਕ ਲੈਂਗੁਏਜ ਦਾ ਦਰਜਾ ਦਿੱਤਾ ਹੋਇਆ ਜਿਵੇਂ ਸੰਸਕ੍ਰਿਤ ਨੂੰ ਦਿੱਤਾ ਹੋਇਆ। ਸੰਸਕ੍ਰਿਤ ਭਾਰਤ ਦੇ ਵਿੱਚ 10 ਜਾਂ 12 ਹਜ਼ਾਰ ਲੋਕ ਬੋਲਦੇ ਨੇ ਸਾਰੇ ਭਾਰਤ ਦੇ ਵਿੱਚ। ਲੇਕਿਨ ਕਿਵੇਂ ਹਿੰਦੀ ਨੂੰ ਮੋਦੀ, ਅਮਿਤ ਸ਼ਾਹ ਇਹਨਾਂ ਨੇ ਹਰ ਲੈਵਲ ਦੇ ਉੱਤੇ ਐਨਫੋਰਸ ਕਰਨਾ ਸ਼ੁਰੂ ਕੀਤਾ ਹੋਇਆ। ਇਸ ਦੇ ਉੱਤੇ ਚਾਹੀਦਾ ਤਾਂ ਇਹ ਸੀ ਕਿ ਭਾਈ ਜਿਹੜੇ ਪੰਜਾਬ ਦੇ ਵਿੱਚ ਸਾਡੀ ਲੀਡਰਸ਼ਿਪ ਹੈ ਉਹ ਇਸ ਦੇ ਉੱਤੇ ਸਖਤ ਲਾਈਨ, ਸਖਤ ਸਟੈਂਡ ਲੈਂਦੀ। ਲੇਕਿਨ ਅਗੇਨ ਇਹ ਸ਼ਰਫ ਡੀਐਮਕੇ ਪਾਰਟੀ ਨੂੰ ਜਾਂਦਾ ਹੈ ਤਾਮਿਲਨਾਡੂ। ਉਹਨਾਂ ਨੇ ਪਹਿਲਾਂ ਵੀ ਨਹਿਰੂ ਦੇ ਜ਼ਮਾਨੇ 'ਚ ਵੀ ਜਦੋਂ ਉਹਨਾਂ ਨੇ ਹਿੰਦੀ ਥੋਪਣੀ ਚਾਹੀ ਸੀ, ਉਹਨਾਂ ਨੇ ਤੁਸੀਂ ਅੱਜ ਵੀ ਤਾਮਿਲਨਾਡੂ ਜਾਓ ਤੁਹਾਨੂੰ ਕੋਈ ਹਿੰਦੀ ਦਾ ਬੋਰਡ ਨਹੀਂ ਮਿਲਦਾ, ਕੋਈ ਉਹ ਪ੍ਰੋਗਰਾਮ ਨਹੀਂ ਚੱਲਣ ਦਿੰਦੇ ਜਿਹੜੇ ਹਿੰਦੀ ਦੇ ਜ਼ਬਰਦਸਤੀ ਲਿਆਂਦੇ ਜਾਂਦੇ ਨੇ। ਪਰ ਹੁਣ ਇਹ ਫੇਰ ਐਫਰਟ ਕਰ ਰਹੇ ਨੇ ਔਰ ਉਸ ਦੇ ਉੱਤੇ ਆਪਣੇ ਲੋਕਾਂ ਨੂੰ ਜਾਗਰੂਕ ਕਰਦੇ ਆ। ਇਹ ਰਾਜ ਸਭਾ ਮੈਂਬਰ ਨੇ ਮਿਸਟਰ ਟੀਕੇ ਐਲ ਗੋਵਾਨ ਔਰ ਇਹ ਹੈਡਲਾਈਨ ਇਹਨਾਂ ਦੇ ਮੇਨ ਸਟ੍ਰੀਮ ਮੀਡੀਆ ਦੀ ਹੈ। ਡੀਐਮਕੇ ਐਮਪੀ ਸੇਜ਼ ਹਿੰਦੀ ਵਿਲ ਰਿਡਿਊਸ ਤਮਿਲਸ ਟੂ ਸਟੇਟਸ ਆਫ ਸ਼ੂਦਰਸ। ਉਹਨਾਂ ਨੇ ਕਿਹਾ ਕਿ ਇਹ ਜਿਵੇਂ ਹਿੰਦੀ ਲਾਗੂ ਕਰ ਰਹੇ ਨੇ, ਉਹਨੇ ਆਪਣੇ ਤਮਿਲਾਂ ਨੂੰ ਕਿਹਾ ਜੇ ਤੁਹਾਨੂੰ ਇਹ ਸਮਝ ਨਾ ਆਈ ਕਿ ਬਈ ਇਹ ਡੋਮੀਨੇਟਸ ਦਾ ਕੀ ਮਤਲਬ ਹੈ
ਤੇ ਫਿਰ ਇਹ ਹਿੰਦੀ ਸਪੀਕਿੰਗ ਬ੍ਰਾਹਮਣਸ ਜਿਹੜੇ ਨੇ ਇਹੀ ਰਾਜ ਕਰਨਗੇ, ਤੁਹਾਨੂੰ ਸ਼ੂਦਰ ਬਣਾ ਦੇਣਗੇ। ਔਰ ਵੇਡਿੰਗ ਇਨਟੂ ਹਿੰਦੀ ਇੰਪੋਜੀਸ਼ਨ ਰੋਜ਼ ਸੀਨੀਅਰ DMK ਲੀਡਰ and party's Rajya Sabha member TKS Alan Govan has said language would reduce Tamils to the status of Shudra. Hindi language would reduce Tamils to the status of Shudra, and claimed the Hindi speaking states in the country were not the developed ones, while those with vernacular languages as mother tongue were doing well. उन्होंने कहा भी यूपी, मध्य प्रदेश, राजस्थान, ਇਹ ਸਟੇਟ ਬਿਹਾਰ, ਇਹ ਦੇਖ ਲਓ ਕਿੰਨੀਆਂ ਕਿ ਡਿਵੈਲਪ ਨੇ। ਹਿੰਦੀ ਜੇ ਐਡਾ ਹੀ ਹੈ, ਭੁੱਖੇ ਨੰਗੇ ਸਾਡੇ ਬਲਕਿ ਜਿਹੜੀ ਟੈਕਸ ਪੇਅਰ ਮਨੀ ਬਾਕੀ ਥਾਵਾਂ ਤੋਂ ਇਕੱਠੀ ਹੁੰਦੀ ਆ, ਉਹ ਇਹ ਖਾ ਰਹੇ ਨੇ। ਉਹਨੇ ਕਿਹਾ ਕਿ ਭਾਈ ਤੁਹਾਡਾ ਹਾਲ ਵੀ ਇਹ ਹੋਏਗਾ। ਅਟੈਂਪਟਸ ਆਰ ਬੀਇੰਗ ਮੇਡ ਟੂ ਇੰਪੋਜ਼ ਮਨੂ ਧਰਮ ਥਰੂ ਦਾ ਇੰਪੋਜੀਸ਼ਨ ਆਫ ਹਿੰਦੀ, ਕਿ ਹਿੰਦੀ ਰਾਹੀਂ ਮਨੂਵਾਦ ਜਿਹੜਾ ਹੈ, ਔਰ ਉਹੀ ਮਨੂ ਸਮ੍ਰਿਤੀ ਜਿੱਥੇ ਬ੍ਰਾਹਮਣ ਉੱਤੇ ਬੈਠਾ, ਉਹਨਾਂ ਨੇ ਕਿਹਾ ਇਹ ਹਿੰਦੀ ਦਾ ਲਾਗੂ ਇਹ ਨਹੀਂ ਹੈ ਜੀ ਇੱਕ ਨਵੀਂ ਜ਼ਬਾਨ ਤੁਸੀਂ ਸਿੱਖ ਲਓ, ਇਹ ਮਨੂ ਦੇ ਧਰਮ ਨੂੰ ਵਾਪਸ ਸਥਾਪਿਤ ਕਰਨ ਦੀ ਲਾਈਨ ਹੈ, ਜਿਹੜਾ ਬ੍ਰਾਹਮਣ ਦੀ ਡੋਮੀਨੈਂਸ ਐਸਟੈਬਲਿਸ਼ ਕਰਦਾ ਔਰ ਤੁਹਾਨੂੰ ਸ਼ੂਦਰ ਬਣਾ ਦੇਗਾ। ਉਹਨਾਂ ਨੇ ਕਿਹਾ ਕਿ ਭਾਈ ਇਹ ਸਾਰੇ ਨੂੰ ਵਟ ਵਿਲ ਹਿੰਦੀ ਡੂ, ਓਨਲੀ ਮੇਕ ਅਸ ਸ਼ੂਦਰਾਸ, ਇਟ ਵਿਲ ਡੂ ਨੋ ਬੈਨੀਫਿਟ ਟੂ ਅਸ, ਕਿ ਸਾਨੂੰ ਇਹਦਾ ਕੋਈ ਫਾਇਦਾ ਨਹੀਂ ਹੈ, ਇਹ ਸਾਨੂੰ ਸ਼ੂਦਰ ਬਣਾਏਗਾ। ਸੋ ਮੈਂ ਸਮਝਦਾ ਵੀ ਘੱਟੋ ਘੱਟ ਸਾਡੇ ਪੰਜਾਬ ਦੇ ਜਿਹੜੇ ਆਪਣੇ ਆਪ ਨੂੰ ਪੰਜਾਬੀ ਅਖਵਾਣ 'ਚ ਤਾਂ ਹੁੰਦਾ ਹੈ ਕਿ ਜੇ ਅਸੀਂ ਉਹ ਭੰਗੜੇ ਗਿੱਧੇ ਦਾ ਨਾਮ ਪੰਜਾਬੀ ਨਹੀਂ ਹੈ, ਜੇ ਤੁਹਾਡੀ ਜ਼ਬਾਨ ਇਹ ਹੈ ਤਮਿਲਾਂ ਦਾ, ਜੇ ਤੁਸੀਂ ਦੇਖੋ ਕਿ ਉਹ ਕਲੀਅਰ ਲਾਈਨ ਹੈ ਕਿ ਵੀ ਇਹਨੂੰ ਬੰਦ ਕਰੋ, ਇਹਨੂੰ ਬਾਹਰ ਕੱਢੋ ਹਿੰਦੀ ਨੂੰ, ਅਸੀਂ ਸ਼ੂਦਰ ਨਹੀਂ ਬਣਨਾ, ਅਸੀਂ ਇੱਥੇ ਇਹ ਮਨੂ ਦੀ ਸਮ੍ਰਿਤੀ ਨਹੀਂ ਲਾਗੂ ਹੋਣ ਦੇਣੀ। ਸੋ ਜਿਵੇਂ ਅਸੀਂ ਆਪਣੇ ਪ੍ਰੋਗਰਾਮ ਦੇ ਅਖੀਰ ਵਿੱਚ ਰੂਹਾਨੀ ਵਿਚਾਰ ਕਰਦੇ, ਅੱਜ ਅਸੀਂ ਪੰਜਵੇਂ ਪਾਤਸ਼ਾਹ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ, ਔਰ ਇਹ ਦਿਨ ਕਿਉਂਕਿ ਸ਼ਹਾਦਤ ਵੀ ਘੱਲੂਘਾਰਾ ਜਿਹੜਾ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਨੂੰ ਹੀ ਵਰਤਾਇਆ ਗਿਆ, ਉਸ ਨਾਲ ਵੀ ਜੁੜੇ ਹੋਏ ਨੇ। ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ, ਇਹ ਪਹਿਲਾ ਸ਼ਬਦ ਹੈ ਗੁਰੂ ਅਰਜਨ ਸਾਹਿਬ ਦਾ, ਜਿਹੜੇ ਸ੍ਰੀ ਰਾਗ ਦੇ ਵਿੱਚ ਸ਼ਬਦ ਸ਼ੁਰੂ ਹੁੰਦੇ ਨੇ। ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਰਤਰ ਸਿਗਾਰ, ਰਸ ਭੋਗੈ ਖੁਸ਼ੀਆਂ ਕਰੇ ਮਾਣੇ ਰੰਗ ਅਪਾਰ, ਬਹੁਤ ਕਰੈ ਫਰਮਾਇਸ਼ੀ ਵਰਤੈ ਹੋਏ ਅਫਾਰ, ਕਰਤਾ ਚਿਤ ਨਾ ਆਵੇ ਮਨਮੁਖ ਅੰਧ ਗਵਾਰ, ਮੇਰੇ ਮਨ ਸੁਖ ਦਾਤਾ ਹਰ ਸੋਏ, ਗੁਰ ਪ੍ਰਸਾਦੀ ਪਾਈ ਹੈ ਕਰਮ ਪ੍ਰਾਪਤ ਹੋਏ। ਰਹਾਉ, ਰਹਾਉ ਦੀ ਤੁਕ ਕੇਂਦਰੀ ਨੁਕਤਾ ਹੈ। ਅੱਛਾ, हे ਮੇਰੇ ਮਨ, ਵਾਹਿਗੁਰੂ ਹੀ ਸਾਰੇ ਸੁੱਖਾਂ ਦਾ ਦਾਤਾ ਹੈ। ਬਿਲਕੁਲ, ਜਦੋਂ ਰੱਬ ਆ ਜਾਂਦਾ ਹੈ ਤੁਹਾਡੇ ਅੰਦਰ ਬੈਠ ਜਾਂਦਾ ਹੈ, ਫਿਰ ਹੋਰ ਕੋਈ ਮੰਗ ਰਹਿੰਦੀ ਨਹੀਂ। ਫਿਰ ਤਾਂ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਨਾਮ ਸੰਤੋਖ ਦੇ ਦਿੰਦਾ ਹੈ। ਮਨ ਦੇ ਅੰਦਰ ਇੱਛਾਵਾਂ ਮੁੱਕ ਜਾਂਦੀਆਂ ਨੇ, ਤੁਸੀਂ ਨਹੀਂ ਮੰਗਦੇ, ਹੋਰ ਨਹੀਂ ਮੰਗਦੇ, ਤੁਸੀਂ ਇਹੀ ਮੰਗਦੇ ਹੋ ਕਿ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ, ਇਹ ਮੰਗਦੇ ਹੋ ਕਿ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ। ਇਹੋ ਬਹੁਤ, ਔਰ ਇਹੀ ਪੰਜਵੇਂ ਪਾਤਸ਼ਾਹ ਯਾਦ ਦਹਾਨੀ ਕਰਵਾ, ਮੇਰੇ ਮਨ ਸੁਖ ਦਾਤਾ ਹਰ ਸੋਏ, ਗੁਰ ਪ੍ਰਸਾਦੀ ਪਾਈ ਹੈ। ਵਾਹਿਗੁਰੂ ਦੇ ਨਾਲ ਸੰਗਮ ਮੇਲ ਗੁਰੂ ਦੀ ਕਿਰਪਾ ਨਾਲ ਹੁੰਦਾ ਹੈ। ਕਰਮ ਪ੍ਰਾਪਤ, ਕਰਮ ਇਹ ਫਾਰਸੀ ਦਾ ਲਫ਼ਜ਼ ਹੈ, ਬਲੈਸਿੰਗ ਬਖਸ਼ਿਸ਼, ਪਰ ਉਹ ਵਾਹਿਗੁਰੂ ਦੇ ਨਾਲ ਨੇੜਤਾ ਕੁਰਬਤ ਉਸ ਦੀ ਬਖਸ਼ਿਸ਼ ਨਾਲ ਹੀ ਹੁੰਦੀ ਹੈ। ਪਰ ਸਾਡਾ ਵਰਤਾਰਾ ਕੀ ਹੈ? ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲੱਤਰ ਸਿਗਾਰ, ਕਿ ਤੂੰ ਕਿਹੜੀ ਮਾਇਆ ਦੁਨੀਆ 'ਚ ਫਸਿਆ ਹੋਇਆ। ਪੁੱਤਰ ਕਲੱਤਰ ਇਸਤਰੀ ਨੂੰ ਕਹਿੰਦੇ ਨੇ, ਪਤਨੀ, ਇਹਨਾਂ ਦੇ ਵਿੱਚ ਤੂੰ ਗਵਾਚ ਗਿਆ, ਤੂੰ ਜ਼ਿੰਦਗੀ ਦੇ ਅਸਲ ਤੱਤ ਨੂੰ ਭੁੱਲ ਗਿਆ। ਰਸ ਭੋਗੈ ਖੁਸ਼ੀਆਂ ਕਰੇ ਮਾਣੇ ਰੰਗ ਅਪਾਰ, ਇਹਨਾਂ ਰੰਗਾਂ 'ਚ ਰੰਗਿਆ ਹੋਇਆ ਕਿ ਭਾਈ ਠੀਕ ਹੈ, ਮੈਂ ਆਨੰਦ 'ਚ ਜੀ ਰਿਹਾ, ਮੈਂ ਬਹੁਤ ਖੁਸ਼ ਹਾਂ। ਬਹੁਤ ਕਰੇ ਫਰਮਾਇਸ਼ੀ ਵਰਤਿਆ ਹੋਏ ਅਪਾਰ, ਕਿ ਬਹੁਤ ਸਾਰੀਆਂ ਜਿਹੜੀਆਂ ਤੂੰ ਕਮਾਂਡਸ ਦਿੰਦਾ, ਫਰਮਾਇਸ਼ਾਂ ਕਰਦਾ, ਆਪਣੇ ਆਪ ਨੂੰ ਜਿਹੜਾ ਉਹ ਆਫਰਿਆ ਤੁਰਿਆ ਫਿਰਦਾ, ਵਰਤਿਆ ਹੋਇਆ ਅਪਾਰ। ਕਰਤਾ ਚਿਤਨਾ ਆਵੇ ਮਨਮੁਖ ਅੰਧ ਗਵਾਰ, ਕਿ ਮਾਇਆ ਵਿੱਚ ਜਿਹੜੇ ਗੜੁੱਚ ਨੇ ਉਹਨਾਂ ਨੂੰ ਰੱਬ ਭੁੱਲਿਆ ਹੁੰਦਾ ਹੈ, ਅੰਨੇ ਹੁੰਦੇ ਨੇ ਮਾਇਆ ਦੇ ਵਿੱਚ। ਉਹ ਗਵਾਰ, ਅਸਲ ਅਨਪੜ੍ਹ ਉਹ ਨੇ
ਜਿਨ੍ਹਾਂ ਨੂੰ ਰੱਬ ਭੁੱਲਿਆ ਹੋਇਆ ਹੈ। ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ, ਹੈਵਰ ਗੈਵਰ ਬਹੁ ਰੰਗੇ, ਹੈਵਰ ਗੈਵਰ ਬਹੁ ਰੰਗੇ ਕੀਏ, ਰਥ ਅਥਾਕ, ਕਿਸ ਹੀ ਚਿਤ ਨਾ ਪਾਵੇ, ਬਿਸਰਿਆ ਸਭ ਸਾਖ, ਸਿਰਜਣਹਾਰ ਭੁਲਾਇਆ, ਵਿਣ ਨਾਵੇਂ ਨਾ ਪਾਕ। ਕਿ ਜਿਹੜੇ ਮਨਮੁਖ ਨੇ, ਰੱਤੇ ਹੋਏ ਨੇ, ਮਾਇਆ 'ਚ ਪੁੱਤਰ ਕਲੱਤਰ ਦੇ ਵਿੱਚ ਫਸੇ ਹੋਏ ਨੇ, ਉਹਨਾਂ ਦੀ ਜ਼ਿੰਦਗੀ ਕੀ ਹੈ? ਕੱਪੜ ਭੋਗ ਲਪਟਾਇਆ। ਕਿ ਉਹ ਸੋਹਣੇ ਸੋਹਣੇ ਕੱਪੜਿਆਂ ਦੇ ਵਿੱਚ ਹੀ ਕਿੰਨੇ ਕਿੰਨੇ ਸੂਟ, ਕਿੰਨੇ ਕਿੰਨੇ ਦਿਨ 'ਚ ਪਹਿਰਾਵੇ। ਅੱਜ ਕੱਲ੍ਹ ਦੇ ਉਹ ਵਿਆਹਾਂ ਦੇ ਦਿਖਾਵੇ ਤਾਂ ਤੁਸੀਂ ਦੇਖੋ ਵੀ ਇੱਕੋ ਦਿਨ 'ਚ 6 ਸੂਟ ਬਦਲੇ ਹੁੰਦੇ ਨੇ ਕਿ ਭਾਈ ਆਹ ਰਸਮ ਹੈ, ਉਹ ਕੀ ਹੈ, ਉਹ ਇਹੀ ਹੈ। ਤੁਹਾਨੂੰ ਅਸਲੀ ਰੱਬ ਭੁੱਲਿਆ ਹੋਇਆ ਹੈ। ਤੁਸੀਂ ਬਾਕੀ ਚੀਜ਼ਾਂ 'ਚੋਂ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦੇ ਹੋ। ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ, ਸੋਇਨਾ ਸੋਨਾ, ਰੂਪਾ ਚਾਂਦੀ ਨੂੰ ਕਹਿੰਦੇ ਨੇ। ਅੱਛਾ। ਕਿਉਂਕਿ ਇਹ ਰੁਪਈਆ ਲਫ਼ਜ਼ ਹੀ ਉੱਥੋਂ ਆਇਆ। ਪਹਿਲਾਂ ਰੁਪਈਏ ਹੁੰਦੇ ਹੀ ਚਾਂਦੀ ਦੇ ਸੀ, ਉਦੋਂ ਇਹ ਪੇਪਰ ਕਰੰਸੀ ਨਹੀਂ ਸੀ। ਸੋ ਇਹੀ ਸੋਨਾ ਰੂਪਾ ਖਾਕ ਕਿ ਭਾਈ ਅਲਟੀਮੇਟਲੀ ਜਿਹੜਾ ਹੈ ਤੁਸੀਂ ਜਿਹਦੇ 'ਚ ਸੋਇਨੇ ਰੂਪੇ 'ਚ ਫਸੇ ਹੋਏ ਹੋ, ਸੋਨਾ ਚਾਂਦੀ 'ਚ, ਜਿਹੜੇ ਤੁਸੀਂ ਪਹਿਰਾਵਿਆਂ 'ਚ ਫਸੇ ਹੋ, ਇਹਨੇ ਖਾਕ, ਇਹਨੇ ਅਲਟੀਮੇਟਲੀ ਮਿੱਟੀ 'ਚ ਹੋ ਜਾਣਾ, ਮਿੱਟੀ 'ਚ ਮਿਲ ਜਾਣਾ। ਜਿਹਨੂੰ ਅਸੀਂ ਪੜ੍ਹਦੇ ਹਾਂ ਆਸਾ ਦੀ ਵਾਰ 'ਚ ਕਿ ਲੱਖ ਟੱਕਿਆਂ ਕੇ ਮੁੰਦੜੇ, ਲੱਖ ਟੱਕਿਆਂ ਕੇ ਹਾਰ, ਜਿਤ ਤਨ ਪਾਈਐ ਨਾਨਕਾ, ਸੋ ਤਨ ਹੋਸੀ ਛਾਰ। ਕਿ ਲੱਖਾਂ ਦੇ ਮੁੰਦੜੇ, ਈਅਰ ਰਿੰਗਸ, ਹਾਰ, ਕਿ ਜਿਸ ਤਨ ਤੇ ਅਸੀਂ ਪਾਉਂਦੇ ਹਾਂ ਅਲਟੀਮੇਟਲੀ ਉਹਨੇ ਸੁਆਹ ਹੋ ਜਾਣਾ। ਔਰ ਇਹੀ ਯਾਦ ਦਹਾਨੀ ਹੈ ਕਿ ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ, ਹੈਵਰ ਗੈਵਰ ਬਹੁ ਰੰਗ ਕੀ ਹੈ। ਕਿ ਬਹੁਤ ਹੈਵਰ ਗੈਵਰ ਘੋੜੇ ਹਾਥੀ ਨੇ। ਜਿਹੜੇ ਬਾਦਸ਼ਾਹ ਅਮੀਰ ਲੋਕ ਹੁੰਦੇ ਸੀ ਉਹ ਇਸ ਚੀਜ਼ ਸੀ। ਕੀਏ ਰਥ ਅਥਾਕ, ਕਿ ਇੱਦਾਂ ਦੇ ਰਥ ਨੇ ਬਾਦਸ਼ਾਹਾਂ ਦੇ ਕੋਲ ਜਿਹੜੇ ਕਹਿੰਦੇ ਕਦੇ ਥੱਕਦਾ ਹੀ ਨਹੀਂ, ਕਿਉਂਕਿ ਅਲਟੀਮੇਟਲੀ ਘੋੜਿਆਂ ਨਾਲ ਹੀ ਚੱਲਦੇ ਨੇ। ਵੀ ਇੰਨੇ ਚੰਗੀ ਨਸਲ ਦੇ ਘੋੜੇ ਔਰ ਹੈਵਰ ਗੈਵਰ ਦੇ ਵਿੱਚ ਤੁਸੀਂ ਫਸੇ ਹੋਏ। ਕਿਸ ਹੀ ਚਿਤ ਨਾ ਪਾਵੇ, ਬਿਸਰਿਆ ਸਭ ਸਾਖ। ਔਰ ਇਸ ਹੱਦ ਤੱਕ ਅਸੀਂ ਮਗਰੂਰ ਹੋ ਜਾਂਦੇ ਹਾਂ ਜਦੋਂ ਰੱਬ ਕੋਈ ਦੌਲਤ ਜਾਂ ਦੂਜਾ ਦਿੰਦਾ ਹੈ ਕਿ ਜਿਹੜੇ ਗਰੀਬ ਸਾਖ ਸੰਬੰਧੀ ਨੇ ਉਹ ਵੀ ਭੁੱਲ ਜਾਂਦੇ ਨੇ, ਉਹ ਵੀ ਨਜ਼ਰ ਦੇ ਥੱਲੇ ਨਹੀਂ ਆਉਂਦੇ। ਸਾਰਾ ਹੀ ਜਿਹੜਾ ਬੰਦਾ ਆਪਣੇ ਹੀ ਹੰਕਾਰ ਦੇ ਵਿੱਚ ਹੁੰਦਾ। ਬਿਸਰਿਆ ਸਭ ਸਾਖ, ਸਿਰਜਣਹਾਰ ਭੁਲਾਇਆ, ਵਿਣ ਨਾਵੇ ਨਾ ਪਾਕ। ਕਿ ਰੱਬ ਵੀ ਭੁੱਲਿਆ ਹੋਇਆ, ਈਵਨ ਆਪਣੇ ਗਰੀਬ ਸਾਖ ਵੀ ਭੁੱਲ ਜਾਂਦੇ ਨੇ। ਔਰ ਇਹ ਜਿਹੜਾ ਜਿਹਨੂੰ ਰੱਬ ਭੁੱਲਿਆ ਮਨ ਨੂੰ, ਉਹ ਨਾਪਾਕ ਹੈ। ਪਾਕ ਹੁੰਦਾ ਹੈ ਪਵਿੱਤਰ, ਨਾਪਾਕ ਹੁੰਦਾ ਹੈ ਅਪਵਿੱਤਰ। ਲੈਂਦਾ ਵੱਧ ਦੁਆਏ ਤੂੰ, ਮਾਇਆ ਕਰੇ ਇਕੱਤ, ਜਿਸਨੂੰ ਤੂੰ ਪਤਿਆਏਂਦਾ, ਸੋ ਸਣ ਤੁਝੈ ਅਨਿਤ, ਅਹੰਕਾਰ ਕਰਹਿ ਅਹੰਕਾਰੀਆ, ਵਿਆਪਿਆ ਮਨ ਕੀ ਮਤ, ਤਿਨ ਪ੍ਰਭ ਆਪ ਭੁਲਾਇਆ, ਨਾ ਤਿਸ ਜ਼ਾਤ ਨਾ ਪਤ। ਕਿ ਤੂੰ ਮਾਇਆ ਦੇ ਵੀ ਜਿਹੜਾ ਬੰਦਾ ਹੁੰਦਾ ਹੈ ਤੇ ਉਹਦੇ 'ਚ ਹੰਕਾਰ ਦਾ ਫਿਰ ਕਿੰਨੇ ਹੋਰ ਸ਼ਿਕਾਰ ਹੁੰਦੇ ਨੇ। ਅੱਛਾ। ਜਿਹਨੂੰ ਗੁਰੂ ਅਰਜਨ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਗਰੀਬਾਂ ਉੱਪਰ ਜੇ ਖਿੰਝੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਜਿਹੜੇ ਲੋਕ ਮੁੱਛਾਂ ਨੂੰ ਵੱਟ ਦੇ ਰਹੇ ਹੋਏ ਐਂ ਕਰਕੇ ਰੋਬ ਚਲਾ ਰਹੇ ਹੁੰਦੇ ਨੇ ਤੇ ਜਿਨ੍ਹਾਂ ਦੇ ਉੱਤੇ ਜ਼ੁਲਮ ਕਰ ਰਹੇ ਹੁੰਦੇ ਨੇ ਉਹ ਕੀ ਬਦ ਦੁਆਵਾਂ ਹੀ ਦਿੰਦੇ ਨੇ। ਉਹ ਕੀ ਬੇਸ਼ੱਕ ਬੇਬਸ ਹੁੰਦੇ ਨੇ। ਸੋ ਲੈਂਦਾ ਵੱਧ ਤੋਂ ਆਏ ਤੂੰ, ਮਾਇਆ ਕਰੇ ਇਕੱਤ, ਕਿ ਤੂੰ ਪੈਸੇ ਇਕੱਠੇ ਕਰਨੇ ਤੇ ਵੱਧ ਦੁਆ ਲੈਂਦਾ, ਲੋਕਾਂ ਦਾ ਹੱਕ ਮਾਰਦਾ, ਉਹਨਾਂ ਦੀਆਂ ਤਨਖਾਹਾਂ ਕੱਟਦਾ, ਉਹਨਾਂ ਨੂੰ ਤਰਸਾਉਂਦਾ, ਉਹਨਾਂ ਦੇ ਕੰਮ ਦੀ ਉਹਨਾਂ ਨੂੰ ਉਜਰਤ ਨਹੀਂ ਦਿੰਦਾ। ਜਿਸ ਨੂੰ ਤੂੰ ਪਤਿਆਏਂਦਾ, ਸੋ ਸਣ ਤੁਝੈ ਅਨਿਤ। ਕਿ ਭਾਈ ਜਿਸ ਇਸ ਬਾਡੀ ਦੇ ਲਈ ਤੂੰ ਇਹ ਸਾਰਾ ਕੁਝ ਕਰ ਰਿਹਾ ਉਹਨੇ ਤਾਂ ਰਹਿਣਾ ਨਹੀਂ ਅਲਟੀਮੇਟਲੀ। ਉਹ ਤਾਂ ਅਨਿਤ ਹੈ, ਉਹ ਤਾਂ ਜਾਣ ਵਾਲੀ ਹੈ, ਉਹ ਤਾਂ ਮਿੱਟੀ ਬਣਨ ਵਾਲੀ ਹੈ। ਅਹੰਕਾਰ ਕਰੇ ਹੰਕਾਰੀ ਹੈ, ਵਿਆਪਿਆ ਮਨ ਕੀ ਮਤ। ਕਿ ਤੂੰ ਹੰਕਾਰ ਵਿੱਚ ਫਸਿਆ ਹੋਇਆ, ਹੰਕਾਰ ਦੇ ਵਿੱਚ ਆਇਆ ਹੋਇਆ, ਆਪਣੇ ਮਨ ਦੇ ਉੱਤੇ ਤੇਰੇ ਜਿਹੜਾ ਸਿਰਫ ਤੇ ਸਿਰਫ ਹੰਕਾਰ ਹੀ ਛਾਇਆ ਹੁੰਦਾ ਹੈ। ਤਿੰਨ ਪ੍ਰਭ ਆਪ ਭੁਲਾਇਆ, ਨਾ ਤਿਸ ਜ਼ਾਤ ਨਾ ਪਾ। ਉਹ ਵਾਹਿਗੁਰੂ ਤਾਂ ਸਭ ਦਾ ਸਾਂਝਾ ਸੀ। ਅੱਛਾ। ਉਸ ਦੀ ਤਾਂ ਕੋਈ ਜ਼ਾਤ ਜਾਂ ਪਤ ਨਹੀਂ ਹੈ, ਪਾਤ ਨਹੀਂ ਹੈ, ਕੋਈ ਗੋਤ ਨਹੀਂ ਹੈ। ਤੂੰ ਉਸ ਰੱਬ ਨੂੰ ਭੁਲਾ ਕੇ ਹੰਕਾਰ ਦੇ ਵਿੱਚ ਆਪਣੀ ਜ਼ਿੰਦਗੀ ਜੀ ਰਿਹਾ। ਔਰ ਅਖੀਰਲੇ ਸ਼ਲੋਕ ਦੇ ਵਿੱਚ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ, ਸਤਿਗੁਰ ਪੁਰਖ ਅਖੀਰ ਕਪਲੇਟ 'ਚ, ਸਤਿਗੁਰ ਪੁਰਖ ਮਿਲਾਇਆ, ਇੱਕੋ ਸੱਜਣ ਸੋਏ, ਹਰ ਜਨ ਕਾ ਰਾਖਾ ਏਕ ਹੈ, ਕਿਆ ਮਾਨਸ ਹਉਮੈ ਰੋਏ, ਜੋ ਹਰ ਜਨ ਭਾਵੈ ਸੋ ਕਰੇ, ਦਰ ਫੇਰ ਨ ਪਾਵੈ ਕੋਏ, ਨਾਨਕ ਰਤਾ ਰੰਗ ਹਰ, ਸਭ ਜਗ ਮੈਂ
ਚਾਨਣ ਹੋਏ। ਸਤਿਗੁਰੂ ਨੇ ਰਹਿਮਤ ਕਰਕੇ ਉਸ ਪੁਰਖ ਨਾਲ, ਉਸ ਵਾਹਿਗੁਰੂ ਨਾਲ ਜਿਹੜਾ ਇੱਕੋ ਹੀ ਹੈ, ਉਹੀ ਸੱਜਣ ਹੈ, ਉਹੀ ਪਿਆਰ ਹੈ, ਉਹੀ ਅਸਲੀ ਸਾਖ ਸੰਬੰਧੀ ਹੈ। ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋ, ਉਹੀ ਇੱਕੋ ਇੱਕ ਸੱਜਣ ਹੈ। ਹਰ ਜਨ ਕਾ ਰਾਖਾ ਏਕ ਹੈ। ਜਿਹੜਾ ਰੱਬ ਦੇ ਰਸਤੇ ਤੁਰੇ ਹੋਏ ਨੇ ਉਹਨਾਂ ਦਾ ਵਾਹਿਗੁਰੂ ਆਪ ਰਖਵਾਲਾ ਹੈ। ਕਿਆ ਮਾਨਸ ਹਉਮੈ ਰੋਏ, ਕਿ ਇਹ ਜਿਹੜੇ ਲੋਕ ਮਾਨਸ ਜਿਹੜੇ ਫਸੇ ਹੋਏ ਨੇ ਹਉਮੈ ਦੇ ਵਿੱਚ, ਉਹਨਾਂ ਕੋਲ ਰੋਣ ਧੋਣ ਤੋਂ ਬਿਨਾ ਹੋਰ ਕੁਝ ਨਹੀਂ ਹੈ। ਜੋ ਹਰ ਜਨ ਭਾਵੈ ਸੋ ਕਰੇ, ਦਰ ਫੇਰ ਨਾ ਪਾਵੈ ਕੋਈ, ਕਿ ਜੋ ਵਾਹਿਗੁਰੂ ਚਾਹੁੰਦਾ ਹੈ, ਵਾਹਿਗੁਰੂ ਦੇ ਹੁਕਮ 'ਚ ਹੁੰਦਾ ਹੈ, ਹਰੀ ਦਾ ਜਨ ਉਹੀ ਕਰਦਾ ਹੈ, ਉਸ ਦੇ ਉੱਤੇ ਉਹ ਕੋਈ ਉਜਰ ਨਹੀਂ ਕਰਦਾ। ਨਾਨਕ ਰੱਤਾ ਰੰਗ ਹਰ, ਸਭ ਜਗ ਮੈਂ ਚਾਨਣ ਹੋਏ। ਪੰਜਵੇਂ ਨਾਨਕ ਗੁਰੂ ਅਰਜਨ ਪਾਤਸ਼ਾਹ ਫਰਮਾਉਂਦੇ ਨੇ ਕਿ ਉਹ ਇਸ ਕਿਸਮ ਦਾ ਹਰੀ ਜਨ, ਰੱਬ ਦਾ ਬੰਦਾ, ਗੁਰਮੁਖ ਉਸ ਦੇ ਪਿਆਰ ਦੇ ਵਿੱਚ ਰੰਗਿਆ ਹੁੰਦਾ ਹੈ। ਔਰ ਇਹ ਜਿਹੜੀਆਂ ਨੇ ਉਸ ਦੀ ਫਿਰ ਉਹ ਰੌਸ਼ਨੀ ਜਿਹੜੀ, ਕਿਉਂਕਿ ਉਹਦੇ 'ਚ ਵਾਹਿਗੁਰੂ ਵਸਦਾ ਹੈ, ਤੇ ਇਹ ਮਾਨੋ ਇਵੇਂ ਹੀ ਹੁੰਦਾ ਹੈ ਕਿ ਸਾਰੀ ਕਾਇਨਾਤ ਦੇ ਵਿੱਚ ਉਸ ਵਾਹਿਗੁਰੂ ਦਾ ਨੂਰ ਪਸਰਿਆ ਹੁੰਦਾ ਹੈ। ਇਹ ਅੱਜ ਦਾ ਜੀ ਵਿਚਾਰ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕਰਨ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।